रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलिफोर्निया ते इस तो इलावा ट्रਕਾਂ ਦਾ ਆਇਲ ਚੇਂਜ ਕਰਵਾਉਣਾ ਹੋਵੇ, ਬ੍ਰੇਕਸ ਦਾ ਕੰਮ ਕਰਵਾਉਣਾ ਹੋਵੇ, ਸੀਲਸ ਦਾ, ਏਸੀ ਦਾ ਜਾਂ ਫਿਰ ਟਰੱਕ ਦਾ ਕੋਈ ਹੋਰ ਕੰਮ ਕਰਵਾਉਣਾ ਹੋਵੇ, ਤੁਸੀਂ ਰਿਲਾਇਬਲ ਟਾਇਰ ਡਿਪੋ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਵੀ ਆਰ ਆਲਸੋ ਆਥੋਰਾਈਜ਼ਡ ਡੀਲਰ ਆਫ JK ਵਿਕਰਾਂਤ ਟਾਇਰਸ ਤੇ ਪੱਕਾ ਹੈ ਕਿ ਪ੍ਰਾਈਸ ਦੇ ਮਾਮਲੇ 'ਚ ਅਸੀਂ ਬੈਸਟ ਹਾਂ। ਸੋ ਡੂ ਵਿਜ਼ਿਟ ਰਿਲਾਇਬਲ ਟਾਇਰ ਡਿਪੋ 1601 ਸਾਊਥ ਯੂਨੀਅਨ ਐਵੇਨਿਊ ਬੇਕਰਸਫੀਲਡ ਕੈਲੀਫੋਰਨੀਆ। ਜ਼ਿਆਦਾ ਜਾਣਕਾਰੀ ਦੇ ਲਈ ਸੁਰਜੀਤ ਸਿੰਘ ਬਾਜਵਾ ਤੇ ਇੰਦਰਜੀਤ ਸਿੰਘ ਗਿੱਲ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 6613782373 6613784622। Where there is a will, there is a way, and where there is a way, there is Pandal Brothers. ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। ਸੋ ਫॉर efficient transport services contact Hollister, California's Pandal Brothers. ਹੁਣ ਜ਼ਿੰਦਗੀ ਦਾ ਸਫ਼ਰ KT ਟਰੱਕਿੰਗ ਨਾਲ ਹੋਏਗਾ ਹੋਰ ਵੀ ਆਸਾਨ। KT ਟਰੱਕਿੰਗ ਕੋਲ ਨੇ ਪੱਕੇ ਲੋਡ ਤੇ ਸੈਟ ਰੂਟਸ ਕੈਲੀਫੋਰਨੀਆ ਟੂ ਕੈਂਸਸ, ਕੈਲੀਫੋਰਨੀਆ ਟੂ ਮਜ਼ੂਰੀ, ਕੈਲੀਫੋਰਨੀਆ ਟੂ ਆਰਕੈਂਸਾਈ, ਕੈਲੀਫੋਰਨੀਆ ਟੂ ਓਕਲਹੋਮਾ। ਇੰਨਾ ਹੀ ਨਹੀਂ, ਤੁਸੀਂ ਆਪਣੇ ਹਿਸਾਬ ਨਾਲ ਸਕੈਜੂਲ ਬਣਾ ਸਕਦੇ ਹੋ। ਇਸ ਦੇ ਨਾਲ ਹੀ ਸਾਡੇ ਪ੍ਰਾਈਸ ਨੇ ਅਨਬੀਟੇਬਲ, ਯਾਨੀ ਸਭ ਤੋਂ ਵਧੀਆ ਰੇਟ ਜੋ ਮਾਰਕੀਟ 'ਚ ਤੁਹਾਨੂੰ ਕਿਤੇ ਨਹੀਂ ਮਿਲਣਗੇ। ਤੇ ਜੇ ਤੁਸੀਂ KT ਟਰੱਕਿੰਗ ਨਾਲ ਆਪਣਾ ਕਰੀਅਰ ਵੀ ਬਣਾਉਣਾ ਚਾਹੁੰਦੇ ਹੋ ਤਾਂ ਚਾਹੇ ਸੋਲੋ ਡਰਾਈਵਰ ਦੇ ਤੌਰ ਤੇ ਜਾਂ ਟੀਮ ਦੇ ਤੌਰ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। KT ਟਰੱਕਿੰਗ ਤੁਹਾਨੂੰ ਦੇਗਾ ਬੈਸਟ ਸੈਲਰੀਜ਼ ਤੇ ਸਮੇਂ ਸਿਰ ਛੁੱਟੀਆਂ ਵੀ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸੂਨਰ ਤੇ ਮਨਦੀਪ ਸਿੰਘ ਬਿਲਗਾਨੋ। 2201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500, 661 885 8858। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਸਿੱਖ ਰਹਿਤ ਮਰਿਆਦਾ ਕਿਉਂ ਨਾ ਲਾਗੂ ਕਰਦੇ ਡੇਰੇ, ਮੰਤਰ ਪਾਠਾਂ ਦੇ ਨਾਮ ਤੇ ਬਿਜ਼ਨਸ ਚਾਰ ਚੁਫੇਰੇ। ਇਹੋ ਜਿਹੀਆਂ ਘੁਸਪੈਠਾਂ ਹਥਿਆਰਾਂ ਤੋਂ ਵੀ ਮਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਅਕਾਲ ਤਖਤ ਸੁਪਰੀਮ ਏ ਸਾਡਾ ਸਿਰ ਚੁੱਕਦਾ ਬਾਰ-ਬਾਰ, ਜਥੇਦਾਰ ਕਠਪੁਤਲੀਆਂ ਬਣ ਗਏ ਹੈ ਕੌਣ ਕਰੂ ਇਨਸਾਫ। ਤਲਬ ਕੀਤਾ ਰਣਜੀਤ ਸਿੰਘ, ਫੂਲਾ ਸਿੰਘ ਜੈ ਓਏ ਸ਼ੇਰਾਂ, ਲੀਡਰ
ਜਾਨਵਰਾਂ ਦੇ ਤਲਵੇ ਚੱਟ ਕੇ ਜਥੇਦਾਰ ਸੁੱਟਦੇ ਲੇਰਾਂ। ਬਾਬਾ ਨਾਨਕ ਸੋਚ ਤੇਰੀ ਤੇ ਹੈ ਲੀਡਰ ਪੈ ਗਏ ਭਾਰੂ। ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਟੁੱਕੜ ਬੋਝੋ ਟਿੱਚ ਨਾ ਜਾਣਨ ਪਾਵਨ ਗੁਰੂ ਦੀ ਬਾਣੀ। ਕੌਮ ਮੇਰੀ ਦੀਆਂ ਜੜ੍ਹਾਂ 'ਚ ਬਹਿ ਗਏ ਹੈ ਰੱਬ ਬਣੇ ਦੇਹ ਤਾਰੀ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਪਰ ਥਾਂ ਥਾਂ ਗੱਦੀਆਂ ਲਾ ਕੇ ਗੁਰੂ ਬਣ ਗਏ ਡੇਰੇਦਾਰ। ਲਹਿਜੀਆਂ ਦੇ ਕੇ ਪੁਰਤ ਵੰਡਦੇ ਨੇ ਸਿਰੇ ਦੇ ਨੇ ਜਗਾੜੂ। ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਇਸਲਾਮ ਨਾ ਮੰਨੇ ਤਸਵੀਰਾਂ ਤੇ ਨਾ ਹੀ ਬਾਬੇ ਸ਼ਾਬੇ। ਸਿੱਖ ਕੌਮ ਕਿਉਂ ਕਮਲੀ ਸਿਰ ਤੇ ਹੈ ਚੱਕੀ ਫਿਰੇ ਸਿਆਪੇ। ਗੁਰੂ ਗ੍ਰੰਥ ਦੇ ਲੜ ਲੱਗ ਕੇ ਤੁਸੀਂ ਝੋਲੀ ਗਿਆਨ ਦੀ ਭਰ ਲਓ। ਇੱਕੋ ਹੈ ਭਾਈ ਇੱਕੋ ਹੈ ਥੋੜਾ ਅਕਲ ਤੇ ਹੱਥ ਤੁਸੀਂ ਧਰ ਲਓ। ਭਰਮ ਦੀਆਂ ਲੀਰਾਂ ਉੱਡ ਜੂ ਜਦੋਂ ਚੱਲਿਆ ਗਿਆਨ ਦਾ ਝਾੜੂ। ਸਿੱਖ ਕੌਮ ਦੇ ਭਖਦੇ ਮਸਲੇ ਰਾਣਿਆ ਕੌਣ ਵਿਚਾਰੂ। ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਕਿਸ਼ਤੀ ਕਿਹੜਾ ਤਾਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਨਵਾਂ ਸਾਲ, ਨਵੀਂ ਸੋਚ, ਨਵਾਂ ਪ੍ਰੋਗਰਾਮ। ਖਾਸ ਕਰਕੇ ਪੰਜਾਬ ਵਾਸਤੇ ਜੇ ਇਹ ਸਾਰਾ ਕੁਝ ਆ ਜਾਵੇ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ। ਪਹਿਲਾਂ ਤਾਂ ਸਮੂਹ ਦੁਨੀਆ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਪਿਛਲਾ ਸਾਲ ਆਮ ਤੌਰ 'ਤੇ ਕਿਹਾ ਜਾਂਦਾ ਕਿ ਪੂਰੀ ਦੁਨੀਆ ਵਾਸਤੇ ਕੋਈ ਬਹੁਤਾ ਵਧੀਆ ਨਹੀਂ ਸੀ, ਕੋਵਿਡ ਕਰਕੇ ਜਾਂ ਜਿਹੜੀਆਂ ਹੋਰ ਪ੍ਰੋਬਲਮਾਂ ਆਈਆਂ ਪਿਛਲੇ ਸਾਲ ਦੇ ਵਿੱਚ। ਪਰ ਸਿੱਖਾਂ ਵਾਸਤੇ ਪਿਛਲਾ ਸਾਲ ਬਹੁਤ ਜ਼ਿਆਦਾ ਚੜ੍ਹਦੀ ਕਲਾ ਰਿਹਾ। ਜੇ ਆਪਾਂ ਪਿਛਲੇ 70-75 ਸਾਲਾਂ ਦਾ ਇਤਿਹਾਸ ਦੇਖੀਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ, ਤੇ ਸ਼ਾਇਦ ਸਭ ਤੋਂ ਵਧੀਆ ਸਾਲ ਪਿਛਲਾ ਸਾਲ ਰਿਹਾ। ਹਾਂ, ਸੰਘਰਸ਼ ਕੀਤੇ, ਸਾਡੀਆਂ ਜਾਨਾਂ ਗਈਆਂ, 800 ਦੇ ਕਰੀਬ ਅਸੀਂ ਜਾਨਾਂ ਗਵਾਈਆਂ। ਪਰ ਉਹਨਾਂ ਜਾਨਾਂ ਦਾ ਮੁੱਲ ਪੈ ਗਿਆ ਕਿਉਂਕਿ ਬਿੱਲ ਵਾਪਸ ਲੈਣੇ ਪਏ ਉਸ ਬੰਦੇ ਨੂੰ ਜਿਹਨੇ ਕਦੀ ਪਿੱਛੇ ਨੂੰ ਸਟੈਪ ਨਹੀਂ ਸੀ ਪੱਟਿਆ ਅੱਜ ਤੱਕ। ਜਿਹਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਉਹ ਇੱਕ ਵਾਰੀ ਸਟੈਪ ਲੈ ਲੈਂਦਾ ਉਹ ਕਦੀ ਪਿੱਛੇ ਨਹੀਂ ਹਟਦਾ, ਨਰਿੰਦਰ ਮੋਦੀ। ਤੇ ਉਹਨੂੰ ਕਿਹਾ ਜਾਂਦਾ ਉਹਦੀ ਇੰਨੇ ਇੰਚ ਦੀ ਛਾਤੀ ਆ ਜੀ, ਉਹਨੂੰ ਕੋਈ ਹਰਾ ਨਹੀਂ ਸਕਿਆ ਅੱਜ ਤੱਕ, ਨਾ ਹੀ ਕੋਈ ਹਰਾ ਸਕੂਗਾ। ਪਰ ਏਕੇ ਨੇ, ਯੂਨਿਟੀ ਨੇ ਹਰਾ ਕੇ ਦਿਖਾਇਆ। ਬਾਅਦ ਵਿੱਚ ਕ੍ਰੈਡਿਟ ਕਈ ਕਿਸਾਨ ਲੀਡਰਾਂ ਨੂੰ ਦਿੰਦੇ ਆ, ਕਈ ਕਿਸੇ ਇੱਕ ਜਥੇਬੰਦੀ ਨੂੰ ਦਿੰਦੇ ਆ, ਕੋਈ ਕਿਸੇ ਨੂੰ ਦਿੰਦਾ, ਕੋਈ ਕਿਸੇ ਨੂੰ ਦਿੰਦਾ। ਪਰ ਇਹ ਜਿਹੜਾ ਕ੍ਰੈਡਿਟ ਆ ਇਹ ਸਮੂਹ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਜਾਂਦਾ। ਉਸ ਤੋਂ ਬਾਅਦ ਸਮੂਹ ਭਾਰਤ ਵਾਸੀਆਂ ਨੂੰ ਜਿਹੜੇ ਨਾਲ ਤੁਰੇ। ਹਰਿਆਣਾ ਛੋਟਾ ਭਰਾ ਬਣ ਕੇ ਨਾਲ ਤੁਰਿਆ, ਰਾਜਸਥਾਨ ਨਾਲ ਤੁਰਿਆ, ਯੂਪੀ ਨਾਲ ਤੁਰਿਆ, ਮੱਧ ਪ੍ਰਦੇਸ਼ ਨਾਲ ਤੁਰਿਆ। ਜੇ ਇਹ ਸੂਬੇ ਨਾਲ ਨਾ ਤੁਰਦੇ ਤੇ ਹੋ ਸਕਦਾ ਕਿ ਮੋਦੀ ਸਟੈਪ ਵਾਪਸ ਨਾ ਲੈਂਦਾ। ਹਾਂ, ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ। ਉਹਦੇ ਕਰਕੇ ਜਿਹੜਾ ਪਿਛਲਾ ਸਾਲ ਆ ਉਹ ਸਿੱਖਾਂ ਵਾਸਤੇ, ਪੰਜਾਬੀਅਤ ਵਾਸਤੇ, ਪੰਜਾਬ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਬਹੁਤ ਚੜ੍ਹਦੀ ਕਲਾ ਵਾਲਾ ਰਿਹਾ। ਪਰ ਨਾਲ ਦੀ ਨਾਲ ਜਦੋਂ ਇਹ ਅੰਦੋਲਨ ਮੁੱਕਿਆ ਤੇ ਉੱਥੋਂ ਹੀ ਸਵਾਲ ਸ਼ੁਰੂ ਹੋ ਗਏ ਵੀ ਕੀ ਫਿਰ ਉਹੀ ਕੁਛ ਹੋਊਗਾ। ਹੁਣ ਇਲੈਕਸ਼ਨ ਆ ਗਈ ਆ, ਇਲੈਕਸ਼ਨ ਦੇ ਵਿੱਚ ਗਿਣਤੀ ਦੇ ਦਿਨ ਰਹਿ ਗਏ ਆ। ਚੋਣ ਜਾਬਤਾ ਲੱਗਣ ਦੇ ਵਿੱਚ ਜੇ ਡੇਟ ਸਹੀ ਆ ਤੇ 12 ਦਿਨ ਰਹਿ ਗਏ ਆ। ਕਹਿੰਦੇ 13 ਜਨਵਰੀ ਨੂੰ ਸ਼ਾਇਦ ਚੋਣ ਜਾਬਤਾ ਲੱਗ ਜਾਵੇ, ਸੋ 12 ਦਿਨ ਆ। ਤੇ ਕਿਸਾਨਾਂ ਕੋਲ ਵੀ, ਬਾਕੀਆਂ ਕੋਲ ਵੀ ਬਹੁਤ ਥੋੜ੍ਹਾ ਟਾਈਮ ਸੀ ਕਿਉਂਕਿ ਜਿੰਨਾ ਚਿਰ ਕਿਸਾਨੀ ਅੰਦੋਲਨ ਚੱਲਿਆ ਕੋਈ ਵੀ ਪੋਲੀਟਿਕਸ ਦੀ ਗੱਲ ਨਹੀਂ ਹੋਈ, ਨਾ ਹੀ ਕਿਸੇ ਸਟੇਜ ਤੋਂ ਕਰਨ ਦਿੱਤੀ।
ਤੇ ਇਹ ਵੀ ਸਾਰਿਆਂ ਨੂੰ ਪਤਾ ਸੀ ਕਿ ਜਿਹੜੇ ਉੱਥੇ ਜਾ ਕੇ ਲੜ ਰਹੇ ਆ, ਖੜੇ ਆ, ਉਹਨਾਂ ਦੇ ਵਿੱਚ ਪੋਲੀਟੀਸ਼ੀਅਨ ਵੀ ਬਹੁਤ ਆ ਜਿਹੜੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਆ। ਡਾਇਰੈਕਟ ਤੌਰ ਤੇ ਜਿਹੜੇ ਰਾਜਨੀਤਿਕ ਲੀਡਰ ਸੀ ਉਹਨਾਂ ਨੂੰ ਮਨਾ ਕੀਤਾ ਸੀ ਸਟੇਜ ਤੇ, ਪਰ ਇਹ ਕਿਸੇ ਨੂੰ ਨਹੀਂ ਸੀ ਕਿਹਾ ਵੀ ਜੇ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਆ ਤੁਸੀਂ ਇਸ ਮੋਰਚੇ 'ਚ ਨਹੀਂ ਆ ਸਕਦੇ। ਤੇ ਜਿਹੜੇ ਕਿਸੇ ਪਾਰਟੀ ਨਾਲ ਜੁੜੇ ਸੀ ਉਹ ਵੀ ਆਪਣੇ ਆਪਣੇ ਤੌਰ ਦੇ ਉੱਤੇ ਸਾਈਡ ਦੇ ਉੱਤੇ ਹਾਂ ਦਾ ਨਾਰਾ ਮਾਰਦੇ ਰਹੇ ਕਿਸਾਨਾਂ ਦੇ ਹੱਕਾਂ, ਜਿਹਦੇ ਕਰਕੇ ਇਹ ਜੰਗ ਜਿੱਤੀ ਗਈ। ਸੋ ਜੇ ਆਪਾਂ ਇਹ ਕਹਿ ਦਈਏ ਵੀ ਇਹਦੇ ਵਿੱਚ ਰਾਜਨੀਤੀ ਹੈ ਹੀ ਨਹੀਂ ਸੀ, ਰਾਜਨੀਤਿਕ ਲੀਡਰਾਂ ਦਾ ਜਾਂ ਪਾਰਟੀ ਦਾ ਜਾਂ ਬੰਦਿਆਂ ਦਾ ਕੋਈ ਹੱਥ ਹੀ ਨਹੀਂ ਸੀ, ਤੇ ਆਪਾਂ ਗਲਤ ਹੋਵਾਂਗੇ, ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਕਿਸੇ ਨਾ ਕਿਸੇ ਸੋਚ ਨਾਲ ਜੁੜਿਆ ਹੁੰਦਾ ਆ। ਜਿਹਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਅਧਿਕਾਰ ਵਰਤਣਾ ਚਾਹੀਦਾ, ਜੇ ਉਹ ਨਹੀਂ ਵਰਤਦਾ ਤਾਂ ਸਗੋਂ ਮਾੜੀ ਗੱਲ ਆ। ਸੋ ਜਦੋਂ ਉਹ ਵਾਪਸ ਆਏ ਤੇ ਇੱਕ ਗੱਲ ਉੱਠੀ ਕਿ ਇੱਕ ਆਪਣੀ ਪਾਰਟੀ ਹੋਣੀ ਚਾਹੀਦੀ ਕਿਸਾਨਾਂ ਦੀ। ਵੈਸੇ ਗੱਲ ਤਾਂ ਬਹੁਤ ਪਹਿਲਾਂ ਉੱਠ ਗਈ ਸੀ ਕਿ ਜੇ ਹੁਣ ਸਾਰਾ ਕੁਝ ਕਰਾ ਕੇ ਆ ਜਾਂਦੇ ਆ ਤੇ ਫਿਰ ਉਹ ਬਿੱਲ ਹੋ ਜਾਂਦੇ ਲਾਗੂ, ਫਿਰ ਜਾਵਾਂਗੇ ਅਸੀਂ ਉੱਥੇ ਬਾਰਡਰਾਂ ਤੇ। ਇਹ ਤਾਂ ਕੰਮ ਇੱਦਾਂ ਹੀ ਚੱਲਦਾ ਰਹੂਗਾ। ਜੇ ਕੋਈ ਚੇਂਜ ਲਿਆਉਣੀ ਆ, ਸਭ ਨੂੰ ਪਤਾ ਉਹ ਚਿੱਕੜ ਆ ਪੋਲਿਟਿਕਸ, ਪਰ ਉਹ ਚਿੱਕੜ ਦੇ ਵਿੱਚ ਉਤਰਨਾ ਪੈਣਾ, ਤਾਂ ਉਤਰੇ ਕੌਣ? ਹੁਣ ਪ੍ਰੋਬਲਮ ਇਹ ਸੀ ਵੀ ਉਸ ਚਿੱਕੜ 'ਚ ਬੜੇ ਕੌਣ ਤੇ ਲਿਬੜੇ ਕੌਣ। ਸੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਿਆਦਾ ਆਵਾਜ਼ ਉਠਾਈ ਉਹ ਸੀ ਡਾਕਟਰ ਸਵੈਮਾਨ ਸਿੰਘ, ਜਿਹੜੇ ਸਾਡੇ ਇੱਥੋਂ ਅਮਰੀਕਾ ਤੋਂ ਉੱਥੇ ਗਏ ਆ। ਉਹਨਾਂ ਨੇ 1 ਸਾਲ ਪੂਰਾ ਉੱਥੇ ਕਿਸਾਨੀ ਅੰਦੋਲਨ 'ਚ ਲਾਇਆ। ਉਹਨਾਂ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਸੇ ਨੂੰ, ਤੇ ਨਾ ਹੀ ਇਹ ਆ ਵੀ ਕਿਸੇ ਨੂੰ ਉਹਨਾਂ ਬਾਰੇ ਨਹੀਂ ਪਤਾ, ਹਰ ਕੋਈ ਬੰਦਾ ਜਾਣਦਾ ਆ ਉਹਨਾਂ ਦੇ। ਜੇ ਆਪਾਂ ਕਹੀਏ ਵੀ 99% ਜੇ ਬੰਦੇ ਹੱਕ 'ਚ ਲਿਖਦੇ ਆ, ਇੱਕ ਦਾ ਕੋਈ ਹੋਊਗਾ ਜਿਹੜਾ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਹਨਾਂ ਬਾਰੇ ਕੋਈ ਗਲਤ ਲਿਖੂਗਾ, ਨਹੀਂ ਤਾਂ ਭਾਵੇਂ ਉਹਨਾਂ ਦਾ ਵਿਰੋਧੀ ਵੀ ਆ ਉਹ ਵੀ ਹੱਕ 'ਚ ਹੀ ਬੋਲਦਾ ਆ। ਡਾਕਟਰ ਸਵੈਮਾਨ ਦੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ 1 ਸਾਲ ਦਿੱਤਾ ਉਹ ਵੀ ਡਾਕਟਰੀ ਕਿੱਤਾ ਛੱਡ ਕੇ। ਸੋ ਉਸ ਬੰਦੇ ਨੇ, ਉਸ ਇਨਸਾਨ ਨੇ ਗਾਂਹ ਹੋ ਕੇ ਸਟੈਪ ਲਿਆ ਵੀ ਕੋਈ ਆਪਣੀ ਪਾਰਟੀ ਬਣਾਓ। ਤੁਹਾਨੂੰ ਪਤਾ ਬਹੁਤ ਦੇਰ ਤੋਂ ਉਹ ਇਹ ਗੱਲ ਕਰ ਰਹੇ ਸੀ ਵੀ ਭਾਈ ਮੈਂ ਅਮਰੀਕਾ ਤਾਂ ਜਾਣਾ, ਕੁਛ ਇੱਥੇ ਕਰਕੇ ਜਾਓ, ਸਾਡੇ ਕੋਲ ਨਹੀਂ ਵਾਪਸ ਬਾਰ-ਬਾਰ ਆਇਆ ਜਾਂਦਾ, ਨਾ ਹੀ ਕਿੰਨੀ ਵਾਰੀ ਅਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੀ ਜਾਵਾਂਗੇ, ਕੋਈ ਆਪਣੀ ਪਾਰਟੀ ਬਣਾਓ। ਸੋ ਅੱਜ ਸਾਡੀ ਕੋਸ਼ਿਸ਼ ਆ ਵੀ ਉਹਨਾਂ ਨਾਲ ਆਪਣੀ ਗੱਲਬਾਤ ਹੋਵੇ। ਉਹ ਕਿਉਂਕਿ ਨਵੀਂ ਪਾਰਟੀ ਆ, ਤੁਹਾਨੂੰ ਦੱਸਿਆ 12 ਦਿਨ ਆ, ਰਾਤ ਦੇਰ ਤੱਕ ਮੀਟਿੰਗਾਂ ਚੱਲਦੀਆਂ। ਹੁਣ ਵੀ ਉਹ ਮੀਟਿੰਗ 'ਚ ਆ, ਪਰ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਮੀਟਿੰਗ ਵਿੱਚੋਂ ਮੈਂ ਟਾਈਮ ਕੱਢੂੰਗਾ। ਉਹਨਾਂ ਦੀ ਖਾਸ ਕਿਸੇ ਬੰਦੇ ਨਾਲ ਮੀਟਿੰਗ ਹੋ ਰਹੀ ਹੈ ਇਸ ਟਾਈਮ, ਤੇ ਗੁਰਦੁਆਰੇ ਦੇ ਵਿੱਚ ਆ ਮੀਟਿੰਗ, ਤੇ ਉੱਥੋਂ ਹੀ ਆਪਾਂ ਲਾਈਵ ਹੋਵਾਂਗੇ ਥੋੜ੍ਹੀ ਦੇਰ ਦੇ ਵਿੱਚ। ਜਿੰਨਾ ਚਿਰ ਉਹ ਨਹੀਂ ਆਉਂਦੇ ਆਪਾਂ ਉਹਨਾਂ ਚਿਰ ਆਪਣੀ ਗੱਲਬਾਤ ਜਾਰੀ ਕਰਾਂਗੇ। ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੋ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਡਾਇਲ ਕਰਕੇ ਦੇਖਦਾ। ਹਾਂਜੀ ਬਿਲਕੁਲ ਜੀ, ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤਿ ਟੀਵੀ, ਪਿਓਰ ਪੰਜਾਬੀ, ਸਾਂਝੀ ਸੋਚ ਟੀਵੀ, ਦੇਸੀ ਚੈਨਲ ਤੇ ਲਾਈਵ ਦੇਖ ਰਹੇ ਆ, ਉਹਨਾਂ ਦਾ ਵੀ ਜੀ ਆਇਆਂ। ਜਿਹੜੇ ਸਰੋਤੇ ਸਾਨੂੰ ਐਜ਼ ਏ ਐਪ ਸੁਣਦੇ ਆ, ਜਿਹੜੇ ਸਾਨੂੰ ਫੇਸਬੁੱਕ ਗੁਰਮਤਿ ਟੀਵੀ, ਸੱਚ ਦੀ ਖੋਜ, ਦੇਸੀ ਚੈਨਲ ਫੇਸਬੁੱਕ ਪੇਜ ਤੇ ਦਿਖਦੇ ਆ, ਉਹਨਾਂ ਦਾ ਵੀ ਜੀ ਆਇਆਂ। ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ 19 ਪੋਹ 553 ਸੰਮਤ ਆ। ਸੋ ਅੱਜ ਜਿਹੜਾ ਮੇਨ ਤਾਂ ਪਹਿਲਾਂ ਜਿੱਦਾਂ ਭਾਜੀ ਨੇ ਕਿਹਾ ਵੀ ਜਿਹੜਾ ਰੈਗੂਲਰ ਵਰਲਡ ਦੇ ਵਿੱਚ ਜਿਹੜਾ ਕੈਲੰਡਰ ਲੱਗਾ ਆ ਉਹਦੇ ਮੁਤਾਬਕ ਨਵਾਂ ਸਾਲ ਆ। ਸੋ ਹਰ ਬੰਦਾ WhatsApp ਤੇ Facebook ਤੇ ਵਧਾਈਆਂ ਦੇ ਰਿਹਾ ਆ, ਨਵੇਂ ਸਾਲ ਦੀਆਂ ਫੋਨ ਕਾਲ ਤੇ ਵੀ ਦੇ ਰਿਹਾ। ਸੋ ਪਹਿਲਾਂ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ, ਜਿਹੜਾ ਕਿ ਰਵਾਇਤੀ ਆਪਾਂ ਹਰ ਇੱਕ ਨੂੰ ਕਹਿੰਦੇ ਆ ਵੀ ਨਵਾਂ ਸਾਲ ਮੁਬਾਰਕ, ਹੈਪੀ ਨਿਊ ਈਅਰ ਸਾਰਿਆਂ ਨੂੰ। ਸਿੱਖਾਂ ਵਾਸਤੇ ਨਵਾਂ ਸਾਲ ਹਰ ਰੋਜ਼ ਹੀ ਆ। ਧਾਰਮਿਕ ਤੌਰ ਤੇ, ਸਿੱਖੀ ਤੌਰ ਤੇ ਐਵਰੀ ਡੇ ਇਜ਼ ਨਿਊ ਡੇ, ਤੇ ਨਵਾਂ ਰੋਜ਼ ਹੀ ਨਵਾਂ ਸਾਲ ਹੈ ਤੁਹਾਡਾ। ਜਿੱਦਣ ਤੁਸੀਂ ਆਪਣੇ ਕੰਮਕਾਰ ਦੇ ਵਿੱਚ ਆਪਣੇ ਕੰਮਕਾਰ ਦੇ ਵਿੱਚ ਆਪਣੀ ਸੋਚ ਦੇ ਵਿੱਚ ਤਬਦੀਲੀ ਲਿਆਉਣ ਦੀ, ਉਦੋਂ ਤੁਹਾਡੇ ਲਈ ਰੋਜ਼ ਨਵਾਂ ਸਾਲ ਹੈ। ਸਿੱਖਾਂ ਦੇ ਵਿੱਚ ਦਿਨ ਤਿਉਹਾਰ ਜਾਂ ਕਿਸੇ ਦਿਨ ਨੂੰ ਕੋਈ ਤਰਜੀਹ ਨਹੀਂ ਦਿੱਤੀ, ਬਹੁਤ ਜ਼ਿਆਦਾ ਉੱਤੇ ਐਂਫਸਾਈਜ਼ ਨਹੀਂ ਕੀਤਾ, ਬਹੁਤ ਜ਼ਿਆਦਾ ਗਹਿਰਾਈ ਨਾਲ ਨਹੀਂ ਕਿਹਾ ਵੀ ਆਹ ਹੀ ਦਿਨ ਪਵਿੱਤਰ ਹੈ ਜਾਂ ਆਹ ਦਿਨ ਵਧੀਆ ਆ। ਸੋ ਸਿੱਖੀ ਦੇ ਵਿੱਚ ਹਰ ਦਿਨ ਜਿਹੜਾ ਆ ਉਹ ਵਧੀਆ ਆ, ਹਰ ਦਿਨ ਪਵਿੱਤਰ ਆ। ਜਿੱਦਣ ਤੁਹਾਨੂੰ ਉਸ ਰੱਬ ਦੇ ਗੁਣ ਚੇਤੇ ਆਉਂਦੇ ਆ, ਤੁਸੀਂ ਆਪਣੇ ਜੀਵਨ 'ਚ ਧਾਰ ਕਰਦੇ ਆ, ਉਹੋ ਹੀ ਤੁਹਾਡੇ ਵਾਸਤੇ ਉਦਣ ਦਾ ਹੀ ਨਵਾਂ ਸਾਲ ਆ। ਜਿੱਦਣ ਤੁਸੀਂ ਆਪਣੇ ਚੰਗੇ ਕਰਮ ਕਰਨੇ ਸ਼ੁਰੂ ਕਰਦੇ ਆ, ਉਦਣ ਹੀ ਤੁਹਾਡੇ ਵਾਸਤੇ ਨਵਾਂ ਸਾਲ ਆ। ਪਰ ਲੋਕ ਬਣਾਉਂਦੇ ਆ ਨਵਾਂ ਸਾਲ। ਸੋ ਆਪਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਗੱਲ ਆ ਗਈ ਆ ਰਾਜਨੀਤੀ ਤੇ, ਆਪਾਂ ਕਰਾਂਗੇ ਗੱਲ ਅੱਜ ਰਾਜਨੀਤੀ ਤੇ। ਕੋਸ਼ਿਸ਼ ਕਰ ਰਹੇ ਆ ਭਾਜੀ ਵੀ ਡਾਕਟਰ ਸਵੈਮਾਨ ਨੂੰ ਨਾਲ ਲੈ ਕੇ ਆਂਦਾ ਜਾਵੇ। ਆਮ ਖੁੱਡ ਚਰਚਾ ਚੱਲਦੀ ਆ ਵੀ ਕਿਸਾਨ ਅੰਦੋਲਨ ਜਦੋਂ ਖਤਮ ਹੋਇਆ, ਖਤਮ ਹੋਣ ਤੋਂ ਪਹਿਲਾਂ ਹੀ ਹਰ ਜਿਹੜਾ ਪੱਤਰਕਾਰ ਸੀ ਉਹ ਮਾਈਕ ਫੜ ਕੇ ਕਿਸਾਨਾਂ ਦੇ ਮੂੰਹ ਦੇ ਵਿੱਚ ਤੁੰਨ ਦਿੰਦਾ ਸੀ ਵੀ ਤੁਸੀਂ ਇਲੈਕਸ਼ਨ ਲੜੋਗੇ ਕਿ ਨਹੀਂ ਲੜੋਗੇ।
ਕਈ ਵਾਰ ਔਨ 에ਅਰ ਪ੍ਰੋ ਪੰਜਾਬ ਕਈ ਐਸੇ ਚੈਨਲ ਹੈ ਜਿਨ੍ਹਾਂ ਨੇ ਪੋਸਟਰ ਪਾਏ ਕਿ ਅਗਲਾ ਮੁੱਖ ਮੰਤਰੀ ਦਾ ਚਿਹਰਾ ਬਲਵੀਰ ਸਿੰਘ ਰਾਜੇਵਾਲ ਹੋਊਗਾ ਕਿ ਨਹੀਂ ਹੋਊਗਾ। ਸੋ ਇਦਾਂ ਦੀ ਚਰਚਾ ਈਵਨ ਅੰਦੋਲਨ ਜਿੱਤਣ ਤੋਂ ਪਹਿਲਾਂ ਦੀ ਚੱਲ ਰਹੀ ਆ। ਪਰ ਅੰਦੋਲਨ ਵਿੱਚ ਜਿੰਨੇ ਵੀ ਕਿਸਾਨ ਆਗੂ ਸੀ, ਹਰ ਇੱਕ ਨੇ ਕਿਹਾ ਵੀ ਅਸੀਂ ਰਾਜਨੀਤੀ ਦੀ ਗੱਲ ਇੱਥੇ ਹਲੇ ਨਹੀਂ ਕਰਨੀ, ਕੋਈ ਪਾਰਟੀ ਬਣਾਉਣ ਦੀ ਗੱਲ ਨਹੀਂ ਕਰਨੀ। ਸਾਡਾ ਮਕਸਦ ਇੱਥੇ 3 ਕਾਨੂੰਨ ਰੱਦ ਕਰਾਉਣ ਆਏ ਆ ਤੇ 3 ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਸੋ ਬਹੁਤ ਸਾਰੇ ਚੈਨਲਾਂ ਦੇ ਵੀ ਇਹ ਜ਼ੋਰ ਲੱਗਾ ਸੀ ਵੀ ਹੁਣੇ ਇੱਥੋਂ ਅਨਾਉਂਸਮੈਂਟ ਸ਼ੁਰੂ ਹੋ ਜਾਏ ਜੀ ਅਸੀਂ ਪਾਰਟੀ ਬਣਾਉਣੀ ਆ, ਅਸੀਂ ਇਲੈਕਸ਼ਨ 'ਚ ਖੜਨਾ ਆ। ਉਹਦੇ ਨਾਲ ਜਿਹੜਾ ਆ ਵੀ ਮੋਰਚੇ ਨੂੰ ਢਾਹ ਲੱਗ ਸਕੇ, ਮੋਰਚਾ ਜਿਹੜਾ ਡਿਵਾਈਡਡ ਹੋ ਜਾਏ। ਪਰ ਲੀਡਰਾਂ ਦੀ ਸੂਝਵਾਨੀ ਦੇ ਨਾਲ ਇਹ ਕੰਮ ਨਹੀਂ ਹੋ ਸਕਿਆ। ਹੁਣ ਜਦੋਂ ਇਹ ਸਾਡੇ ਭਰਾ, ਸਾਡੇ ਬਜ਼ੁਰਗ ਘਰਾਂ ਨੂੰ ਲੌਟ ਆਏ, ਸਾਡੇ ਜਿਹੜੇ ਲੀਡਰ ਸਾਹਿਬਾਨ ਆ, ਉਹਨਾਂ ਨੇ ਸੋਚਿਆ ਕਿ ਕਿਉਂ ਨਾ ਸੰਯੁਕਤ ਜਿਹੜਾ ਸਮਾਜ ਮੋਰਚਾ ਇਹਦਾ ਗਠਨ ਕੀਤਾ ਜਾਏ, ਕਿਸਾਨਾਂ ਦੀ ਪਾਰਟੀ ਬਣਾਈ ਜਾਏ। ਸੋ ਜਦੋਂ ਹਲੇ ਪਾਰਟੀ ਨਹੀਂ ਬਣੀ ਸੀ, ਸਾਡੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਸੀ, ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਪੰਜਾਬ ਵਾਸਤੇ। ਇੱਦਾਂ ਜਾ ਕੇ ਘਰ ਜਾ ਕੇ ਹੱਥ ਤੇ ਹੱਥ ਰੱਖ ਕੇ ਨਹੀਂ ਬਹਿ ਜਾਣਾ ਚਾਹੀਦਾ। ਫਿਰ ਕੀ ਆਪਾਂ ਹਰ ਵਾਰ ਇੱਦਾਂ ਡੰਡੇ ਖਾ ਕੇ, ਛਿੱਤਰ ਖਾ ਕੇ ਹੀ ਆਪਾਂ ਕਾਨੂੰਨ ਵਾਪਸ ਕਰਾਵਾਂਗੇ? ਅਗਲਾ ਸਵਾਲ ਕਈਆਂ ਦਾ ਇਹ ਉੱਠਦਾ ਸੀਗਾ ਵੀ ਜੇ ਹਰ ਵਾਰ, ਮੇਰਾ ਖਿਆਲ ਹੈ ਵੀ ਕਾਫੀ ਚਾਹੇ ਤੋਮਰ ਆ ਚਾਹੇ ਹੋਰ ਕਈ ਲੀਡਰਾਂ ਦੇ ਇਹ ਸਪੀਚਾਂ ਵੀ ਸੀ, ਜੇ ਇਹ ਕਾਨੂੰਨ ਰੱਦ ਕਰਨਾ ਚਾਹੁੰਦੇ ਆ ਕਿਉਂ ਨਾ ਇਹ ਪਾਰਲੀਮੈਂਟ ਵਿੱਚ ਆਉਣ, ਕਿਉਂਕਿ ਪਾਰਲੀਮੈਂਟ ਕਾਨੂੰਨ ਬਣੇ ਆ, ਕਿਸਾਨ ਇਲੈਕਸ਼ਨ ਲੜ ਕੇ ਪਾਰਲੀਮੈਂਟ 'ਚ ਆਉਣ ਤੇ ਜੋ ਇਹਨਾਂ ਨੇ ਚੇਂਜਸ ਕਰਨੀਆਂ ਉਹ ਚੇਂਜਸ ਕਰਾਉਣ। ਸੋ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਆਮ ਆਪਸ ਵਿੱਚ ਚੱਲਦੀਆਂ ਰਹੀਆਂ। ਹੁਣ ਆ ਗਈ ਸਾਡੇ ਉੱਪਰ ਪੰਜਾਬੀਆਂ ਦੇ ਉੱਪਰ। ਆਪਾਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਇੱਕ ਪਾਸੇ ਕਰਕੇ। ਪੰਜਾਬ ਦੇ ਵਿੱਚ ਸਾਨੂੰ ਇਹ ਪਤਾ ਕਿ ਅਕਾਲੀ ਦਲ ਜਿਹੜੀ ਪੁਰਾਣੀ ਪਾਰਟੀ ਆ, ਜਾਂ ਕਾਂਗਰਸ ਆ, ਜਾਂ BSP ਆ, ਇਹਨਾਂ ਸਾਰੀਆਂ ਪਾਰਟੀਆਂ ਦਾ ਦੇਖ ਲਓ ਤੁਸੀਂ ਹਾਲ ਕੀ ਆ। ਹਰ ਪਾਰਟੀ ਦੇ ਵਿੱਚੋਂ ਜੰਪਿੰਗ ਜੈਕਸ ਜਿੱਦਾਂ ਹੁੰਦੇ ਨਾ, ਇੱਧਰੋਂ ਜੰਪ ਕਰਕੇ ਇੱਧਰੋਂ। ਹੁਣ ਪਿੱਛੇ ਜੇ ਆਪਾਂ ਦੇਖਿਆ ਜਿਹੜਾ ਬਾਜਵਾ ਆ, ਫਤਿਹ ਜੰਗ ਸਿੰਘ ਬਾਜਵਾ, ਉਹ ਭਾਜਪਾ ਚਲਾ ਗਿਆ। ਕਈ ਅਕਾਲੀਆਂ ਤੋਂ ਸਰਬਜੀਤ ਸਿੰਘ ਮੱਕੜ ਭਾਜਪਾ ਚਲਾ ਗਿਆ। ਭਾਜਪਾ ਦੇ ਵਿੱਚ ਕਾਫੀ ਲੋਕ ਜਾ ਰਹੇ ਆ, ਇਹ ਉਹੋ ਹੀ ਭਾਜਪਾ ਆ ਜਿਨ੍ਹਾਂ ਕਰਕੇ 700 ਤੋਂ ਉੱਪਰ ਕਿਸਾਨ ਸਾਡੇ ਜਿਹੜੇ ਆ ਉਹ ਸੜਕਾਂ ਤੇ ਰੁਲੇ ਆ, ਸ਼ਹੀਦ ਹੋਏ ਆ। ਸਾਲ ਤੋਂ ਉੱਪਰ ਅਸੀਂ ਆਪਣੇ ਬਜ਼ੁਰਗਾਂ ਨੂੰ, ਅਸੀਂ ਆਪਣੀਆਂ ਮਾਤਾਵਾਂ ਨੂੰ, ਅਸੀਂ ਆਪਣੀਆਂ ਭੈਣਾਂ ਨੂੰ ਉੱਥੇ ਠੰਡ, ਗਰਮੀ, ਮੀਂਹ, ਹਨੇਰੀ ਦੇ ਵਿੱਚ ਦੇਖਿਆ। ਪਰ ਲੋਕਾਂ ਦਾ ਜਿਹੜਾ ਸਿਸਟਮ ਹੈ ਉਹ ਸਾਨੂੰ ਸਮਝ ਨਹੀਂ ਆਉਂਦਾ। ਹੁਣ ਸਾਡੇ ਹੀ ਕਈ ਭਰਾ ਜਿਹੜੇ ਕਹਿੰਦੇ ਆ ਵੀ ਇਹਨਾਂ ਨੂੰ ਖੜਨਾ ਨਹੀਂ ਚਾਹੀਦਾ ਸੀ ਜੀ। ਬਲਵੀਰ ਸਿੰਘ ਰਾਜੇਵਾਲ ਦਾ ਰੁਤਬਾ ਇੰਨਾ ਉੱਚਾ ਹੋ ਗਿਆ, ਹੁਣ ਉਹਨਾਂ ਨੂੰ ਰਿਟਾਇਰਮੈਂਟ ਲੈ ਕੇ ਘਰ ਬਹਿ ਜਾਣਾ ਚਾਹੀਦਾ ਆ। ਹੁਣ ਮੈਨੂੰ ਇਹ ਦੱਸੋ ਵੀ ਜਿਹੜਾ ਬੰਦਾ ਕੋਈ ਚੰਗੇ ਕੰਮ, ਸਮਾਜ ਸੇਵੀ ਕੰਮ ਕਰਦਾ ਹੋਵੇ, ਉਹ ਕਹੇ ਜੀ ਹੁਣ ਤੁਸੀਂ ਬਹੁਤ ਸਮਾਜ ਸੇਵੀ ਕਰ ਲਈ, ਹੁਣ ਤੁਸੀਂ ਰਿਟਾਇਰਮੈਂਟ ਲੈ ਲਓ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਪੰਜਾਬ ਦੇ ਵਿੱਚ ਸੁਧਾਰ ਚਾਹੀਦਾ ਆ, ਅਸੀਂ ਸੁਧਾਰਨਾ ਆ, ਅਸੀਂ ਚੰਗਾ ਸਿਸਟਮ ਲੈ ਕੇ ਆਉਣਾ। ਚੰਗੇ ਸਿਸਟਮ ਵਾਸਤੇ ਵੀਰੋ ਤੁਹਾਨੂੰ ਸਿਸਟਮ ਦੇ ਵਿੱਚ ਵੜਨਾ ਪੈਣਾ ਆ। ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਆਪਾਂ, ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਆ ਕਰਪਸ਼ਨ ਵੱਧ ਗਈ ਆ। 328 ਸਰੂਪਾਂ ਦਾ ਤੁਹਾਨੂੰ ਕੋਈ ਹਿਸਾਬ ਨਹੀਂ ਦੇ ਰਿਹਾ। ਇਹਦਾ ਮਤਲਬ ਕਿ ਕਰਪਸ਼ਨ ਟੂ ਕਰਪਸ਼ਨ ਵੱਧ ਗਈ ਆ। ਈਵਨ ਜਿਹੜੇ ਕੀਰਤਨੀਏ ਤੱਕ ਜਿਹੜੇ ਉੱਥੇ ਰੱਖੇ ਜਾਂਦੇ ਆ, ਉਹ ਵੀ ਸਿਫਾਰਿਸ਼ ਨਾਲ ਜਿਹੜਾ ਪੈਸਾ ਦਿੰਦਾ ਆ। ਜਿਹੜੇ ਦਰਬਾਰ ਸਾਹਿਬ, ਜਿਹਨੂੰ ਆਪਾਂ ਹਜ਼ੂਰੀ ਰਾਖੀ ਕਹਿੰਦੇ ਆ, ਉਹ ਵੀ ਪੈਸੇ ਦੇ ਕੇ। ਭਾਈ ਨਿਰਮਲ ਸਿੰਘ ਨੇ ਕਿਹਾ ਸੀਗਾ ਵੀ ਜਿਹੜੇ ਕੀਰਤਨੀਆਂ ਨੂੰ ਅਸੀਂ ਪਾਸ ਕੀਤਾ, ਟੈਸਟ ਲਿਆ ਉਹਨਾਂ ਦਾ, ਉਹ ਤਾਂ ਰੱਖੇ ਨਹੀਂ ਗਏ। ਜਿਨ੍ਹਾਂ ਨੂੰ ਅਸੀਂ ਫੇਲ ਕੀਤਾ ਉਹ ਜਿਹੜੇ ਆ ਰੱਖੇ ਗਏ। ਇਹਦਾ ਮਤਲਬ ਕਿ ਉੱਥੇ ਵੀ ਰਿਸ਼ਵਤ ਚੱਲਦੀ ਆ। ਹੁਣ ਜੇ ਇਹ ਰਿਸ਼ਵਤ ਆ, ਇਹ ਸਾਰਾ ਕੁਝ ਨੂੰ ਕੱਢਣਾ ਸਾਨੂੰ ਸੋਚ ਬਦਲਣੀ ਪੈਣੀ ਆ। ਹੁਣ ਜਿਹੜੇ ਵੀਰ ਇਹ ਕਹਿੰਦੇ ਆ ਵੀ ਨਹੀਂ ਜੀ ਆਮ ਆਦਮੀ ਦਾ ਨੁਕਸਾਨ ਹੋ ਜਾਊਗਾ ਜੀ ਇਹਦੇ ਵਿੱਚ, ਇਹਦਾ ਮਤਲਬ ਕਿ ਆਮ ਆਦਮੀ ਨੂੰ ਤਾਂ ਅਸੀਂ ਪੂਰਾ ਮੌਕਾ ਦਿੱਤਾ ਸੀ, ਉਹ ਤਾਂ ਸਾਨੂੰ ਇੱਕ ਚੀਫ ਮਿਨਿਸਟਰ ਤੱਕ ਦਾ ਚਿਹਰਾ ਨਹੀਂ ਦੇ ਸਕੇ। ਅਕਾਲੀਆਂ ਨੂੰ ਅਸੀਂ ਦੇਖ ਲਿਆ, ਜਿੰਨੀ ਵਾਰ ਵੀ ਅਕਾਲੀਆਂ ਦੀ ਸਰਕਾਰ ਆਈ ਆ, ਸਾਹੀ ਗੋਲੀਆਂ ਨਾਲ ਬਿੰਨੇ ਗਏ ਆ। ਮੈਨੂੰ ਦੱਸੋ ਕਿਹੜੀ ਸਰਕਾਰ ਜਦੋਂ 5 ਸਾਲ ਅਕਾਲੀਆਂ ਨੇ ਰਾਜ ਕੀਤਾ ਉਹਦੇ ਵਿੱਚ ਸਿੱਖਾਂ ਨੂੰ ਗੋਲੀ ਨਹੀਂ ਮਾਰੀ ਗਈ? ਉਹਨਾਂ 5 ਸਾਲਾਂ ਦੇ ਵਿੱਚ ਹਮੇਸ਼ਾ ਸਿੱਖ ਹੀ ਮਾਰੇ ਜਾਂਦੇ ਆ। ਹੋਰ ਜਿਹੜੀ ਮਰਜ਼ੀ ਤਬਕਾ ਆ ਕੇ ਉੱਥੇ ਵਿਦਰੋਹ ਕਰ ਲਵੇ। ਜਦੋਂ ਉਹ ਘਟਨਾ ਬੱਲਾਂ ਵਾਲੀ ਪਤਾ ਆ, ਬਾਬੇ ਦਾ ਗੋਲੀ ਮਾਰ ਦਿੱਤੀ ਗਈ ਇੱਥੇ ਬਿਆਨਾ ਦੇ ਵਿੱਚ,
ਤੇ ਸਾਰਾ ਪੰਜਾਬ, ਸਾਰਾ ਜਲੰਧਰ ਸਾੜ ਕੇ ਫੂਕ ਕਰ ਦਿੱਤਾ। ਖੜੀਆਂ ਟ੍ਰੇਨਾਂ, ਰੇਲ ਗੱਡੀਆਂ ਸਟੇਸ਼ਨਾਂ ਤੇ ਲੂਹ ਦਿੱਤੀਆਂ। ਇੱਕ ਵੀ ਗੋਲੀ ਚੱਲੀ, ਇੱਕ ਵੀ ਬੰਦਾ ਮਰਿਆ ਨਹੀਂ। ਪਰ ਜੇ ਅਸੀਂ ਅਸੂਤੋਸ਼ ਦਾ ਭਨਿਆਰੇ ਅਸੂਤੋਸ਼ ਦਾ ਜੇ ਵਿਰੋਧ ਕਰਨ ਜਾਂਦੇ ਆ, ਉੱਥੇ ਸਾਨੂੰ ਗੋਲੀਆਂ ਵੱਜਦੀਆਂ। ਜੇ ਰਾਮ ਰਹੀਮ ਦੀ ਗੱਲ ਕਰਦੇ ਉੱਤੇ, ਜੇ ਅਸੀਂ ਬਰਗਾੜੀ ਦਾ ਮੋਰਚਾ ਲਾਉਨੇ ਉੱਤੇ ਸਾਨੂੰ ਗੋਲੀਆਂ ਵੱਜਦੀਆਂ। ਹੁਣ ਮੈਨੂੰ ਸਮਝ ਨਹੀਂ ਆ ਰਹੀ। ਹਾਂ, ਉਹ ਇਦਾਂ ਕਰਦੇ ਆ। ਕਾਂਗਰਸ ਵਾਲੇ ਜਿੱਦਾਂ ਆਪਾਂ ਨੂੰ ਦੇਖਿਆ ਵੀ ਉਹ ਲਾਠੀ ਭਰਾਉਂਦੇ ਆ, ਉਹਨਾਂ ਦੇ ਰਾਜ ਦੇ ਵਿੱਚ ਇਹ ਤਾਂ ਨਹੀਂ ਹੋਇਆ ਕਿ ਸਾਡੇ ਕਿਸੇ ਬੰਦੇ ਨੂੰ ਗੋਲੀ ਵੱਜੀ, ਪਰ ਲਾਠੀਆਂ ਜ਼ਰੂਰ ਸਾਨੂੰ ਮਾਰਦੇ ਆ। ਰਹਿ ਗਏ ਆਪ ਹਲੇ ਆਈ ਨਹੀਂ ਸੱਤਾ ਦੇ ਵਿੱਚ। ਸੋ ਸਾਨੂੰ ਕਿਤੇ ਨਾ ਕਿਤੇ ਆਪਣਾ ਮਾਈਂਡ ਸੈਟ ਜਿਹੜਾ ਆ ਉਹ ਬਣਾਉਣਾ ਪੈਣਾ। ਜੇ ਅਸੀਂ ਮਾਈਂਡ ਸੈਟ ਨਹੀਂ ਬਣਾਵਾਂਗੇ, ਫਿਰ ਮੈਨੂੰ ਦੱਸੋ ਵੀ ਵੋਟ ਕਿਹਨੂੰ ਪਾਉਣੀ ਆ। ਜਿਹੜਾ ਵੀ ਕੋਈ ਸੁਹਿਰਦਵੀਰ ਕਹਿੰਦਾ ਆ ਵੀ ਕਿਸਾਨਾਂ ਨੂੰ ਆਪਣਾ ਮੋਰਚਾ ਨਹੀਂ ਕਰਨਾ ਚਾਹੀਦਾ ਸੀ ਜੀ, ਕਈ ਕਹਿੰਦੇ ਜੀ ਕਾਂਗਰਸ ਦਾ ਨੁਕਸਾਨ ਕਰ ਦੇਣਗੇ, ਕੋਈ ਕਹਿੰਦੇ ਜੀ ਅਕਾਲੀਆਂ ਦਾ ਨੁਕਸਾਨ ਕਰ ਦੇਣਗੇ, ਕੋਈ ਕਹਿੰਦਾ ਜੀ ਆਮ ਆਦਮੀ ਦਾ ਪਾਰਟੀ। ਮਤਲਬ ਫਿਰ ਅਸੀਂ ਚਾਹੁੰਦੇ ਕੀ ਆ? ਇਹਨਾਂ ਪਾਰਟੀਆਂ ਕਰਕੇ ਹੀ ਤਾਂ 700-800 ਬੰਦਾ ਸ਼ਹੀਦ ਹੋਇਆ ਸੜਕਾਂ ਤੇ। ਇਹਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਕਿੰਨੇ ਵਿਦਰੋਹ ਕੀਤੇ ਆ। ਇਹ ਤਿੰਨੇ ਪਾਰਟੀਆਂ ਲਾ ਲਓ, ਚਾਹੇ ਆਪ ਲਾ ਲਓ, ਚਾਹੇ ਕਾਂਗਰਸ ਲਾ ਲਓ, ਚਾਹੇ ਅਕਾਲੀ ਲਾ ਲਓ, ਇਹਨਾਂ ਨੇ ਪੰਜਾਬ ਦੇ ਵਿੱਚ ਕਿੰਨੇ ਵਾਰ ਆਵਾਜ਼ ਉਠਾਈ ਆ ਵੀ ਕਿਸਾਨਾਂ ਦੇ ਜਿਹੜੇ ਬਿੱਲ ਰੱਦ ਹੋਣੇ ਚਾਹੀਦੇ ਆ। ਹਾਂ, ਜਾ ਕੇ ਉਹਦਾ ਫਾਇਦਾ, ਰਾਜਨੀਤਿਕ ਫਾਇਦਾ ਲੈ ਕੇ ਜਾ ਕੇ ਉੱਥੇ ਜ਼ਰੂਰ ਕੋਸ਼ਿਸ਼ ਕੀਤੀ ਆ। ਹਾਂਜੀ ਵੀਰਪਿੰਦਰ ਸਿੰਘ ਜੀ, ਮੇਰੀ ਗੱਲ ਲੰਮੀ ਹੋ ਗਈ। ਤੁਸੀਂ ਬਿਲਕੁਲ ਜੀ, ਮੇਰੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ, ਤੇ ਉਹ ਜਿਵੇਂ ਮੈਂ ਕਿਹਾ ਵੀ ਇੱਕ ਬਹੁਤ ਜ਼ਰੂਰੀ ਮੀਟਿੰਗ ਆ, ਕਿਉਂਕਿ ਆਪਣੇ ਪ੍ਰੋਗਰਾਮ ਨਾਲੋਂ ਵੀ ਉਹ ਜ਼ਰੂਰੀ ਮੀਟਿੰਗ ਆ। ਕਿਉਂਕਿ ਜਿਹੜੀ ਆਪਾਂ ਗੱਲ ਕਰ ਰਹੇ ਆ ਨਾ ਵੀ ਸਾਰੇ ਸੁਹਿਰਦ ਲੋਕਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ, ਤੇ ਉਹਦੇ ਵਿੱਚੋਂ ਹੀ ਆ ਇੱਕ ਮੀਟਿੰਗ ਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਆਮ ਤੌਰ ਦੇ ਉੱਤੇ। ਹੁਣ ਮੈਂ ਹਾਲੇ ਜਿੰਨਾ ਚਿਰ ਮੀਟਿੰਗ ਖਤਮ ਨਹੀਂ ਹੁੰਦੀ, ਜਿੰਨਾ ਚਿਰ ਪੂਰੀ ਗੱਲ ਫਿਨਿਸ਼ ਨਹੀਂ ਹੁੰਦੀ, ਮੈਂ ਗੱਲ ਨਹੀਂ ਕਰ ਸਕਦਾ ਵੀ ਕਿਹਦੇ ਨਾਲ ਮੀਟਿੰਗ ਆ ਤੇ ਕਿਉਂ ਆ। ਤੇ ਉਹ ਆਪਾਂ ਚਾਹੁੰਦੇ ਆ ਵੀ ਸਾਰੇ ਇਕੱਠੇ ਹੋ ਕੇ ਲੜਨ ਪੰਜਾਬ ਵਾਸਤੇ, ਸਾਰੇ ਇਕੱਠੇ ਹੋ ਕੇ ਖੜਨ। ਜਿਵੇਂ ਮੈਂ ਪਹਿਲਾਂ ਕਿਹਾ ਵੀ ਸਮਾਂ ਬਹੁਤ ਘੱਟ ਆ, ਸਮਾਂ ਘੱਟ ਹੋਣ ਕਰਕੇ ਸਾਰਾ ਕੁਝ ਫਟਾਫਟ ਕਰਨਾ ਪੈ ਰਿਹਾ ਆ। ਕੱਲ੍ਹ ਤੱਕ ਆਪਣਾ ਪੂਰਾ ਸਕੈਜੂਲ ਸੀਗਾ ਇਸ ਦਾ, ਪਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ ਆਪਣੇ ਉੱਥੇ ਕੰਮ ਜ਼ਰੂਰੀ ਆ ਉਹ ਪਹਿਲਾਂ ਹੋਣੇ ਚਾਹੀਦੇ ਆ। ਪ੍ਰੋਗਰਾਮ ਦੀ ਕੋਈ ਗੱਲ ਨਹੀਂ, ਪ੍ਰੋਗਰਾਮ ਅਸੀਂ ਕਰ ਲਾਂਗੇ। ਤੇ ਜੇ ਉਹਨਾਂ ਨੂੰ ਹੁਣ ਮੀਟਿੰਗ ਖਤਮ ਹੁੰਦੀ ਆ ਤਾਂ ਜਾਂ ਥੋੜ੍ਹੀ ਦੇਰ, ਉਹ ਕਹਿੰਦੇ ਵਿੱਚੋਂ ਟਾਈਮ ਕੱਢੂਗਾ, ਮੈਂ ਥੋੜ੍ਹਾ ਟਾਈਮ ਕੱਢ ਲੂੰਗਾ, ਅੱਧਾ ਪੌਣਾ ਘੰਟਾ ਵਿੱਚੋਂ ਮੀਟਿੰਗ ਦੇ ਵਿੱਚੋਂ ਜਾਂ ਮੀਟਿੰਗ ਤੋਂ ਬਾਅਦ 'ਚ। ਸੋ ਆਪਣਾ ਪ੍ਰੋਗਰਾਮ 1.5 ਘੰਟਾ ਹਾਲੇ ਚੱਲਣਾ ਆ। ਆਪਾਂ ਕੋਸ਼ਿਸ਼ ਜਾਰੀ ਰੱਖਾਂਗੇ ਉਹਨਾਂ ਦੀ, ਭਾਵੇਂ ਫੋਨ 'ਤੇ ਆ ਜਾਣ, ਨਹੀਂ ਤਾਂ ਫਿਰ ਆਪਾਂ ਕੱਲ੍ਹ ਨੂੰ ਫਿਰ ਕੋਸ਼ਿਸ਼ ਕਰਾਂਗੇ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਈਏ। ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੇ ਬਹੁਤ ਸਾਰੇ ਵੀਰ ਸਵਾਲ ਪੁੱਛਦੇ ਆ, ਆਪਾਂ ਦੱਸ ਨਹੀਂ, ਉਹਨਾਂ ਨੂੰ ਕਹਿ ਨਹੀਂ ਸਕਦੇ, ਆਪਾਂ ਜਵਾਬ ਨਹੀਂ ਦੇ ਸਕਦੇ, ਕਿਉਂਕਿ ਆਪਣੇ ਕੋਲ ਉਹਨਾਂ ਦੇ ਜਵਾਬ ਹਾਲੇ ਹੈ ਨਹੀਂ ਆ। ਪਰ ਜਿੰਨੇ ਕੁ ਆਪਣੇ ਕੋਲ ਹੈ ਆ ਉਨੇ ਕੁ ਮੈਂ ਦੇ ਦਿੰਦਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਵੱਡੀਆਂ ਆ ਪੰਜਾਬ ਦੀਆਂ, ਉਹ ਆਲਰੇਡੀ ਸੰਯੁਕਤ ਸਮਾਜ ਮੋਰਚੇ ਨਾਲ ਜੁੜੀਆਂ ਹੋਈਆਂ ਆ। ਜਦੋਂ ਅਸੀਂ ਬਲੇਮ ਗੇਮ ਖੇਡਦੇ ਹਾਂ ਵੀ ਇਹ ਤਾਂ ਗਈ ਉੱਥੇ ਇਸ ਕਰਕੇ ਸੀ ਕਿਉਂਕਿ ਬੀਜੇਪੀ ਨੇ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤਾਂ ਗਈ ਤਾਂ ਸੀ, ਇਹਨਾਂ ਨੇ ਇਲੈਕਸ਼ਨ ਲੜਨੀ ਸੀਗੀ, ਇਹਨਾਂ ਨੇ ਚੋਣਾਂ ਚਾਉਣਾ ਸੀ। ਤੇ ਮੈਂ ਤੁਹਾਨੂੰ ਦੱਸ ਦੇਵਾਂ, ਹਾਲੇ ਤੱਕ ਇੱਕ ਵੀ ਕਿਸਾਨ ਲੀਡਰ ਨੇ ਅਨਾਊਂਸ ਨਹੀਂ ਕੀਤਾ ਕਿ ਮੈਂ ਫਲਾਣੀ ਸੀਟ ਤੋਂ ਲੜੂੰਗਾ। ਕੋਈ ਵੀ ਹਾਲੇ ਟਿਕਟ ਨਹੀਂ ਅਨਾਊਂਸ ਹੋਈ। ਇੱਥੋਂ ਤੱਕ ਕਿ ਇਹ ਜਿਹੜੀ ਸੰਯੁਕਤ ਸਮਾਜ ਪਾਰਟੀ ਆ, ਇਹ ਸੰਯੁਕਤ ਸਮਾਜ ਮੋਰਚਾ ਆ, ਇਹਦਾ ਕੋਈ ਹਾਲੇ ਚੋਣ ਨਿਸ਼ਾਨ ਨਹੀਂ ਆ, ਇਹ ਕੋਈ ਰਜਿਸਟਰਡ ਪਾਰਟੀ ਨਹੀਂ ਆ, ਹਾਲੇ ਤੱਕ ਕੋਈ ਉਹਨਾਂ ਦਾ ਮੈਨੀਫੈਸਟੋ ਨਹੀਂ ਆ। ਹਾਂ, ਜਿਹੜੀ ਜੂਝਦਾ ਪੰਜਾਬ ਸੀਗੀ ਬਣੀ ਹੋਈ, ਉਹਨਾਂ ਦਾ ਇੱਕ ਮੈਨੀਫੈਸਟੋ 12 ਪੇਜਾਂ ਦਾ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ। ਉਹ ਆਪਾਂ ਨੂੰ ਕੁਲਵੰਤ ਭਾਜੀ ਉਹਨਾਂ ਨੇ ਉਦੋਂ ਵੀ ਦੱਸਿਆ ਸੀ ਵੀ ਉਹ ਹੋਰ ਕਿਸੇ ਨੂੰ ਤਾਂ ਫਿੱਟ ਨਹੀਂ ਬਹਿੰਦਾ, ਸਾਨੂੰ ਫਿੱਟ ਬਹਿ ਜਾਣਾ, ਕਿਉਂਕਿ ਸਾਡੀਆਂ ਸਾਰੀਆਂ ਉਹੀ ਮੰਗਾਂ ਆ ਸੇਮ। ਸੋ ਉਹ ਉਹਨਾਂ ਦੇ ਨਾਲ ਆ, ਜੂਝਦਾ ਪੰਜਾਬ ਵਾਲੇ। ਹੋਰ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਨਾਲ ਆ, ਤੇ ਬਹੁਤ ਸਾਰੇ ਜਿਹੜੇ ਲੀਡਰ ਆ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਆ, ਉਹਨਾਂ ਦੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ ਕਿ ਅਸੀਂ ਤੁਹਾਡੇ ਨਾਲ ਆਉਣਾ ਚਾਹੁੰਦੇ ਆ। ਪ੍ਰੋਬਲਮ ਇਹੀ ਆ, ਜਦੋਂ ਕੋਈ ਲੀਡਰ ਕਿਸੇ ਪਾਰਟੀ ਨੂੰ ਛੱਡ ਕੇ ਆਉਂਦਾ ਆ, ਦੂਜੀ ਪਾਰਟੀ 'ਚ ਆਉਣਾ ਚਾਹੁੰਦਾ ਆ, ਉਹ ਪਹਿਲੀ ਗੱਲ ਮੰਗਦਾ ਮੈਨੂੰ ਫਲਾਣੇ ਥਾਂ ਤੋਂ ਟਿਕਟ ਦਿਓ, ਟਿਕਟ ਦਿਓ, ਬਿਲਕੁਲ ਮੈਨੂੰ ਆ ਫਲਾਣੇ ਥਾਂ ਤੋਂ ਟਿਕਟ ਚਾਹੀਦੀ, ਮੈਂ ਇੱਥੇ ਪਾਰਟੀ 'ਚ ਆ ਜਾਣਾ। ਉਹ ਇਹਨਾਂ ਨੇ ਮੂਹਰੇ ਰੱਖਿਆ ਹੋਇਆ ਵੀ ਟਿਕਟ ਦਾ ਹਾਲੇ ਕੋਈ ਚੱਕਰ ਨਹੀਂ ਹੈ, ਅਸੀਂ ਟਿਕਟ ਜਿੰਨੀਆਂ ਵੀ ਵੰਡਾਂਗੇ ਉਹ ਮੈਰਿਟ ਦੇ ਆਧਾਰ 'ਤੇ ਹੋਊਗੀਆਂ ਵੀ ਉਸ ਜਗ੍ਹਾ ਦਾ ਬੁੱਧੀਜੀਵੀ, ਉਸ ਜਗ੍ਹਾ ਦਾ ਸਿਆਣਾ ਬੰਦਾ, ਜਿਹਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ, ਜਿਹਦੇ ਮਗਰ ਲੋਕ ਵੀ ਹੋਣ, ਤੇ ਜਿਹੜਾ ਹੋਵੇ ਵੀ ਬੁੱਧੀਜੀਵੀ, ਤੇ ਜੇ ਤੇ ਕੋਈ ਇਲਜ਼ਾਮ ਵੀ ਨਾ ਅੱਜ ਤੱਕ ਲੱਗਾ ਹੋਵੇ, ਉੱਦਾਂ ਦੇ ਬੰਦਿਆਂ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਟਿਕਟ ਦੇਵਾਂਗੇ। ਹਾਲੇ ਕੋਈ ਵੀ ਟਿਕਟ ਨਹੀਂ ਅਨਾਊਂਸ ਕੀਤੀ ਗਈ, ਕਿਤੋਂ ਵੀ ਨਹੀਂ ਕੀਤੀ ਗਈ। ਜਿੰਨੇ ਵੀ ਕਿਸਾਨ ਲੀਡਰ ਆ, ਜਿੱਦਾਂ ਕੁਲਵੰਤ ਸੰਧੂ ਹੋ ਗਏ, ਉਹਨਾਂ ਨੂੰ ਜਦੋਂ ਮੀਡੀਆ ਵਾਲਿਆਂ ਨੇ ਪੁੱਛਿਆ ਤਾਂ ਉਹਨੇ ਕਿਹਾ ਮੈਂ ਨਹੀਂ ਇਲੈਕਸ਼ਨ ਲੜਨੀ,
ਮੈਂ ਨਹੀਂ ਲੜ ਸਕਦਾ। ਜੇ ਮਨਜੀਤ ਰਾਏ ਨੂੰ ਪੁੱਛਿਆ ਤਾਂ ਉਹ ਕਹਿੰਦੇ ਨਹੀਂ ਮੈਂ ਨਹੀਂ ਇਲੈਕਸ਼ਨ ਲੜਨੀ, ਪਰ ਮੇਰੀ ਸਪੋਰਟ ਹੈ ਇਹਨਾਂ ਨੂੰ। ਡਾਕਟਰ ਸਵੈਮਾਨ ਨੂੰ ਪੁੱਛਿਆ ਉਹ ਕਹਿੰਦੇ ਮੈਂ ਨਹੀਂ ਇਲੈਕਸ਼ਨ ਲੜਨੀ, ਮੈਂ ਤਾਂ ਪ੍ਰਚਾਰ ਕਰੂੰਗਾ ਹਰ ਇੱਕ ਵਾਸਤੇ ਜਿਹੜਾ ਖੜਾ। ਸੋ ਇਹ ਮਤ ਸੋਚੋ ਕਿ ਇਹ ਕਿਸਾਨਾਂ ਦੀ ਪਾਰਟੀ ਆ, ਇਹ ਕਿਸਾਨਾਂ ਦੀ ਪਾਰਟੀ ਨਹੀਂ ਆ। ਇਹ ਇੱਕ ਨਵਾਂ ਫਰੰਟ ਪੰਜਾਬ ਵਿੱਚ ਤਿਆਰ ਹੋ ਰਿਹਾ, ਜਿਹੜੀ ਨੌਜਵਾਨਾਂ ਨੇ ਇਕੱਠੇ ਹੋ ਕੇ ਡਾਕਟਰ ਸਵੈਮਾਨ ਦੇ ਪਿੱਛੇ ਲੱਗ ਕੇ ਕਿਸਾਨਾਂ ਨੂੰ ਨਾਲ ਲਿਆਇਆ ਵੀ ਭਾਈ ਤੁਸੀਂ ਸਾਡੀ ਸਪੋਰਟ ਕਰੋ, ਤੁਸੀਂ ਉੱਥੇ ਤੱਕ ਜਾ ਕੇ ਐਡਾ ਵੱਡਾ ਮੋਰਚਾ ਜਿੱਤ ਲਿਆ ਤੇ ਤੁਹਾਡੇ ਨਾਲ ਚੱਲਾਂਗੇ ਤਾਂ ਹੋ ਸਕਦਾ ਅਸੀਂ ਇੱਥੇ ਵੀ ਕੋਈ ਡੈਂਟ ਪਾ ਸਕੀਏ। ਬਾਕੀ ਜਿਹੜੇ ਵੀਰਾਂ ਨੂੰ ਇਹ ਡਰ ਲੱਗਦਾ ਨਾ ਵੀ ਕਿਤੇ ਹਾਰ ਨਾ ਜਾਣ, ਵੀਰੋ ਮੈਂ ਕਈਆਂ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਆ, ਹਾਰ ਦੇ ਡਰ ਦੇ ਉੱਤੋਂ ਕਦੀ ਗੇਮ ਖੇਡਣੀ ਨਹੀਂ ਛੱਡੀ ਜਾਂਦੀ ਹੁੰਦੀ। ਜਿਹੜਾ ਹਾਰ ਦੀ ਡਰ ਤੋਂ ਖੇਡਦਾ ਨਹੀਂ ਨਾ ਉਹ ਕਦੇ ਜਿੱਤ ਹੀ ਨਹੀਂ ਸਕਦਾ। ਜਿਹੜਾ ਪਹਿਲਾਂ ਹੀ ਇਹ ਸੋਚ ਲਵੇ ਵੀ ਮੈਂ ਕਿਤੇ ਹਾਰ ਨਾ ਜਾਵਾਂ, ਕਿਤੇ ਸਾਡਾ ਇੰਨਾ ਬੇਸ ਹੈ ਨੀਗਾ, ਮੈਂ ਕਿਤੇ ਹਾਰ ਨਾ ਜਾਵਾਂ, ਫਿਰ ਤਾਂ ਨਾ ਆਮ ਆਦਮੀ ਪਾਰਟੀ ਬਣਦੀ ਨਾ ਹੀ ਕੋਈ ਹੋਰ ਪਾਰਟੀ ਬਣਦੀ ਜੇ ਇਸ ਗੱਲ ਤੋਂ ਡਰਦੇ ਹੁੰਦੇ। ਪਹਿਲੀ ਵਾਰੀ ਆਮ ਆਦਮੀ ਪਾਰਟੀ ਉਹ ਜਿੱਤਾਂ ਨਹੀਂ ਸੀ ਗਈ ਸਾਰੀਆਂ ਸੀਟਾਂ। ਸੋ ਤੁਹਾਨੂੰ ਸਟੈਬਲਿਸ਼ ਕਰਨ ਵਾਸਤੇ ਟਾਈਮ ਲੱਗਦਾ ਹੁੰਦਾ, ਪਰ ਕਦੇ ਨਾ ਕਦੇ ਤਾਂ ਸ਼ੁਰੂਆਤ ਕਰਨੀ ਪੈਂਦੀ ਨਾ। ਜੇ ਤੁਸੀਂ ਅੱਜ ਸ਼ੁਰੂਆਤ ਕਰੋਗੇ ਤਾਂ ਤੁਸੀਂ ਜਾ ਕੇ 2027, 26, 27 ਜਾਂ 24 ਦੀ ਇਲੈਕਸ਼ਨ ਵਾਸਤੇ ਵੀ ਕੁਛ ਨਾ ਕੁਛ ਡੈਂਟ ਪਾ ਸਕੋਗੇ। ਤੁਸੀਂ ਜੇ ਅੱਜ ਮੈਂ ਕਹਿੰਦਾ 5 ਮੈਂਬਰ ਵੀ ਭੇਜ ਦਿਓ ਵਿਧਾਨ ਸਭਾ 'ਚ, ਅੱਗੋਂ 5 ਮੈਂਬਰ ਪਾਰਲੀਮੈਂਟ 'ਚ ਭੇਜ ਦਿਓ, ਤੁਹਾਨੂੰ ਹੋਰ ਕੀ ਚਾਹੀਦਾ ਤੁਹਾਡੇ ਵਾਸਤੇ। ਹੁਣ ਤੁਸੀਂ ਬਾਹਰ ਖੜ ਕੇ ਆਵਾਜ਼ ਉਠਾਉਂਦੇ ਆ, ਜੇ ਸਾਡੇ ਹੱਕ 'ਚ ਕੋਈ ਇੱਕ ਬੰਦਾ ਵੀ ਬੋਲ ਜਾਂਦਾ ਨਾ, ਕੋਈ ਸਾਊਥ 'ਚੋਂ ਆ ਕੇ ਵੀ, ਤੇ ਅਸੀਂ ਉਹਨੂੰ ਪੋਸਟਾਂ ਭਰ ਦਿੰਦੇ ਆ ਫੇਸਬੁੱਕ ਤੇ ਪਾ ਕੇ ਬੁਰਾ ਹਾਲ ਕਰ ਦਿੰਦੇ ਆ ਵੀ ਦੇਖੋ ਜੀ ਸਾਡੇ ਪੰਜਾਬੀਆਂ ਦੇ ਹੱਕ 'ਚ, ਸਿੱਖਾਂ ਦੇ ਹੱਕ 'ਚ ਬੋਲਿਆ। ਉਹ ਭਾਵੇਂ ਕਦੇ ਭਗਵੰਤ ਮਾਨ ਹੋਵੇ, ਭਾਵੇਂ ਕੋਈ ਸਾਊਥ ਦਾ ਹੋਵੇ, ਤੇ ਜੇ ਸਾਡਾ ਹੀ ਬੰਦਾ ਉੱਥੇ ਖੜ ਕੇ ਬੋਲੂਗਾ ਸਾਨੂੰ ਕੀ ਇਤਰਾਜ਼ ਆ? ਸਾਨੂੰ ਡਰ ਕਾਹਦਾ ਲੱਗਦਾ ਵੀ ਇਹ ਪਾਰਟੀ ਕੀ ਕਰ ਲੂਗੀ? ਇੱਕ ਪਾਸੇ ਅਸੀਂ ਕਹਿੰਦੇ ਆ ਕਾਂਗਰਸ ਗੰਦੀ ਆ, ਇਹ ਸਿੱਖਾਂ ਦੀ ਦੁਸ਼ਮਣ ਜਮਾਤ ਆ। ਬੀਜੇਪੀ ਤਾਂ ਪਤਾ ਹੀ ਆ ਸਭ ਨੂੰ, ਇਹ ਜਿਹੜੀ ਅਕਾਲੀ ਦਲ ਆ ਉਹਨੇ ਜੜ੍ਹਾਂ 'ਚ ਤੇਲ ਦਿੱਤਾ ਸਿੱਖਾਂ ਦੀਆਂ 'ਚ। ਆਮ ਆਦਮੀ ਪਾਰਟੀ ਇਹ ਤਾਂ ਜੀ ਉਹ RSS ਦੀ ਬੀ ਟੀਮ ਆ, ਇੱਦਾਂ ਹੀ ਕਹਿੰਦੇ ਆ ਨਾ ਅਸੀਂ। ਤੇ ਫਿਰ ਜੇ ਕੋਈ ਨਵੀਂ ਪਾਰਟੀ ਬਣਦੀ ਉਹਦੀਆਂ ਲੱਤਾਂ ਕਿਉਂ ਖਿੱਚਦੇ ਆ? ਮੈਂ ਕੱਲ ਪਰਸੋਂ ਲਿਖ ਕੇ ਪਾਇਆ ਵੀ ਸਾਡਾ ਸੁਭਾਅ ਬਣ ਚੁੱਕਾ ਪੰਜਾਬੀਆਂ ਦਾ ਵੀ 2-3 ਮਹੀਨੇ ਜਿਹੜੇ ਚੰਗੇ ਬੰਦੇ ਖੜੇ ਹੁੰਦੇ ਨੇ ਉਹਨਾਂ ਨੂੰ ਰੱਜ ਕੇ ਨਿੰਦਣਾ। 2-3 ਮਹੀਨੇ ਵੀ ਇਹ ਬੰਦੇ ਮਾੜੇ ਆ, ਉਹਨਾਂ ਦੀ ਕੋਈ ਨਾ ਕੋਈ ਨੈਗੇਟਿਵਿਟੀ ਲੱਭ ਕੇ ਲਿਆਉਣੀ, ਤੇ ਬਾਅਦ 'ਚ 5 ਸਾਲ ਜਿਹੜੇ ਜਿੱਤੇ ਹੁੰਦੇ ਉਹਨਾਂ ਨੂੰ ਨਿੰਦਣਾ, ਭਾਈ ਇਹ ਤਾਂ ਹੈ ਹੀ ਗੰਦੇ ਆ। ਪਰ ਤੁਸੀਂ ਵੀ ਵੋਟ ਪਾ ਕੇ ਜਿਤਾਏ ਆ, ਹੁਣ ਕਿਹਨੂੰ ਕਹਿ ਰਹੇ ਆ ਵੀ ਰਾਜਾ ਮਾੜਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕੁਛ ਨਹੀਂ ਕੀਤਾ? ਵੋਟਾਂ ਤੇ ਤੁਸੀਂ ਪਾਈਆਂ ਨਾ ਕੈਪਟਨ ਅਮਰਿੰਦਰ ਸਿੰਘ ਨੂੰ। ਸੋ ਇਹ ਭਾਈ ਸਾਨੂੰ ਆਪਣਾ ਸੁਭਾਅ ਬਦਲਣਾ ਪੈਣਾ। ਚੇਂਜ ਲਿਆਉਣ ਵਾਸਤੇ ਉਹਦੇ ਵਿੱਚ ਵੜਨਾ ਪੈਂਦਾ ਆ। ਬਾਹਰੋਂ ਚੇਂਜ ਕਦੇ ਨਹੀਂ ਹੁੰਦੀ, ਨਾ ਹੀ ਕੋਈ ਸੁਣਦਾ ਆ। ਉਹ ਥੋੜਾ ਚਿਰ ਸੁਣ ਲੂਗਾ ਤੇ ਉਹ ਕਹੂਗਾ ਠੀਕ ਹੈ, ਇਹਨਾਂ ਦਾ ਰੋਜ਼ ਦਾ ਕੰਮ ਆ ਭਾਈ। ਫਿਰ ਤਾਂ ਤੁਸੀਂ ਉਹ ਮੋਦੀ ਦੀ ਗੱਲ ਪ੍ਰੂਵ ਕਰ ਰਹੇ ਹੋ ਨਾ, ਜੇ ਉਹਨੇ ਤੁਹਾਨੂੰ ਅੰਦੋਲਨ ਜੀਵੀ ਕਿਹਾ ਵੀ ਅਸੀਂ ਅੰਦੋਲਨ ਜੀਵੀ ਹੋ ਜਾਣਾ, ਅਸੀਂ ਅੰਦੋਲਨ ਹੀ ਕਰਨੇ ਆ, ਅਸੀਂ ਨਹੀਂ ਸਿਆਸਤ 'ਚ ਜਾਣਾ, ਅਸੀਂ ਨਹੀਂ ਕੁਛ ਹੋਰ ਕਰਨਾ, ਅਸੀਂ ਸਾਰੀ ਜ਼ਿੰਦਗੀ ਅੰਦੋਲਨ ਹੀ ਕਰਨੇ ਆ। ਤੇ ਫਿਰ ਉਹ ਗਲਤ ਕਿਉਂ ਆ? ਜਦੋਂ ਉਹਨੇ ਕਿਹਾ ਸੀ ਅੰਦੋਲਨ ਜੀਵੀ ਤੇ ਸਾਨੂੰ ਤਕਲੀਫ ਕਿਉਂ ਹੋਈ ਸੀ? ਅਸੀਂ ਤਾਂ ਬਣਨ ਨੂੰ ਤਿਆਰ ਆ ਅੰਦੋਲਨ ਜੀਵੀ, ਅਸੀਂ ਤਾਂ ਆਉਣਾ ਹੀ ਨਹੀਂ ਚਾਹੁੰਦੇ ਪੋਲੀਟਿਕਸ 'ਚ। ਬਾਕੀ ਜੇ ਡਾਕਟਰ ਸਵੈਮਾਨ ਨਾਲ ਫੋਨ ਨਹੀਂ ਲੱਗਦਾ ਜਾਂ ਉਹਨਾਂ ਦੀ ਸਕਾਈਪ 'ਤੇ ਮੈਂ ਕਾਲ ਵੇਟ ਕਰ ਰਿਹਾ ਸੀ, ਫੋਨ ਤਾਂ ਮੈਂ ਕੋਸ਼ਿਸ਼ ਨਹੀਂ ਕੀਤੀ, ਮੈਂ ਕਰ ਲੈਣਾ। ਤੇ ਸੰਗਤ ਨੂੰ ਬੇਨਤੀ ਆ ਜਿਹੜਾ ਵੀ ਕਾਲ ਕਰਕੇ ਆਪਣੀ ਗੱਲ ਕਰਨਾ ਚਾਹੁੰਦਾ, ਕਾਲਾਂ ਹੁਣ ਤੋਂ ਹੀ ਖੁੱਲੀਆਂ, ਤੁਸੀਂ ਕਾਲ ਕਰੋ, ਆਪਾਂ ਖੁੱਲੀ ਜੀ ਗੱਲਬਾਤ ਕਰਦੇ ਹਾਂ ਅੱਜ। ਆਪਣਾ ਜਿਹੜਾ ਵਿਰੋਧ 'ਚ ਵੀ ਹੈ ਇਸ ਗੱਲ ਦੇ ਵੀ ਇਹਨਾਂ ਨੂੰ ਨਹੀਂ ਲੜਨਾ ਚਾਹੀਦਾ, ਉਹ ਵੀ ਜ਼ਰੂਰ ਕਾਲ ਕਰੇ ਔਰ ਆਪਣਾ ਪੱਖ ਦੱਸੇ ਵੀ ਕਿਉਂ ਨਹੀਂ ਲੜਨਾ ਚਾਹੀਦਾ। ਕਿਉਂਕਿ ਮੈਨੂੰ ਨਹੀਂ ਸਮਝ ਆ ਰਹੀ ਇਹ ਗੱਲ ਵੀ ਕਿਉਂ ਨਹੀਂ ਲੜਨਾ ਚਾਹੀਦਾ। ਹਾਰ ਦੇ ਡਰ ਤੋਂ ਨਹੀਂ ਲੜਨਾ ਚਾਹੀਦਾ, ਜਾਂ ਕੀ ਡਰ ਆ ਤੁਹਾਡੇ ਦਿਮਾਗ ਦੇ ਵਿੱਚ? ਜਾਂ ਤੁਹਾਨੂੰ ਇਹ ਡਰ ਆ ਵੀ ਕਿਤੇ ਆਮ ਆਦਮੀ ਦੀ ਟਿਕਟਾਂ ਸੀਟ ਨੂੰ ਸੰਨ ਨਾ ਲੱਗ ਜਾਵੇ? ਸੋ ਇਹਦਾ ਮਤਲਬ ਤੁਹਾਨੂੰ ਲੱਗਦਾ ਵੀ ਆਮ ਆਦਮੀ ਵਾਲੇ ਉਹ ਪੰਜਾਬ ਵਾਸਤੇ ਬਹੁਤ ਵਧੀਆ ਕਰੂਗੇ, ਫਿਰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਦੇ ਰਹੇ? ਕਰ ਦੇਣਾ ਅਨਾਊਂਸ ਅੱਜ ਭਗਵੰਤ ਮਾਨ ਮੁੱਖ ਮੰਤਰੀ ਆ, ਕੋਈ ਪ੍ਰੋਬਲਮ ਨਹੀਂ। ਜੇ ਉਹਦਾ ਏਜੰਡਾ ਸਹੀ ਆ, ਉਹਦੀਆਂ ਗੱਲਾਂ ਸਹੀ ਆ, ਪਰ ਇੱਦਾਂ ਨਹੀਂ ਗੱਲ ਬਣਨੀ ਪਈ ਇੰਨੀ ਬਿਜਲੀ ਫ੍ਰੀ ਦੇ ਦਾਂਗੇ, ਔਰਤਾਂ ਨੂੰ 1-1000 ਰੁਪਈਆ ਦੇ ਦਿਆ ਕਰਾਂਗੇ। ਉਹ ਕੋਈ ਏਜੰਡਾ ਨਹੀਂ ਆ, ਉਹ ਕੋਈ ਮੈਨੀਫੈਸਟੋ ਨਹੀਂ ਆ, ਉਹਦੇ ਉੱਤੇ ਵੋਟ ਨਹੀਂ ਪੈ ਸਕਦੀ। ਤੁਸੀਂ ਕੋਈ ਅਫੀਸ਼ੀਅਲ ਏਜੰਡਾ ਉਹਨੂੰ ਪੂਰਾ ਬਾਈਂਡ ਕੰਟਰੈਕਟ ਕਰਕੇ ਫਿਰ ਦਿਓ ਲੋਕਾਂ ਨੂੰ, ਤੇ ਫਿਰ ਤੁਹਾਡੇ ਨਾਲ ਲੋਕ ਸਾਰੇ ਚੱਲੂਗੇ, ਕੋਈ ਵੀ ਪਾਰਟੀ ਹੋਵੇ। ਨਾ ਲੋਕਾਂ ਨੂੰ ਅਕਾਲੀ ਪਾਰਟੀ ਤੋਂ ਪ੍ਰੋਬਲਮ ਆ, ਨਾ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਪ੍ਰੋਬਲਮ ਆ। ਮੈਂ ਲੋਕਾਂ ਦੀ ਗੱਲ ਕਰ ਰਿਹਾ, ਲੱਤਾਂ ਖਿੱਚਣ ਵਾਲੇ ਹਰ ਪਾਸੇ ਹੋਣੇ ਆ। ਨਾ ਆਮ ਆਦਮੀ ਤੋਂ ਪ੍ਰੋਬਲਮ ਆ ਤੇ ਨਾ ਕਿਸੇ ਹੋਰ ਤੋਂ, ਜੇ ਉਹ ਏਜੰਡਾ ਤੁਹਾਡੇ ਪੱਖਾਂ ਦਾ ਹੋਵੇ, ਪਰ ਲੋਲੀਪੌਪ ਨਾ ਹੋਵੇ ਵੀ ਹਰ 5 ਸਾਲ ਬਾਅਦ ਲੋਲੀਪੌਪ ਦੇ ਕੇ ਬਾਅਦ 'ਚ ਕਦੀ ਗੁਟਕੇ ਫੜ ਕੇ। ਹੁਣ ਨਵਜੋਤ ਸਿੱਧੂ ਦਾ ਜੇ ਪੰਜਾਬ ਮਾਡਲ ਦੇਖੀਏ ਬਹੁਤ ਵਧੀਆ ਆ, ਦੇਖਣ ਨੂੰ ਬਹੁਤ ਵਧੀਆ ਲੱਗਦਾ, ਪਰ ਕੱਲੀ ਠੋਕੋ ਤਾਲੀ ਨਾਲ ਥੋੜਾ ਗੱਲ ਬਣਨੀ ਆ। ਠੋਕੋ
ਉਹ ਭਾਈ 5 ਸਾਲ ਤੋਂ ਤੂੰ ਮੰਤਰੀ ਆ ਅਤੇ 3-4 ਮਹੀਨੇ ਹੋ ਗਏ ਤੂੰ ਰਾਜੇ ਨੂੰ ਵੀ ਲਾਤਾ, ਤੂੰ ਪ੍ਰਧਾਨ ਆ, ਕੀ ਕੀਤਾ ਦੱਸ? ਦੂਜੇ ਨੂੰ ਸਵਾਲ ਕਰੀ ਜਾਣੇ ਆਪਣੀ ਪਾਰਟੀ ਵਾਲਿਆਂ ਨੂੰ, ਚੰਨੀ ਨੇ ਆ ਨਹੀਂ ਕੀਤਾ, ਫਲਾਣੇ ਨੇ ਆ ਨਹੀਂ ਕੀਤਾ, ਤੂੰ ਕੀ ਕੀਤਾ? ਕਿੱਥੇ ਜਾ ਕੇ ਸਟੈਪ ਲਿਆ? ਅੱਜ ਕਹਿ ਵੀ ਆ ਭਾਈ ਆ ਮੈਂ ਆ ਚਾਹੁੰਦਾ ਆ, ਮਜੀਠੀਆ ਨੂੰ ਚੱਕ ਕੇ 2 ਦਿਨਾਂ 'ਚ ਅੰਦਰ ਕਰੋ, ਨਹੀਂ ਤਾਂ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਰਿਹਾ। ਕਿਹਾ ਕਦੇ? ਦੂਜੇ ਨੂੰ ਨਿੰਦਣਾ, ਦੂਜੇ ਦੀ ਗੱਲ ਕਰਨੀ ਬਹੁਤ ਸੌਖੀ ਹੁੰਦੀ ਆ, ਇਹ ਕਹਿਣਾ ਬਹੁਤ ਸੌਖਾ, ਵੱਡੀਆਂ ਵੱਡੀਆਂ ਗੱਲਾਂ ਕਰਕੇ ਠੋਕੋ ਤਾਲੀ ਠੋਕੋ ਤਾਲੀ। ਅਸੀਂ ਇਮੋਸ਼ਨਲ ਕੌਮ ਆ, ਅਸੀਂ ਠੋਕ ਦਿੰਦੇ ਆ ਪਿੱਛੇ ਤਾਲੀ। ਪਰ ਸੋਚੋ ਭਾਈ ਵੀ ਪ੍ਰੈਕਟੀਕਲ ਰੂਪ 'ਚ ਕੀ ਆ ਰਿਹਾ। ਆਹੀ ਕੁਛ ਤਾਂ ਕੈਪਟਨ ਨੇ ਕਿਹਾ ਸੀ ਗੁਟਕਾ ਲੈ ਕੇ, ਆਹ 2 ਮਹੀਨਿਆਂ ਦੇ ਵਿੱਚ ਮੈਂ ਇੱਥੋਂ ਨਸ਼ਾ ਖਤਮ ਕਰ ਦੂੰਗਾ ਪੰਜਾਬ ਦੇ ਵਿੱਚੋਂ। ਹੋ ਗਿਆ, ਅਸੀਂ ਉਦੋਂ ਵੀ ਤਾਲੀ ਠੋਕਤੀ ਸੀ, ਹੁਣ ਵੀ ਠੋਕੀ ਜਾਂਦੇ ਆ। ਫਰਕ ਕੀ ਆ? ਜੇ ਤੁਸੀਂ ਕਹਿੰਦੇ ਆ ਵੀ ਆ ਲੋਕੀ ਦਲ ਬਦਲੂ ਆ, ਕਦੇ ਨਾ ਭੁੱਲੋ, ਮੈਂ ਫਿਰ ਕਹਿ ਰਿਹਾ, ਸਿੱਧੂ ਪ੍ਰਗਟ ਮੈਂ ਬਹੁਤ ਰਿਸਪੈਕਟ ਕਰਦਾ ਦੋਨਾਂ ਦੀ, ਕਿਉਂਕਿ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲੱਗਾ ਅੱਜ ਤੱਕ। ਪਰ ਗੱਲ ਇਹ ਆ ਵੀ ਜੇ ਉਹ ਇਹ ਕਹਿੰਦੇ ਆ ਵੀ ਸਾਡੀ ਪਾਰਟੀ 'ਚੋਂ ਫਲਾਣੇ ਤੱਕ ਚਲੇ ਗਿਆ, ਤੇ ਭਾਈ ਤੁਸੀਂ ਵੀ ਬੀਜੇਪੀ 'ਚੋਂ ਆਏ ਆ। ਨਵਜੋਤ ਸਿੱਧੂ ਬੀਜੇਪੀ ਦਾ ਮੈਂਬਰ ਸੀ, ਔਰ ਪੁਰਾਣੀਆਂ ਤੁਸੀਂ ਵੀਡੀਓ ਕੱਢ ਕੇ ਦੇਖ ਲਓ, ਆਹੀ ਠੋਕੋ ਤਾਲੀ ਮੋਦੀ ਦੇ ਹੱਕ 'ਚ ਹੋ ਰਹੀ ਹੁੰਦੀ ਸੀ। ਠੋਕੋ ਤਾਲੀ ਮੋਦੀ ਦੇ ਹੱਕ 'ਚ ਗੱਲ ਕਰਕੇ। ਤੇ ਕਿਉਂ ਅਸੀਂ ਭੁੱਲ ਜਾਂਦੇ ਆ ਜਾਂ ਏਡੀ ਛੇਤੀ ਵੀ ਉਦੋਂ ਗਲਤ ਸੀਗਾ, ਹੁਣ ਸਹੀ ਹੋ ਗਿਆ। ਇੱਕ ਕਾਲ ਹੈ, ਆਪਾਂ ਕਾਲ ਲੈ ਲਈਏ। ਹਾਂਜੀ ਔਨ 에ਅਰ ਹੋ ਤੁਸੀਂ? ਹਾਂਜੀ ਗੋਲਡੀ ਭਾਜੀ, ਆਪਣਾ ਸਿਮਰਨ ਜੀ ਪ੍ਰੀਤਮਿੰਦਰ ਬੋਲਦਾ ਸੀ। ਹਾਂਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਧੰਨਵਾਦ ਜੀ, ਤੁਹਾਡੇ ਦਰਸ਼ਨ ਹੋਏ ਅੱਜ ਨਵੇਂ ਸਾਲ ਦੇ ਉੱਤੇ। ਗੋਰਿਆਂ ਦਾ ਹੀ ਸਾਲ ਤਾਂ ਨਵਾਂ ਹੀ ਹੈ, ਦਿਨ ਹਰ ਇੱਕ ਨਵੇਂ ਸਾਲ। ਬਿਲਕੁਲ ਜੀ। ਅਸੀਂ ਨਾ ਅਸਲ 'ਚ ਪ੍ਰੀਤਮਿੰਦਰ ਜੀ ਆਫ 에ਅਰ ਗੱਲ ਕਰ ਰਹੇ ਸੀ। ਮੈਂ ਕਿਹਾ ਇੱਕ ਸਾਡੀ ਨਾ ਇਹ ਵੀ ਬੜੀ ਪ੍ਰੋਬਲਮ ਆ, ਅਸੀਂ ਹਰੇਕ ਚੀਜ਼ ਨੂੰ ਧਰਮ ਨਾਲ, ਸਿੱਖੀ ਨਾਲ, ਪੰਜਾਬੀਅਤ ਨਾਲ ਜੋੜ ਕੇ। ਹੁਣ ਨਵਾਂ ਸਾਲ ਹੀ ਦੇਖ ਲਓ, ਉਹ ਨਹੀਂ ਜੀ ਸਾਡਾ ਤੇ ਜੀ ਇੱਕ ਚੇਤ ਨੂੰ ਆ। ਉਹ ਭਰਾ ਜਿਹੜਾ ਇੱਦਾਂ ਕਹਿੰਦਾ ਨਾ, ਉਹਨੂੰ ਪੁੱਛੋ ਵੀ ਤੇਰਾ ਜਨਮ ਦਿਹਾੜਾ ਕਿਹੜਾ ਆ, ਡੇਟ ਆਫ ਬਰਥ ਕੀ ਆ। ਜੇ ਮੈਂ ਗਰੰਟੀ ਦਿੰਦਾ, ਜੇ ਉਹ ਆਪਣਾ ਪੰਜਾਬੀ ਵਾਲਾ ਡੇਟ ਆਫ ਬਰਥ ਵੀ ਦੱਸ ਗਿਆ, ਉਹ ਤਾਂ ਅਸੀਂ ਅੰਗਰੇਜ਼ੀ ਨਾਲ ਮਨਾਉਣੇ ਆ, ਤੇ ਹੈਪੀ ਨਿਊ ਈਅਰ ਕਰਨ ਨੂੰ ਸਾਨੂੰ ਕੀ ਤਕਲੀਫ ਹੁੰਦੀ ਆ ਵੀ? ਬਿਲਕੁਲ, ਜਗਮੋਹਨ ਵੀਰ ਨੇ ਬਹੁਤ ਵਧੀਆ ਗੱਲ ਕੀਤੀ। ਜਗਮੋਹਨ ਵੀਰ ਕਹਿੰਦਾ ਵੀ ਸਾਰਾ ਸਿੱਖਾਂ ਦਾ ਤਾਂ ਹਰ ਦਿਨ ਨਵਾਂ, ਬਿਲਕੁਲ ਸੋਚ ਨਵੀਂ, ਉਦਣ ਸਾਲ ਨਵਾਂ। ਇਹ ਹੁਣ ਆਪਾਂ ਜਿਹੜਾ ਅੱਜ ਮੁੱਦਾ ਵੀ ਤੁਸੀਂ ਬਹੁਤ ਵਧੀਆ, ਇਹ ਇੱਕ ਕ੍ਰਾਂਤੀਕਾਰੀ ਮੁੱਦਾ ਹੀ ਹੈ ਇਹ, ਸਮਝ ਲਓ ਵੀ ਲੋਕ ਜਿਹੜੇ ਆ ਨਾ ਭਾਜੀ, ਮੈਂ ਤਾਂ ਇੱਕ ਗੱਲ ਜਾਣਦਾ, ਤੁਸੀਂ ਕਹਿੰਦੇ ਨਾ ਵੀ ਇਹ ਕਿਉਂ ਐਂ ਕਰਦੇ ਆ। ਮੇਰੇ ਹਿਸਾਬ ਨਾਲ ਤਾਂ ਸੈਲਫਿਸ਼ਨੈਸ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਸਾਡੇ ਵਿੱਚ ਜੀ। ਉਹ ਕਹਿੰਦਾ ਜੇ ਤਾਂ ਖੀਰ ਸਾਨੂੰ ਖਾਣ ਨੂੰ ਮਿਲ ਜੇ ਸਾਰੀ ਦੀ ਸਾਰੀ, ਫਿਰ ਤਾਂ ਹੈਗੀ ਆ। ਤੇ ਜੇ ਕਿਤੇ ਆਪਾਂ ਕਹਿੰਦੇ ਵੰਡ ਕੇ ਖਾ ਲਓ, ਜਿਹੜੇ ਆਪਣੇ ਗੁਰੂ ਨੇ ਕਿਹਾ ਸੀ ਵੰਡ ਲਓ, ਵੰਡ ਛਕੋ, ਤੇ ਫਿਰ ਇਹ ਗਲਤ ਆ। ਬਿਲਕੁਲ ਜਿੰਨੇ ਵੀ ਪੋਲੀਟਿਕਸ ਦੇ ਵਿੱਚ ਜਾਂਦੇ ਆ, ਜਿਹੜੇ ਕੱਲ ਕਹਿੰਦੇ ਸੀ ਵੀ ਇਹਨਾਂ ਪੋਲੀਟਿਕਸ ਆਉਣਾ ਚਾਹੁੰਦਾ, ਮੈਂ ਹੁਣ ਇੱਕ ਨਾਂ ਲਊਂਗਾ ਇੱਥੇ, ਆਪਣਾ ਵੀਰ ਆ, ਤੇ ਆਪਾਂ ਉਹਦੀ ਹਮਾਇਤ ਵੀ ਕੀਤੀ, ਆਪਾਂ ਉਹਨੂੰ ਸੁਣਿਆ ਵੀ ਹੈ, ਮਾਲੀ ਵੀਰ। ਠੀਕ ਹੈ ਨਾ? ਉਹ ਜਿੰਨੀ ਦੇਰ ਤੱਕ ਤਾਂ ਉਹ, ਜੇ ਤਾਂ ਆਪਾਂ ਉਹਨੂੰ ਮਾਲੀ ਸਿੰਘ ਨੂੰ ਮੂਹਰੇ ਲਾ ਕੇ ਰੱਖਦੇ, ਫਿਰ ਤਾਂ ਮਾਲੀ ਸਿੰਘ ਜੀ ਕਹਿੰਦੇ ਸੀਗੇ ਵੀ ਹਾਂ ਜੀ ਹੋਣਾ ਚਾਹੀਦਾ ਆ। ਜੇ ਅੱਜ ਮਾਲੀ ਸਿੰਘ ਨੂੰ ਦੇਖੋ, ਕੋਈ ਵੀ ਬੰਦਾ, ਮੈਂ ਨਹੀਂ ਕਹਿੰਦਾ ਮਾਲੀ ਵੀਰ ਗਲਤ ਆ, ਪਰ ਅਸਲੀਅਤ ਇਹ ਆ ਵੀ ਆਪਾਂ ਨੂੰ ਇੱਕ ਸੰਯੁਕਤ, ਜਿਵੇਂ ਆਪਾਂ ਸੀਗੇ, ਜੇ ਸੰਯੁਕਤ ਮੋਰਚਾ ਸੀ ਨਾ, ਉਹ ਸੰਯੁਕਤ ਕਰਕੇ ਜਿੱਤਿਆ ਸੀਗਾ। ਉਹਨਾਂ ਲੀਡਰਾਂ ਤੇ ਇੰਨੀ ਛੇਤੀ ਕਿੰਤੂ ਪਰੰਤੂ ਕਿਉਂ ਕਰ ਦੇਣਾ ਚਾਹੀਦਾ, ਜਿਹੜੇ ਨੇ ਐਡੀ ਵੱਡੀ ਜਿੱਤ ਸਾਡੀ ਝੋਲੀ ਪਾਈ ਹੈ ਲੋਕਾਂ ਦੀ। ਬਿਲਕੁਲ। ਮੈਂ ਨਾ ਇਸੇ ਇੱਕ ਗੱਲ ਐਡ ਕਰਦਾ ਪ੍ਰੀਤਮਿੰਦਰ ਜੀ, ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ, ਆਪਣੇ ਵਿਚਾਰ ਰੱਖਣ ਦਾ ਅਧਿਕਾਰ ਆ, ਇਨਕਲੂਡਿੰਗ ਮਲਵਿੰਦਰ ਸਿੰਘ ਮਾਲੀ, ਸਾਡੇ ਵੱਡੇ ਭਰਾ ਆ, ਬਹੁਤ ਇੱਜ਼ਤ ਕਰਦੇ ਆ ਆਪਾਂ ਉਹਨਾਂ ਦੀ, ਉਹਨਾਂ ਨੂੰ ਪੂਰਾ ਹੱਕ ਆ। ਪਰ ਅਸੀਂ ਬੰਦੇ ਦੇ ਬੰਦੇ ਨਾ ਬਣੀਏ, ਸਿਰਫ ਇਸ ਕਰਕੇ ਨਾ ਸਪੋਰਟ ਕਰੀ ਜਾਈਏ ਵੀ ਅਸੀਂ ਬੰਦੇ ਦੇ ਬੰਦੇ ਬਣੇ ਹੋਏ ਆ ਕਿ ਨਵਜੋਤ ਸਿੱਧੂ ਬਹੁਤ ਮੇਰੇ ਕਲੋਜ਼ ਆ, ਜਾਂ ਮੈਂ ਉਹਦਾ ਐਡਵਾਈਜ਼ਰ ਸੀਗਾ, ਉਹਨੇ ਬਹੁਤ ਵਧੀਆ ਗੱਲ ਕੀਤੀ, ਸਿਰਫ ਇਸ ਕਰਕੇ ਨਹੀਂ, ਕਿਉਂਕਿ ਮਾਲੀ ਦੀ ਅਸੀਂ ਹਮੇਸ਼ਾ ਸਿਫਤ ਕਰਦੇ ਹਾਂ ਵੀ ਹਰੇਕ ਗਲਤ ਕੰਮ ਦੇ ਖਿਲਾਫ ਬੋਲਿਆ, ਹਰੇਕ ਥਾਂ ਦੇ ਉੱਤੇ, ਭਾਵੇਂ ਕੋਈ ਆਪਣਾ ਬੰਦਾ ਵੀ ਹੋਵੇ। ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਉਹ ਨਵਜੋਤ ਸਿੱਧੂ ਦੇ ਅੰਧ ਭਗਤ ਬਣ ਗਏ ਆ। ਉਹਨਾਂ ਨੂੰ ਇਹ ਕਹਿਣਾ ਨਹੀਂ ਬਣਦਾ ਵੀ ਭਾਈ ਤੁਸੀਂ ਪ੍ਰਧਾਨ ਆ, ਜੇ ਤੁਸੀਂ ਨਹੀਂ ਬਦਲਣਾ ਤੇ ਹੋਰ ਕਿਹਨੇ ਬਦਲਣਾ ਆ, ਹੋਰ ਕੌਣ ਬਦਲ ਸਕਦਾ ਇਸ ਗੱਲ ਨੂੰ। ਸੋ ਇਹ ਨਾ ਮਾਲੀ ਸ਼ਬਦ ਹੈ ਨਾ, ਮੈਂ ਨਾ ਇੱਕ ਮਿੰਟ ਹੋਲਡ ਕਰਿਓ, ਮੈਂ ਇੱਕ ਹੋਰ ਕਾਲ ਆ, ਉਹਨਾਂ ਨੂੰ ਵੀ ਨਾਲ ਹੀ ਵਿੱਚ ਲੈ ਲੈਣਾ, ਉਹ ਵੀ ਗੱਲ ਸੁਣੀ ਜਾਊਗੀ, ਆਪਾਂ ਇਕੱਠੇ ਹੀ ਕਰਦੇ ਹਾਂ ਸਾਰੇ ਪ੍ਰੋਗਰਾਮ ਅੱਜ। ਹਾਂਜੀ 7072 ਤੁਸੀਂ ਹੋਲਡ ਰੱਖਿਓ, ਪ੍ਰੀਤਮਿੰਦਰ ਹੋਣਾ ਦੀ ਗੱਲ ਪਹਿਲਾਂ ਸੁਣ ਲਿਓ, ਤੇ ਜੇ ਤੁਹਾਨੂੰ ਲੱਗਿਆ ਵੀ ਕੋਈ ਗੱਲ ਜ਼ਰੂਰੀ ਹੈ, ਤੁਸੀਂ ਵਿੱਚ ਹੀ ਆਪਣੀ ਸ਼ੁਰੂ ਕਰ ਦਿਓ। ਹਾਂਜੀ ਪ੍ਰੀਤਮਿੰਦਰ, ਤੁਸੀਂ ਖਤਮ ਕਰੋ ਆਪਣੀ ਗੱਲ। ਮੈਂ ਕਿਹਾ ਮਾਲੀ ਨਾ, ਇੱਕ ਤੁਹਾਨੂੰ ਸ਼ਾਇਦ ਪਤਾ ਨਹੀਂ ਤੁਹਾਡੇ ਦੁਆਬੇ 'ਚ ਹੈਗਾ ਕਿ ਨਹੀਂ, ਮਾਲਵੇ ਦੇ ਵਿੱਚ ਨਾ ਇੱਕ ਥਾਨ ਛੱਡਦੇ ਹੁੰਦੇ ਸੀਗੇ ਪਿੰਡ ਦੇ ਵਿੱਚ। ਹਾਂਜੀ ਬਿਲਕੁਲ ਜੀ, ਉਹਨੂੰ ਮਾਲੀ ਕਹਿੰਦੇ ਸੀ, ਉਹਨੂੰ ਮਾਲੀ ਕਹਿੰਦੇ ਸੀ। ਨਹੀਂ, ਉਹਨਾਂ ਦੀ ਵੀ ਜ਼ਰੂਰਤ ਹੁੰਦੀ ਜੀ, ਸਾਣ ਦੀ ਵੀ ਜ਼ਰੂਰਤ ਆ। ਉਹ ਡੰਡਾ ਹੁੰਦਾ ਇੱਕ, ਤੇ ਉਹ ਜ਼ਰੂਰੀ ਹੁੰਦਾ, ਵੈਸੇ ਉਹ ਚੱਲਦਾ ਰਹਿਣਾ ਚਾਹੀਦਾ।
ਮੈਂ ਵੀ ਇਹੀ ਗੱਲ ਕਹਿਣੀ ਚਾਹੁੰਦਾ ਵੀ ਉਹਨੂੰ ਸਾਧ ਹੀ ਸਮਝਦੇ ਸੀਗੇ, ਸਾਨ ਨਹੀਂ ਸੀ ਸਮਝਦੇ। ਉਹ ਜਿਹੜੀ ਮਰਜ਼ੀ ਖੁਰਲੀ ਤੇ ਜਾ ਕੇ ਖਾ ਸਕਦਾ ਸੀਗਾ, ਜਿਹੜੇ ਮਰਜ਼ੀ ਖੇਤ ਜਾ ਸਕਦੇ, ਉਹਨੂੰ ਕੋਈ ਕੁਝ ਕਹਿੰਦਾ ਨਹੀਂ ਸੀਗਾ। ਸਾਡੇ ਲਈ ਮਾਲੀ ਵੀਰ ਦਾ ਰੁਤਬਾ ਉਹੀ ਹੈ, ਠੀਕ ਹੈ ਨਾ। ਪਰ ਗੱਲ ਇਹ, ਮਾਲੀ ਵੀਰ ਨੂੰ ਅਸੀਂ ਹੱਥ ਜੋੜ ਕੇ, ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਥਰੂ ਵੀ ਭਰਾਵਾ ਤੂੰ ਸਾਡੇ ਨਾਲ ਆ, ਸਾਡਾ ਭਰਾ ਆ, ਘੱਟੋ ਘੱਟ ਸਾਨੂੰ ਜੇ ਡੀਮੋਰਲਾਈਜ਼ ਨਾ ਕਰੋ, ਠੀਕ ਹੈ ਨਾ। ਇਹ ਜਿਹੜਾ ਆਪਾਂ ਇਹ ਗੱਲ ਕਹਿੰਦੇ ਵੀ ਨਹੀਂ ਕੁਝ ਹੋ ਸਕਦਾ, ਉਹ ਬਾਈ ਜੀ ਸਭ ਕੁਝ ਹੋ ਸਕਦਾ ਆ, ਠੀਕ ਹੈ ਨਾ। ਜੇ 3 ਕਾਨੂੰਨ ਵਾਪਸ ਹੋ ਸਕਦੇ ਆ ਤੇ ਸਰਕਾਰ ਬਣਾਉਣੀ ਕਿੱਡਾ ਔਖਾ ਕੰਮ ਆ। ਪਰ ਨਹੀਂ, ਅਸੀਂ ਕਹਿੰਦੇ ਛਿੱਤਰ ਖਾਣ ਵੀ ਅਸੀਂ ਇਕੱਠੇ ਆ ਤੇ ਖੀਰ ਖਾਣ ਵੀ ਅਸੀਂ ਆਡੇ ਆਡੇ। ਖੀਰ ਖਾਣ ਵੇਲੇ ਸਾਡੀ ਲੜਾਈ ਪੈ। ਮੇਰੀ ਤਾਂ ਵਾਹਿਗੁਰੂ ਅੱਗੇ ਇਹੀ ਬੇਨਤੀ ਆ ਵੀ ਤੁਸੀਂ ਭਰਾ ਆਪਦਾ ਜ਼ੋਰ ਲਾ ਕੇ ਰੱਖੋ ਇਸ ਗੱਲ ਤੇ ਵੀ ਆਪਾਂ ਜਿਹੜੇ ਆ ਇਹ ਮੋਰਚਾ ਜਿਹੜਾ, ਜਿਵੇਂ ਆਪਾਂ ਕਿਸਾਨ ਮੋਰਚਾ ਫਤਿਹ ਕੀਤਾ ਸੀ, ਇਸੇ ਤਰ੍ਹਾਂ ਸੰਯੁਕਤ ਮੋਰਚਾ ਜਿਹੜਾ ਕਮ ਸੇ ਕਮ 3 ਸਟੇਟਾਂ ਦੇ ਵਿੱਚ, ਹਰਿਆਣਾ, ਪੰਜਾਬ ਤੇ ਯੂਪੀ ਦੇ ਵਿੱਚ ਆਪਾਂ ਆਪਦੀ ਸਰਕਾਰ ਬਣਾ ਸਕੀਏ, ਹਿੰਦੁਸਤਾਨ ਆਪੇ ਫਤਿਹ ਹੋ ਜਾਊਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਧੰਨਵਾਦ ਜੀ, ਧੰਨਵਾਦ ਤੁਹਾਡਾ ਵੀਰਾਂ ਦਾ। ਧੰਨਵਾਦ। ਮੇਰੇ ਤੋਂ ਗਲਤ ਕਹੀ ਉਹ ਗੱਲ ਜਮੋਹਨ ਵੀਰ ਜੀ ਤਾਂ ਸੌਰੀ, ਮੈਂ ਤਾਂ ਇਹ ਚਾਹੁੰਦਾ ਵੀ ਇਹ ਪਾਰਟੀ ਆਪਣੀ। ਹਾਂ ਬਿਲਕੁਲ ਜੀ। ਹਾਂਜੀ 7072 ਤੁਸੀਂ ਆਉਣੇ ਰਹੋ। हाँ जी, कृपा करो दीन के दाते, मेरे गुण अवगुण न विचारो कोई, माटी का क्या धोपै स्वामी मानस की गत है जी। ਬਿਲਕੁਲ ਜੀ। मैं सारे ਸਰੋਤਿਆਂ ਨੂੰ ਮੁਬਾਰਕਬਾਦ ਦਿੰਦਾ ਜਿਹੜੇ ਨਵੇਂ ਸਾਲ ਦੇ ਸੰਬੰਧ ਤੇ ਮੇਰੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਮੈਨੂੰ ਇੰਡੀਅਨ ਐਮਬੈਸੀ ਨੇ ਸੱਦਿਆ ਸੀ। ਹਾਂਜੀ। ਤੇ ਉਹ ਮੇਰੇ ਕੋਲ ਵੱਧ ਤੋਂ ਵੱਧ ਇਨਫੋਰਮੇਸ਼ਨ ਲੈਣਾ ਚਾਹੁੰਦੇ ਸਨ ਤੇ ਇਸ ਅੰਦੋਲਨ ਪ੍ਰਤੀ ਉਹਨਾਂ ਨੇ ਮੈਨੂੰ ਕਿਹਾ ਕਿ ਕੌਣ ਸਪੋਰਟ ਕਰ ਰਿਹਾ ਹੈ, ਕਿਹੜਾ ਮੁਲਕ ਸਪੋਰਟ ਕਰ ਰਿਹਾ, ਸਾਰਾ ਮਤਲਬ ਨਾ ਡਿਟੇਲ। ਹਾਂਜੀ। ਤੇ ਉਸ ਤੋਂ ਬਾਅਦ ਤੇ ਮੇਰੀ ਸੈਕੰਡ ਮੀਟਿੰਗ ਹੋਈ, ਮੈਂ ਉੱਥੇ ਹੀ ਇੱਕ ਪੁਆਇੰਟ ਤੇ ਅੜਿਆ ਰਿਹਾ। ਮੈਂ ਕਿਹਾ ਇਸ ਅੰਦੋਲਨ 101% ਜਿੱਤੇਗਾ। ਤੇ ਫਿਰ ਥਰਡ ਸਾਡੀ ਮੀਟਿੰਗ ਹੋਈ ਤੇ ਉਦੋਂ ਵੀ ਮੈਂ ਮਤਲਬ ਉੱਥੇ ਹੀ ਆਪਣੀ ਗੱਲ ਤੇ ਅੜਾ ਰਿਹਾ ਤੇ ਇਹ ਵੀ ਮੈਂ ਉਹਨੂੰ ਗੱਲ ਕੀਤੀ ਸੀ ਕਿ ਇਸ ਅੰਦੋਲਨ ਤੋਂ ਹੀ ਪੋਲੀਟੀਕਲ ਪਾਰਟੀ ਨਿਕਲੇਗੀ। ਹਾਂਜੀ। ਤੇ ਉਹੀ ਹੋਇਆ ਜੋ ਮੈਂ ਕਿਹਾ। ਤੇ ਮੇਰੀ ਪਿਛਲੇ ਦਿਨ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ। ਹਾਂਜੀ। ਤੇ ਉਹਨਾਂ ਨੇ ਮਤਲਬ ਥਾਈਲੈਂਡ ਦਾ ਮੈਨੂੰ ਇੱਕ ਤਰ੍ਹਾਂ ਰਿਪਰੈਜ਼ੈਂਟੇਟਿਵ ਬਣਾ ਦਿੱਤਾ। ਤੇ ਸਾਡੇ ਵੱਲੋਂ, ਥਾਈਲੈਂਡ ਵੱਲੋਂ ਅਸੀਂ ਵੱਧ ਚੜ੍ਹ ਕੇ, ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਹੈ ਤੇ ਮੇਰਾ ਖਿਆਲ ਹੈ ਮੈਂ ਕੋਈ ਜਗ੍ਹਾ ਛੱਡਦਾ ਹੀ ਨਹੀਂ ਜਿੱਥੇ ਸ਼ੇਅਰ ਨਹੀਂ ਕਰਦਾ। ਥੈਂਕ ਯੂ ਜੀ, ਜ਼ਰੂਰ ਜੀ, ਬਹੁਤ ਧੰਨਵਾਦ। ਹਾਂਜੀ। ਤੇ ਚਲੋ ਮੈਂ ਫਿਰ ਕੋਸ਼ਿਸ਼ ਕਰਦਾ ਵੀ ਡਾਕਟਰ ਸਾਹਿਬ ਨੂੰ ਫੋਨ ਤੇ ਲੈ ਲੈਂਦੇ ਆਪਾਂ, ਸਕਾਈਪ ਨੂੰ ਛੱਡ ਕੇ। ਹਾਂਜੀ ਹਾਂਜੀ। ਇੱਕ ਹੋਰ ਗੱਲ ਵੀਰ ਜੀ, ਅੱਜ ਮੈਂ ਪਹਿਲੀ ਵਾਰ ਇੰਗਲਿਸ਼ ਦੀ ਸਪੀਚ ਦਿੱਤੀ ਹੈ। ਵੈਰੀ ਗੁੱਡ। ਤਕਰੀਬਨ 15-16 ਮਿੰਟ। ਹਾਂਜੀ। ਤੇ ਉਹ ਤੁਹਾਡੇ ਕੋਲ ਟਾਈਮ ਹੋਏ ਜ਼ਰੂਰ ਸੁਣਿਆ ਜੇ, ਕਿਉਂਕਿ ਮੈਂ ਪਹਿਲੀ ਵਾਰ ਇੰਗਲਿਸ਼ ਦੀ ਦਿੱਤੀ ਹੈ, ਮੈਂ ਅੱਗੇ ਕਦੀ ਦਿੱਤੀ ਨਹੀਂ। ਹਾਂਜੀ। ਤੇ ਫਿਰ ਵੀ ਜੋ ਮੇਰੇ ਮਨ ਨੇ ਕਿਹਾ ਉਹਨੇ ਹੀ ਬੁਲਾਇਆ ਮੈਨੂੰ, ਕਿਉਂਕਿ ਮੈਂ ਸਮਝਣਾ ਮਨ ਹੀ ਸਾਡਾ ਰੱਬ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਹਾਂਜੀ ਪ੍ਰੀਤਮੰਦਰ, ਤੁਸੀਂ ਕੁਝ ਕਹਿ ਰਹੇ ਸੀ? ਗੋਲਡੀ, ਮੈਂ ਕਿਹਾ ਸ਼ੁਭ ਨਾਮ ਕੀ ਹੈ ਵੀਰ ਜੀ ਜਿਹੜੇ ਬੋਲੇ ਸੀ? ਨਾਮ ਇੰਟਰੋਡਕਸ਼ਨ ਨਹੀਂ ਕੀਤੀ ਇਹਨਾਂ ਨੇ। ਕਮਲਜੀਤ ਸਿੰਘ ਕੁਕਰੇਜਾ ਜੀ। ਕੁਕਰੇਜਾ। ਥੈਂਕ ਯੂ। ਚਲੋ ਕੋਈ ਨਹੀਂ, ਤੁਸੀਂ ਡਾਕਟਰ ਸਾਹਿਬ ਨੂੰ ਪ੍ਰੋਜੈਕਟ ਕੋਸ਼ਿਸ਼ ਆ ਜਾਣ ਤਾਂ ਬਹੁਤ ਵਧੀਆ ਵਿਚਾਰ ਸੁਣ ਲਈਏ ਨਾ। ਓਕੇ ਜੀ, ਥੈਂਕ ਯੂ। ਹਾਂਜੀ। ਹੁਣ ਗੱਲ ਇੱਕ ਆਪਾਂ ਕਰੀਏ ਭਾਜੀ ਵੀ ਜਦੋਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਪ੍ਰੋਗਰਾਮ ਜਿਹੜੇ ਤੁਹਾਡੀ ਰੂਬਰੂ ਕਰਦੇ ਹਾਂ, ਵੱਖ-ਵੱਖ ਲੀਡਰ ਲੈ ਕੇ ਆਉਂਦੇ ਹਾਂ, ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਜੇ ਮਾਲਵਿੰਦਰ ਸਿੰਘ ਮਾਲੀ ਦੀ ਸੋਚ ਉਸ ਤਰੀਕੇ ਨਾਲ ਆ ਤੇ ਕੁਝ ਕਿਸਾਨ ਜਥੇਬੰਦੀਆਂ ਦੀ ਵੀ ਸੋਚ ਇਸ ਤਰੀਕੇ ਨਾਲ ਆ ਵੀ ਇਲੈਕਸ਼ਨ 'ਚ ਨਹੀਂ ਖੜਨਾ ਚਾਹੀਦਾ। ਸੋ ਹਰ ਇੱਕ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ, ਜ਼ਰੂਰੀ ਨਹੀਂ ਹਰ ਇੱਕ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਹੋਈਏ, ਜ਼ਰੂਰੀ ਨਹੀਂ ਹਰ ਇੱਕ ਸਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਪਰ ਅਸਲੀ ਜਿਹੜਾ ਵਿਚਾਰ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਆ, ਗੁਰੂ ਸਾਹਿਬ ਦੇ ਆ, ਗੁਰਮਤ ਆ। ਗੁਰਮਤ ਤੇ ਇੱਕ ਵਿਚਾਰਧਾਰਾ ਤੇ ਹਰ ਬੰਦਾ ਸਹਿਮਤ ਹੁੰਦਾ ਆ, ਜਿਹੜਾ ਗੁਰਮਤ ਨੂੰ ਆਪ ਪੜ੍ਹਦਾ ਆ, ਸਮਝਦਾ ਆ, ਜੀਵਨ 'ਚ ਲਾਗੂ ਕਰਦਾ ਆ।
ਦੂਜੀ ਗੱਲ ਰਹਿ ਗਈ ਆਪਣੇ ਨਿਸ਼ਾਨ ਸਿੰਘ ਢਿੱਲੋਂ ਉਹਨਾਂ ਨੇ ਲਿਖਿਆ ਕਿ ਮੌੜ ਹਲਕੇ ਤੋਂ ਲੱਖਾ ਸਦਨ ਆਪਣੇ ਤੌਰ ਤੇ ਆਪਣੀ ਚੋਣ ਮੁਹਿੰਮ ਵਿੱਚ ਕੁੱਦ ਪਿਆ ਆ। ਬਹੁਤ ਵਧੀਆ ਗੱਲ ਹੈ ਜੀ, ਜੇ ਉਹ ਕੁੱਦ ਪਏ ਆ। ਇੱਦਾਂ ਹੀ ਚਾਹੀਦਾ ਆ, ਆਪਣੇ ਆਪਣੇ ਏਰੀਏ ਦੇ ਵਿੱਚ ਚੰਗਾ ਇਨਸਾਨ ਕੋਈ ਖੜ ਕੇ ਜ਼ਰੂਰ ਆਪਣਾ ਯੋਗਦਾਨ ਪਾਵੇ। ਜੇ ਉਸ ਕਾਬਲ ਹੋਊਗਾ ਤੇ ਜ਼ਰੂਰ ਜਿੱਤੂਗਾ। ਬਾਕੀ ਰਹਿ ਗਈ ਵੋਟ ਪਾਉਣ ਦੀ। ਵੋਟ ਕਿਹਨੂੰ ਪਾਉਣੀ ਆ? ਵੋਟ ਪਾਉਣਾ ਹਰ ਇੱਕ ਦਾ ਆਪਣਾ ਅਧਿਕਾਰ ਆ। ਅਸੀਂ ਕਿਸੇ ਨੂੰ ਗੱਲਾਂ ਕਰਕੇ ਵੋਟ ਪਾਉਣ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਜਦੋਂ ਹਰ ਇਨਸਾਨ ਇਹ ਸੋਚਣ ਲੱਗ ਪਿਆ ਵੀ ਸਾਡੀ ਲੁੱਟ ਖਸੁੱਟ ਹੋ ਰਹੀ ਆ, ਸਾਡੇ ਨਾਲ ਧੱਕਾ ਹੋ ਰਿਹਾ ਆ, ਹੁੰਦਾ ਆ ਰਿਹਾ, ਹਰ ਇੱਕ ਨੇ ਦੇਖਿਆ ਵੀ ਸਾਡੇ ਚਾਹੇ ਉਹ ਪਾਣੀਆਂ ਦੀ ਮੰਗ ਹੈ, ਚਾਹੇ ਉਹ ਚੰਡੀਗੜ੍ਹ ਦੀ ਮੰਗ ਹੈ, ਚਾਹੇ ਬੰਦੀ ਸਿੱਖਾਂ ਦੀ ਗੱਲ ਹੈ। ਜੇ ਤਾਮਿਲਨਾਡੂ ਦੇ ਵਿੱਚ ਜਿਨ੍ਹਾਂ ਨੇ ਰਾਜੀਵ ਗਾਂਧੀ ਦੀ ਡੈਥ 'ਚ ਜਿਹੜੇ ਇਨਵੋਲਵ ਸੀਗੇ, ਤਾਮਿਲਨਾਡੂ ਨੇ ਪਾਰਲੀਮੈਂਟ ਦੇ ਵਿੱਚ ਇੱਕ ਮੁੱਦਾ ਲਿਆ ਕੇ ਉਹਨਾਂ ਸਾਰਿਆਂ ਨੂੰ ਮਾਫ ਕਰਕੇ ਤੇ ਉਹਨਾਂ ਨੂੰ ਰਿਹਾਈ ਦਿੱਤੀ ਗਈ। ਸਾਡੇ ਜਿਹੜੇ ਸਿੰਘ ਆ, ਸਾਡੇ ਭਰਾ ਆ ਬੰਦੀ ਸਿੰਘ, ਜਿਹੜੇ ਕਿੰਨੇ ਚਿਰ ਦੇ ਜੇਲ੍ਹਾਂ ਦੇ ਵਿੱਚ ਕੈਦ ਆ, ਉਹਨਾਂ ਦੀ ਇਸ ਟਾਈਮ ਸਾਰੀ ਜ਼ਿੰਦਗੀ ਜਵਾਨੀ ਸਾਰੀ ਵਿੱਚੇ ਨਿਕਲ ਗਈ ਜੇਲ੍ਹਾਂ ਦੇ। ਹੁਣ ਉਹਨਾਂ ਦੀ ਰਿਹਾਈ ਵਾਸਤੇ ਪੰਥਕ ਚਾਹੇ ਅਕਾਲੀ ਦਲ ਹੈ, ਕਾਦੀਆਂ ਰੋਟੀਆਂ ਸੇਕਦਾ ਆ। ਇਹ ਉਹੀ ਅਕਾਲੀ ਦਲ ਆ, ਅਸੀਂ ਬਾਰ-ਬਾਰ ਚੇਤੇ ਤਾਂ ਕਰਾਉਂਦੇ ਆ, ਜਿਨ੍ਹਾਂ ਨੇ ਸਪੈਸ਼ਲ ਇੱਕ ਬਣਾਇਆ ਸੀ ਵੀ ਜਿਹੜੇ ਪੁਲਿਸ ਅਫਸਰਾਂ ਨੇ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਨੂੰ ਮਾਰਿਆ ਆ, ਆਮ ਲੋਕਾਂ ਦੇ ਮੁਕਾਬਲੇ ਬਣਾ ਕੇ ਮਾਰਿਆ, ਉਹਨਾਂ ਨੂੰ ਸਜ਼ਾਵਾਂ ਜਦੋਂ ਮਿਲ ਰਹੀਆਂ ਸੀ, ਉਹਨਾਂ ਤੇ ਐਕਸ਼ਨ ਹੋ ਰਿਹਾ ਸੀ, ਉਹਨਾਂ ਵਾਸਤੇ ਇੱਕ ਅਲੱਗ ਬਾਦਲ ਸਾਹਿਬ ਨੇ ਫੰਡ ਇਕੱਠਾ ਕਰਕੇ ਇੱਕ ਫੰਡ ਸ਼ੁਰੂ ਕੀਤਾ ਕਿ ਉਹ ਸਰਕਾਰ ਲੜੂਗੀ ਉਹਨਾਂ ਦੇ ਕੇਸ ਸਾਰੇ, ਜਿਨ੍ਹਾਂ ਨੇ ਝੂਠੇ ਬੰਦੇ ਮੁਕਾਬਲੇ ਝੂਠੇ ਮਾਰੇ ਆ। ਸੋ ਇਹ ਕਿੱਡਾ ਵੱਡਾ ਸਾਡਾ ਲੋਲੀਪੌਪ ਆ। ਅੱਜ ਦੀ ਡੇਟ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਜਾ ਕੇ ਕਹਿ ਰਹੇ ਆ ਵੀ ਹੁਣ ਤੁਹਾਨੂੰ ਦਾਲ ਤਾਂ ਦਿੰਦੇ ਸੀਗੇ, ਚੌਲ ਦਿੰਦੇ ਸੀ, ਆਲੂ ਵੀ ਨਾਲ ਦੇਵਾਂਗੇ ਦਾਲ ਰੋਟੀ ਦੇ ਨਾਲ। ਇਹ ਕਿਹੋ ਜਿਹੀਆਂ ਵਾਹੀਆਤ ਗੱਲਾਂ ਆ। ਆਪ ਤੁਸੀਂ ਦਾਲ ਰੋਟੀ ਤੇ ਆਲੂਆਂ ਨਾਲ ਗੁਜ਼ਾਰਾ ਕਰ ਲਓ, ਤੁਹਾਨੂੰ ਫਿਰ ਇੰਨੀਆਂ ਹਜ਼ਾਰਾਂ ਬੱਸਾਂ ਖੜੀਆਂ ਕਰਨ ਦੀ ਕੀ ਲੋੜ ਆ? ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਇੱਕ ਬੰਦਾ ਸਿਰਫ ਦਾਲ ਰੋਟੀ ਤੇ ਆਲੂ ਹੀ ਚਾਹੁੰਦਾ ਆ, ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਇਹ ਜਿਹੜੇ ਲੋਕ ਆ, ਇਹ ਇਹਨਾਂ ਦੀ ਨਿਗਾਹ ਦੇ ਵਿੱਚ ਇੰਨੇ ਥੱਲੇ ਲੈਵਲ ਦੇ ਆ ਕਿ ਇਹ ਸਿਰਫ ਦਾਲ ਰੋਟੀ ਤੇ ਆਲੂਆਂ ਕਰਕੇ ਸਾਨੂੰ ਵੋਟ ਪਾ ਦੇਣਗੇ। ਸੋ ਇਹ ਸੋਚਣ ਵਾਲੀ ਗੱਲ ਬਣਦੀ ਆ ਵੀ ਇਦਾਂ ਨਹੀਂ ਕੰਮ ਚੱਲਣਾ ਚਾਹੀਦਾ, ਨਾ ਹੀ ਇਦਾਂ ਗਾ ਚੱਲਣਾ ਆ। ਲੋਕ ਆਜ਼ਾਦ ਹੋ ਰਹੇ ਆ। ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਹਮੇਸ਼ਾ ਗੱਲ ਕਰਦੇ, ਕਿਉਂਕਿ ਸਾਡਾ ਚੈਨਲ ਜਿਹੜਾ ਇਹ ਗੁਰਮਤ ਨੂੰ ਸਮਰਪਿਤ ਆ। ਅਸੀਂ ਗੁਰੂ ਪਾਤਸ਼ਾਹ ਦੀ ਸੋਚ ਲੈ ਕੇ ਗਾਂਹ ਚੱਲਦੇ ਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਆਜ਼ਾਦ ਕਰਾਇਆ, ਉਹਨਾਂ ਨੇ ਕਿਹਾ ਵੀ ਤੁਸੀਂ ਮਾਨਸਿਕ ਤੌਰ ਤੇ ਜਿਹੜੇ ਆ ਉਹ ਜਾਂ ਤਾਂ ਹਿੰਦੂਇਜ਼ਮ ਵਿੱਚ ਲੱਗੇ ਆ ਜਾਂ ਤੁਸੀਂ ਮੁਸਲਮਾਨਾਂ ਪਿੱਛੇ ਲੱਗੇ ਆ, ਤੇ ਦੋਨੇ ਹੀ ਧਰਮ ਜਿਹੜੇ ਆ ਉਹ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਤੁਹਾਨੂੰ ਜਲੀਲ ਕਰਦੇ ਆ, ਮਾਨਸਿਕ ਗੁਲਾਮੀ ਦਿੰਦੇ ਆ ਤੁਹਾਨੂੰ। ਤੁਸੀਂ ਆਜ਼ਾਦ ਨਹੀਂ। ਹੁਣ ਹਰ ਬੰਦੇ ਨੂੰ ਪੁੱਛਣਾ ਪੈਂਦਾ ਸੀ ਖੇਤੀ ਕਰਨ ਤੋਂ ਪਹਿਲਾਂ ਸਵੇਰੇ ਜਾ ਕੇ ਵਿਪਰ ਨੂੰ ਕਿ ਮੇਰੀ ਜ਼ਮੀਨ ਸੁੱਤੀ ਆ ਕਿ ਜਾਗਦੀ ਆ। ਸੋ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਗੁਰੂ ਪਾਤਸ਼ਾਹ ਨੇ ਕੱਢਿਆ, ਤੇ ਅੱਜ ਕਿਸਾਨ ਜਿਹੜਾ ਆ ਉਹ ਜੇ ਸੜਕ 'ਚ ਖੜਦਾ ਆ ਕੇ ਜੇ ਉਹ ਕਹਿੰਦਾ ਵੀ ਅਸੀਂ ਆਪਣੀ ਪਾਰਟੀ ਬਣਾ ਕੇ ਇਹ ਲੜੀਏ, ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਸਭ ਤੋਂ ਵੱਧ ਮਿਰਚਾਂ ਹੀ ਉਹਨਾਂ ਨੂੰ ਲੱਗ ਰਹੀਆਂ ਆ, ਸਭ ਤੋਂ ਵੱਧ ਵਿਰੋਧ ਹੀ ਇਹਨਾਂ ਦਾ ਉਹ ਬੰਦੇ ਫੇਸਬੁੱਕਾਂ ਤੇ ਕਰ ਰਹੇ ਆ ਜਿਹੜੇ ਉਹਨਾਂ ਪਾਰਟੀਆਂ ਤੋਂ ਬੈਨੀਫਿਟ ਲੈਂਦੇ ਰਹੇ ਆ। ਜਿਹੜਾ ਬੰਦਾ ਅਕਾਲੀਆਂ ਤੋਂ ਸਾਰੀ ਉਮਰ ਬੈਨੀਫਿਟ ਲੈਂਦਾ ਆ, ਉਹ ਏਦਾਂ ਹੋ ਨਹੀਂ ਸਕਦਾ ਵੀ ਹੁਣ ਉਹਨਾਂ ਦੀ ਸਪੋਰਟ 'ਚ ਨਾ ਖੜਾ ਹੋਵੇ। ਏਦਾਂ ਹੀ ਜਿਹੜਾ ਕਾਂਗਰਸ ਤੋਂ ਬੈਨੀਫਿਟ ਲੈਂਦਾ, ਉਹਨਾਂ MLA ਦੇ ਝੋਲੀ ਚੁੱਕ ਤੁਰੇ ਫਿਰਦੇ ਆ। ਕਿੱਥੇ ਗਿਆ ਮਾਝੇ ਦਾ ਜਰਨੈਲ? ਕਹਿੰਦੇ 7 ਫੁੱਟ ਲੰਮਾ ਮਾਝੇ ਦਾ ਜਰਨੈਲ ਮਜੀਠੀਆ ਅੱਜ ਵਿਚਾਰਾ ਲੁਕਦਾ ਫਿਰਦਾ, ਕਿਤੇ ਲੱਭਣ ਨਹੀਂ ਡਿਆ ਕਿਤੇ। ਸੋ ਇਹ ਸਾਨੂੰ ਸੋਚਣ ਦੀ ਲੋੜ ਹੈ। ਹਾਂਜੀ ਭਾਜੀ, ਜੇ ਕਾਲ ਹੈ ਤਾਂ ਹਾਂਜੀ ਤੁਸੀਂ ਆਉਣੇ ਰਹੋ ਜੀ WhatsApp ਤੇ 55148। ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਿੱਕਰ ਸਿੰਘ ਅਰਜ਼ ਕਰ ਰਿਹਾ ਜੀ ਧੂਰੀ ਤੋਂ। ਹਾਂਜੀ ਬਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਮੋਰਚਾ ਹੋਂਦ ਚ ਆਇਆ ਹੈ, ਕਿਉਂਕਿ ਕੁਛ ਲੋਕਾਂ ਨੇ ਤਾਂ ਮੰਨ ਲਓ ਜਿਹੜਾ ਹੈ ਹੁਣ ਸਰਗਰਮੀ ਦੇ ਦੌਰਾਨ ਕਿਸਾਨ ਮੋਰਚੇ ਨੂੰ ਬਾਚਿਆ। ਹਾਂਜੀ, ਤੇ ਮੈਂ ਆਪ ਜੀ ਨਾਲ ਇੱਕ ਸ਼ੇਅਰ ਕਰਾਂ ਬਈ 1983 ਚ ਮੈਂ ਕਾਲਜ ਦੇ ਵਿੱਚੋਂ ਨਵਾਂ ਨਿਕਲਿਆ ਹੀ ਸੀ, ਤੇ ਜਦੋਂ ਜਿਹੜਾ ਹੈ ਗਵਰਨਰ ਪਾਂਡੇ ਦਾ ਘਿਰਾਓ ਕੀਤਾ ਹੈ, ਜੁਆਇੰਟ ਰੂਪ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਹੋਂਦ ਦੇ ਵਿੱਚ ਆਈ ਸੀ ਉਦੋਂ। ਹਾਂਜੀ, ਤੇ
ਉਦੋਂ ਮੈਂ ਦੇਖਿਆ ਵੀ ਲੱਖਾਂ ਦਾ ਇਕੱਠ ਉੱਥੇ ਹੋਇਆ, ਚੰਡੀਗੜ੍ਹ ਦੇ ਵਿੱਚ ਗਵਰਨਰੀ ਰਾਜ ਸੀਗਾ, ਤੇ ਉਦੋਂ ਜਿਹੜਾ ਹੈ ਨੌਜਵਾਨ ਮੇਰਾ ਹਾਣੀ ਕੋਈ ਢੂੰਡਿਆ ਨਹੀਂ ਸੀ ਲੱਭਦਾ। ਇਸ ਤਰ੍ਹਾਂ ਮੰਨਿਆ ਜਾਂਦਾ ਸੀ ਵੀ ਇਹ ਤਾਂ ਬਜ਼ੁਰਗਾਂ ਦੀ ਜਥੇਬੰਦੀਆਂ, ਮੇਰਾ ਸੁਭਾਅ ਸੀ, ਮੈਂ ਬਜ਼ੁਰਗਾਂ 'ਚ ਬਹਿੰਦਾ ਸੀਗਾ। ਤੇ ਅੱਜ ਇਹ ਖੁਸ਼ੀ ਦੀ ਗੱਲ ਹੈ ਵੀ ਨੌਜਵਾਨ ਵਰਗ ਕਿੰਨਾ ਸਾਡਾ ਨਾਲ ਚੱਲੇ ਹੈ। ਤੇ ਨਾਲ ਜਿਹੜੀ ਗੱਲ ਮੈਂ ਹੋਰ ਸ਼ੇਅਰ ਕਰਨੀ ਚਾਹੁੰਦਾ, ਇਹਨਾਂ 38 ਸਾਲਾਂ ਦੇ ਦੌਰਾਨ ਮੈਂ ਰਾਜੇਵਾਲ ਜੀ ਨੂੰ ਬਾਚਦਾ ਆ ਰਿਹਾ। ਬੇਸ਼ੱਕ ਮੇਰਾ ਫੀਲਡ ਚੇਂਜ ਹੋ ਗਿਆ ਸੀ ਸਮੇਂ ਦੇ ਲਿਹਾਜ਼, ਉਸ ਤੋਂ ਬਾਅਦ ਮੇਰਾ ਡਿਵੈਲਪਮੈਂਟ ਦਾ ਸਮਾਂ ਸੀ, ਮੈਂ ਇੰਸ਼ੋਰੈਂਸ ਅਦਾਰਿਆਂ 'ਚ ਗਿਆ, ਤਰੱਕੀ ਕੀਤੀ, ਫਿਰ ਮੈਂ ਦੁਕਾਨਦਾਰ ਹਾਂ। ਤੇ ਉਸ ਸਮੇਂ ਤੋਂ ਹੀ ਮੈਂ ਰਾਜੇਵਾਲ ਸਾਹਿਬ ਜੀ ਦੇ ਲੇਖ ਪੜ੍ਹਦਾ ਆ ਰਿਹਾ ਵੀ ਇਹੋ ਜਿਹੇ ਸੁਹਿਰਦ ਸ਼ਖਸ ਨੇ ਜਿਹੜੇ ਵਿਰਲੇ ਹੁੰਦੇ ਨੇ। ਮੈਂ ਤਾਂ ਇਹ ਮੰਨਦਾ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਅਸੀਂ ਮੋਰਚਾ ਜਿੱਤਿਆ ਹੈ, ਹੁਣ ਵੀ ਅਸੀਂ ਚੰਗੀਆਂ ਪਲਾਂਘਾਂ ਪੁੱਟਾਂਗੇ। ਸਾਨੂੰ ਸੁਹਿਰਦ ਹੋ ਕੇ ਇਹਨਾਂ ਦੇ ਨਾਲ ਜੁੜ ਜਾਣਾ ਚਾਹੀਦਾ। ਬਿਲਕੁਲ ਜੀ। ਮੈਂ ਨਿੱਜੀ ਤਜਰਬੇ ਤੋਂ ਮੈਂ ਦੱਸ ਰਿਹਾ ਜੀ ਵੀ ਸਨ 83 ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ, ਉਸ ਵੇਲੇ ਤੋਂ ਮੈਂ ਸਰਗਰਮੀ ਦੇਖ ਰਿਹਾ। ਹਾਲਾਂਕਿ ਇਹ ਤਾਂ ਉਦੋਂ ਵੀ ਪੁਰਾਣੇ ਨੇ। ਇੰਨੇ ਸੁਹਿਰਦ ਲੇਖ ਇਹਨਾਂ ਦੇ, ਅਰਥਚਾਰੇ ਬਾਰੇ ਇੰਨੀ ਡੂੰਘੀ ਜਾਣਕਾਰੀ, ਇਕੋਨਮੀ ਬਾਰੇ ਇੰਨੀ ਡੂੰਘੀ ਜਾਣਕਾਰੀ, ਜਿਹੜਾ ਲੇਖਾਂ ਤੇ ਜਿਹੜਾ ਹੈ ਐਡੀਟੋਰੀਅਲ ਲੇਖ ਲਿਖ ਕੇ ਦਿੰਦੇ ਰਹੇ ਨੇ। ਬਿਲਕੁਲ। ਤੇ ਮੈਂ ਸਮਝਦਾ ਵੀ ਜਦੋਂ ਇਹ ਮੋਰਚਾ ਲੱਗਿਆ ਉਸ ਤੋਂ ਪਹਿਲਾਂ ਹੀ ਮੈਨੂੰ ਜਿਹੜਾ ਹੈ ਇਹਨਾਂ ਬਾਰੇ ਇਹ ਹੋ ਗਿਆ ਸੀ ਵੀ ਕੁਛ ਨਾ ਕੁਛ ਕਰਕੇ ਦਿਖਾਉਣ ਦੀ ਪਾਵਰ ਰੱਖਦੇ ਨੇ। ਸਮਾਂ ਬਣਿਆ ਤੇ ਹਾਂਜੀ, ਇਹ ਸਾਡਾ ਨਾ ਬਹੁਤ ਹੀ ਖੁਸ਼ੀ ਦੀ ਗੱਲ ਬਿਕਰ ਸਿੰਘ ਜੀ, ਸਾਡਾ ਪੰਜਾਬੀਆਂ ਦਾ ਇੱਕ ਸੁਭਾਅ ਬਣ ਚੁੱਕਾ ਆ ਕਿ ਜਿਹੜਾ ਬੰਦਾ ਤਾਂ ਕੁਆਲੀਫਾਈਡ ਆ, ਜਿਹੜਾ ਬੰਦਾ ਸਿਆਣਾ ਆ, ਜਿਹੜਾ ਸਾਨੂੰ ਕਿਸੇ ਪਾਸੇ ਲਿਜਾ ਸਕਦਾ, ਉਹਦੀਆਂ ਤਾਂ ਅਸੀਂ ਲੱਤਾਂ ਖਿੱਚਣੀਆਂ। ਤੇ ਜਿਹੜਾ ਬੰਦਾ ਜਮਾ ਸਿਰੇ ਦਾ ਮੂਰਖ ਕਹਿ ਲਓ, ਜਾਂ ਜਿਹਨੂੰ ਕੋਈ ਅਕਲ ਨਹੀਂ, ਜਦੋਂ ਉਹਨੂੰ ਅਸੀਂ ਜਿਤਾ ਲੈਂਦੇ ਆ ਤੇ ਉਹਨੂੰ ਉਹਦੀਆਂ ਲੱਤਾਂ ਬਾਅਦ 'ਚ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ ਵੀ ਇਹ ਜਿੱਤਿਆ ਕਿਉਂ? ਭਾਈ ਤੁਸੀਂ ਜਿਤਾਇਆ, ਵੋਟਾਂ ਨੇ ਜਿਤਾਇਆ, ਆਪਣੇ ਆਪ ਤਾਂ ਕਦੀ ਨਹੀਂ ਕੋਈ ਜਿੱਤ ਸਕਦਾ। ਹੁਣ ਉਹ ਕਿਸੇ ਨੇ ਕੱਲ ਬੜਾ ਵਧੀਆ ਲਿਖਿਆ ਸੀਗਾ, ਕਹਿੰਦਾ ਵੀ ਜਦੋਂ ਕੇਜਰੀਵਾਲ ਦਾ ਮਫਲਰ ਨਿਕਲ ਆਵੇ ਬਾਹਰ ਤਾਂ ਸਮਝ ਲਓ ਕਿ ਸਿਆਲ ਆ ਗਏ, ਤੇ ਜਦੋਂ ਵੱਡਾ ਬਾਦਲ ਨਿਕਲ ਆਏ ਤਾਂ ਸਮਝ ਲਓ ਇਲੈਕਸ਼ਨ ਆ ਗਏ। ਉਹ ਬਾਦਲ ਸਾਹਿਬ 5 ਸਾਲ ਕਦੇ ਦਿਖਦੇ ਨਹੀਂ ਹੈਗੇ, ਤੇ 5 ਸਾਲ ਬਾਅਦ ਉਹਨਾਂ ਨੂੰ ਕੱਢ ਲੈਂਦੇ ਆ, ਮੋਰੇ ਰੱਖ ਦਿੰਦੇ ਆ। ਹਾਂ, ਫਿਰ ਉਹ ਪੰਥ ਦੀ ਗੱਲ, ਪੰਥ ਦੀ ਗੱਲ, ਉਹ ਫਿਰ ਪੰਥ ਦੇ ਨਾਮ ਤੇ ਲੱਗ ਜਾਂਦੇ ਆ ਬਸ। ਤੇ ਇਦਾਂ ਹੀ ਕੈਪਟਨ ਸਾਹਿਬ ਸੀਗੇ, ਕੈਪਟਨ ਸਾਹਿਬ ਇਲੈਕਸ਼ਨ ਦੇ ਟਾਈਮ ਦੇ ਉੱਤੇ ਖੜੇ ਹੋ ਜਾਂਦੇ ਸੀ, ਬਾਅਦ 'ਚ 5 ਸਾਲ ਗਾਇਬ ਹੋ ਜਾਂਦੇ ਸੀ। ਚੱਲ ਉਹ ਤਾਂ ਹੁਣ ਪਾਸੇ ਕਰਤੇ ਉਹਨਾਂ ਨੇ। ਤੇ ਇੱਕ ਜਿਹੜੀ ਨਾ ਬਹੁਤ ਹੋਰ ਗੱਲ ਕਰਨੀ ਆਪਣੀ ਇੱਥੇ ਅੱਜ ਦੇ ਪ੍ਰੋਗਰਾਮ 'ਚ ਬਣਦੀ ਆ ਕਿ ਇੱਕ ਪਾਸੇ ਤਾਂ ਅਸੀਂ ਕਹੀ ਜਾਂਦੇ ਆ ਵੀ ਭਾਰਤ ਦੇ ਵਿੱਚ ਜੁਮਲਿਆਂ ਦੀ ਰਾਜਨੀਤੀ ਹੁੰਦੀ ਆ, ਮੋਦੀ ਜੁਮਲੇ ਸੁਣਾ ਕੇ ਪ੍ਰਧਾਨ ਮੰਤਰੀ ਬਣ ਗਿਆ, ਸਾਨੂੰ ਪਤਾ ਵੀ ਆ। ਤੇ ਫਿਰ ਅਸੀਂ ਦੂਜਿਆਂ ਦੇ ਜੁਮਲਿਆਂ ਦੇ ਵਿੱਚ ਫਸ ਜਾਂਦੇ ਆ, ਉਹ ਚਾਹੇ ਕੇਜਰੀਵਾਲ ਦੇ ਬਿਲਕੁਲ ਜੀ, ਬਿਲਕੁਲ ਸਾਡਾ ਸੁਭਾਅ ਬਣ ਗਿਆ ਜੀ, ਸਾਡੇ ਕੰਨ ਰਸ ਪੈ ਗਿਆ, ਅਸੀਂ ਜੁਮਲਿਆਂ ਤੋਂ ਖੁਸ਼ ਆਨੰਦ ਮਹਿਸੂਸ ਕਰਦੇ ਹਾਂ ਜੁਮਲੇ ਲੈ ਕੇ। ਹਾਂ, ਉਹ ਮੈਂ ਦੇਖਣ ਕਈ ਦਿਨਾਂ ਦਾ ਸੁਭਾਅ ਬਣ ਚੁੱਕਿਆ ਹੈ। ਮੈਂ ਪਿਛਲੇ ਮਹੀਨੇ ਤੋਂ ਵਾਚ ਕਰਨ ਡਿਆ, ਸਾਰੀਆਂ ਇੰਟਰਵਿਊ ਜਿਹੜੀਆਂ ਵੀ ਆਉਂਦੀਆਂ, ਉਹ ਚਾਹੇ ਨਵਜੋਤ ਸਿੱਧੂ ਹੋਵੇ, ਚਾਹੇ ਉਹ ਚੰਨੀ ਹੋਵੇ, ਚਾਹੇ ਕੇਜਰੀਵਾਲ ਹੋਵੇ, ਚਾਹੇ ਕੋਈ ਹੋਰ ਹੋਵੇ, ਉਹ ਸਾਰੀ ਜੁਮਲੇ ਹੀ ਸੁਣਾ ਰਹੇ ਆ। ਕੋਈ ਸੈਂਸ ਨਹੀਂ ਬਣਦੀ। ਜੁਮਲੇ ਹੀ ਹਨ ਜੀ। ਦੇਖੋ, ਬੇਨਤੀ ਕਰ ਰਿਹਾ ਮੈਂ, ਆਪ ਜੀ ਦੀ ਗੱਲ ਮੈਂ ਵਿੱਚੋਂ ਲੈਣ ਲੱਗਿਆ। ਜਿਹੜੇ ਪੁਰਾਣੇ ਸਮਿਆਂ ਦੇ ਵਿੱਚ, ਮੈਂ ਮਤਲਬ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹਾਂ, ਜਿਹੜੇ ਮੁੱਦੇ ਸੀਗੇ ਸਾਡੇ ਮਤਲਬ ਅਰਥਚਾਰੇ ਦੇ, ਰੁਜ਼ਗਾਰ ਦੇ, ਜਾਂ ਇੱਕ ਹੋਰ ਮੁੱਦਾ ਖਤਮ ਹੀ ਹੋ ਗਿਆ ਜਿਹੜਾ ਜਨਸੰਖਿਆ ਦਾ ਸੀਗਾ। ਬਿਲਕੁਲ। ਜਿਹੜਾ ਕਿ ਇੰਡੀਆ ਦੇ ਵਿੱਚ ਜਿਹੜਾ ਹੈ ਬਹੁਤ ਸਾਡੀ ਡਿਵੈਲਪਮੈਂਟ ਰੋਕਦਾ ਹੈ। ਤੁਸੀਂ ਬਾਹਰ ਬੈਠੋ, ਇੱਥੇ ਇਹ ਵੀ ਇੱਕ ਰੀਜਨ ਹੈ ਕਿ ਜਨਸੰਖਿਆ ਜਿਹੜੀ ਕੰਟਰੋਲ 'ਚ ਹੈ, ਖੇਤਰਫਲ ਬਹੁਤਾ ਹੈਗਾ ਤੇ ਇੰਡੀਆ ਦਾ ਖੇਤਰਫਲ ਘਟ ਗਿਆ, ਸਾਡੇ ਕੋਲ ਜਿਹੜੀ ਹੈ ਜਨਸੰਖਿਆ ਬਹੁਤੀ ਹੈ, ਤੇ ਇਹ ਮੁੱਦਾ ਹੀ ਛੱਡ ਗਏ ਨੇ। ਕਿਤੇ ਦੇਖਿਆ ਜੀ ਇਹ ਮੁੱਦਾ? ਬਿਲਕੁਲ। ਦੇਖੋ, ਜਿਹੜਾ ਚੋਣ ਮੈਨੀਫੈਸਟੋ ਦਾ ਮੁੱਦਾ ਸੀਗਾ ਜੀ। ਹਾਂਜੀ। ਇਸੇ ਤਰ੍ਹਾਂ ਜਿਹੜਾ ਹੈ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ। ਬਿਲਕੁਲ। ਮੈਂ ਉਹੀ ਗੱਲ ਕਰਨ ਲੱਗਾ ਸੀ ਵੀ ਸਾਡੇ ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਆ ਤੇ ਜਿਹੜਾ ਮੈਨੀਫੈਸਟੋ ਆ ਉਹ ਬਾਈਂਡਡ ਹੁੰਦਾ ਆ, ਉਹ ਬਾਈਂਡ ਕੰਟਰੈਕਟ ਹੁੰਦਾ ਆ। ਜੇ ਉਹਦੇ ਚੋਂ ਉਹ ਕੁਝ ਪੂਰਾ ਨਹੀਂ ਕਰਦੇ, ਉਹਦੇ 'ਚ ਵੀ ਟਾਈਮ ਰੱਖਿਆ ਹੁੰਦਾ ਵੀ ਜੇ ਬਾਈਡਨ ਨੇ ਪ੍ਰੋਮਿਸ ਕੀਤਾ 100 ਦਿਨਾਂ 'ਚ ਆਹ ਕੁਝ ਕੰਪਲੀਟ ਕਰਨਾ, ਉਹ ਹੁਣ ਜਿਹੜੀ ਅਗਲੀ ਪਾਰਟੀ ਆ ਕੇ ਸਾਰਾ ਕੁਝ ਮਟੇਰ ਦੇ, ਉਹ ਵੱਖਰੀ ਗੱਲ ਆ, ਪਰ ਉਹਨਾਂ ਨੂੰ ਕਰਨਾ ਹੀ ਪੈਂਦਾ ਆ ਵੀ ਆਹ 100 ਦਿਨਾਂ 'ਚ ਮੈਂ ਆਹ ਕੰਪਲੀਟ ਕਰਨਾ, ਇੰਨੇ 'ਚ ਆਹ ਕਰਨਾ। ਜੇ ਉਹ ਨਹੀਂ ਕਰਦੇ, ਅਗਲੀ ਵਾਰ ਉਹਨੂੰ ਕਦੇ ਚਾਂਸ ਨਹੀਂ ਮਿਲਦਾ। ਅਸੀਂ 70-75 ਸਾਲ ਹੋ ਗਏ ਆ ਆਹੀ ਕੁਛ ਕਰਦਿਆਂ ਨੂੰ। 75 ਸਾਲ ਤੋਂ ਹੀ ਸੁਣ ਲੈਂਦੇ ਆ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂ, ਕੋਈ ਵੀ ਨਹੀਂ ਕਰਦਾ। ਅਸੀਂ ਫੇਰ ਵੋਟ ਪਾ ਦਿੰਦੇ ਆ। ਜੇ ਇੱਕ ਵਾਰੀ ਨਹੀਂ ਪਾਉਂਦੇ, ਉਦੋਂ ਅਗਲੀ ਵਾਰੀ ਪਾ ਦਿੰਦੇ ਆ, ਫੇਰ ਫਸ ਜਾਂਦੇ ਉਹਦੇ 'ਚ।
ਤੇ ਜੇ ਸਾਨੂੰ ਮੌਕਾ ਮਿਲਿਆ ਵੀ ਕਿਸੇ ਥਰਡ ਪਰਸਨ ਨੂੰ ਜਿਹੜਾ ਆਮ ਲੋਕਾਂ ਚੋਂ ਉੱਠ ਕੇ ਤੁਹਾਨੂੰ 1 ਸਾਲ ਲਈ ਪ੍ਰੂਵ ਵੀ ਕਰਤਾ, ਹੋਰ ਤੁਹਾਨੂੰ ਕੀ ਪ੍ਰੂਵ ਕਰੇ, ਵੀ 1 ਸਾਲ ਤੱਕ ਪ੍ਰੂਵ ਕਰਤਾ ਵੀ ਮੈਂ ਸੜਕ ਤੇ ਬੈਠ ਕੇ ਵੀ ਅਸੀਂ ਜਿੱਤ ਸਕਦੇ ਹਾਂ, ਤੇ ਉਹਨੂੰ ਮੌਕਾ ਕਿਉਂ ਨਹੀਂ ਦਿੰਦੇ? ਉਹਦੀਆਂ ਲੱਤਾਂ ਕਿਉਂ ਖਿੱਚਦੇ ਆ ਤੁਸੀਂ? ਫੇਰ ਜੁਮਲਿਆਂ ਦੀ ਰਾਜਨੀਤੀ। ਹੁਣ ਮੈਂ ਫਿਰ ਦੁਬਾਰਾ ਕਹਿਣ ਲੱਗਾ, ਨਵਜੋਤ ਸਿੱਧੂ ਦੇ ਜਿਹੜੇ ਪ੍ਰੈਕਟੀਕਲ ਰੂਪ ਦੇ ਵਿੱਚ ਸਾਰੇ ਮੁੱਦੇ ਰੱਖੇ ਆ, ਬਹੁਤ ਵਧੀਆ ਆ, ਮੈਂ ਪੂਰਾ ਐਗਰੀ ਆ ਉਹਦੇ ਨਾਲ। ਉਹਨੇ ਪੂਰਾ ਪੰਜਾਬ ਮਾਡਲ ਦਿੱਤਾ, ਪੈਸੇ ਕਿੱਥੋਂ ਆਊਗੇ, ਕਿੱਦਾਂ ਆਊਗੇ। ਬਾਕੀ ਤਾਂ ਉਹੀ ਕਹੀ ਜਾਂਦੇ ਨਾ, ਅਸੀਂ ਬਿਜਲੀ ਮਾਫ ਕਰ ਦਿਆਂਗੇ, 1000 ਦੇ ਦਿਆਂਗੇ, ਪੈਸਾ ਕੋਈ ਨਹੀਂ ਦੱਸਦਾ ਕਿੱਥੋਂ ਆਊਗਾ। ਵੀ ਹੋਰ ਕਰਜ਼ਾਈ ਕਰ ਦੂੰਗੇ ਪੰਜਾਬ ਨੂੰ, ਜੇ ਕਰਜ਼ਾਈ ਕਰੂਗੇ ਦੇਣਾ ਤਾਂ ਫਿਰ ਸਾਡੀ ਜੇਬ ਚੋਂ ਹੀ ਪੈਣਾ, ਟੈਕਸ ਕਿਹਨੇ ਭਰਨਾ? ਅਸੀਂ ਵੀ ਭਰਨਾ। ਸੋ ਸਭ ਤੋਂ ਪਹਿਲਾ ਮੁੱਦਾ ਹੋਣਾ ਚਾਹੀਦਾ, ਸਾਰੀ ਕੋਈ ਵੀ ਪਾਰਟੀ ਹੋਵੇ, ਵੀ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਿਵੇਂ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਲੋਡ ਆ ਅਸੀਂ ਗਾਹ ਦੀ ਗਾਹ ਤੋਰੀ ਜਾਂਦੇ ਆਪਣੇ ਬੱਚਿਆਂ ਤੇ। ਇਹ ਤਾਂ ਉਹੀ ਗੱਲ ਹੋ ਗਈ ਨਾ, ਵੀ ਬਾਪੂ ਨੇ ਜ਼ਮੀਨ ਤੇ ਕਰਜ਼ਾ ਲਿਆ, ਬਾਪੂ ਚੱਲ ਕਰ ਗਿਆ ਚੜ੍ਹਾਈ, ਤੇ ਹੁਣ ਮੁੰਡੇ ਨੂੰ ਦੇਣਾ ਪੈ ਰਿਹਾ, ਅੱਗੋਂ ਉਹ ਚੜ੍ਹਾਈ ਕਰ ਜਾਂਦਾ, ਤੀਜੀ ਪੁਸ਼ਤ ਨੂੰ ਦੇਣਾ ਪੈ ਜਾਂਦਾ। ਇਹ ਤਾਂ ਉਹੀ ਕੰਮ ਕਰੀ ਜਾਂਦੇ ਆ, ਪੰਜਾਬ ਦੇ ਉੱਤੇ ਕਰਜ਼ਾ ਚੜ੍ਹਾਈ ਜਾਂਦੇ ਆ, ਕਿੰਨੇ ਲੱਖ ਕਰੋੜ, ਮੈਂ ਤਾਂ ਗਿਣਤੀ ਵੀ ਨਹੀਂ ਕਰ ਸਕਦਾ। ਇਹਦੇ ਵਿੱਚੋਂ ਵੀ ਜੀ, ਹਾਂਜੀ, ਇਹਦੇ ਵਿੱਚੋਂ ਵੀ ਜੀ ਜਿਹੜਾ ਬਹੁਤਾ ਕਰਜ਼ਾ ਹੈਗਾ, ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਸੀਗਾ, ਇਹ ਕਹਿ ਰਹੇ ਸੀਗੇ ਇਹ ਜਿਹੜੀ ਬਾਹਰੋਂ ਲੜਾਈ ਹੈ ਪੰਜਾਬ ਨੂੰ ਲੜਨੀ ਪੈ ਰਹੀ ਹੈ, ਤੇ ਉਹ ਮਸਲਾ ਤਾਂ ਦੇਸ਼ ਦਾ ਸੀਗਾ ਨਾ। ਬਿਲਕੁਲ। ਉਹ ਕਰਜ਼ਾ ਸਾਰਾ ਕਰਜ਼ਾ ਸਿਰ ਮੜਤਾ, ਕਰਜ਼ਾ ਪੰਜਾਬ ਸਿਰ ਮੜਤਾ। ਇਹ 84 ਵਾਲੇ ਚੱਕਰ 'ਚ ਇਹਨਾਂ ਨੇ ਕਿੰਨਾ ਖਰਚਾ ਪਾਇਆ ਹੋਇਆ ਪੰਜਾਬ ਨੂੰ, ਜੇ ਤੁਸੀਂ ਉਹ ਨੰਬਰ ਦੇਖੋ ਤੇ ਇਸ ਅਨਬਲੀਵੇਬਲ ਵੀ ਉਹ ਤੁਸੀਂ ਪੰਜਾਬ ਤੇ ਕਿਵੇਂ ਪਾਤਾ ਵੀ ਖਰਚਾ। ਤੁਹਾਡਾ ਰਾਸ਼ਟਰਪਤੀ ਰਾਜ, ਤੁਹਾਡਾ ਰਾਜਪਾਲ ਸੀਗਾ, ਜਿੰਨਾ ਸੀਗਾ CRP ਵਗੈਰਾ ਦਾ ਲੈਟਰ ਪਟਰ, ਉਹ ਸਾਰਾ ਪੰਜਾਬ ਸਿਰ ਮੜਤਾ। ਉਹਦੀ ਇੱਕ ਕਿਸ਼ਤ ਜਿਹੜੀ ਇੰਦਰ ਕੁਮਾਰ ਗੁਜਰਾਲ ਜੀ ਨੇ ਮਾਫ ਕੀਤੀ ਸੀ, ਤੇ ਬਾਕੀ ਤਾਂ ਸਾਰਾ ਸਿਰ ਹੀ ਹੈ। ਬਿਲਕੁਲ। ਉਹਦਾ ਹੁਣ ਉਹਦਾ ਵਿਆਜ ਹੀ ਨਹੀਂ ਇਹਨਾਂ ਕੋਲ ਦਿੱਤਾ ਜਾ ਰਿਹਾ, ਉਹ ਅੱਗੋਂ ਦੀ ਅੱਗੋਂ ਵਧਦਾ ਜਾ ਰਿਹਾ। ਵਿਆਜ ਮੋੜਨ ਲਈ ਅੱਗੋਂ ਫਿਰ ਹੋਰ ਲੋਨ ਲੈ ਲੈਂਦੇ ਨੇ। ਬਿਲਕੁਲ। ਤੇ ਆ ਹੁਣ ਜਿਹੜੀਆਂ ਪ੍ਰੋਮਿਸ ਕਰ ਰਹੇ ਆ, ਉਹ ਤਾਂ ਕਿੱਡਾ ਲੋਨ ਹੋਰ ਹੋ ਜਾਣਾ। ਜਿਹੜੇ ਸਾਰੇ ਪ੍ਰੋਮਿਸ ਕਰਨ ਡਏ ਆ, ਉਹ ਤਾਂ ਬਿਲਕੁਲ ਹੀ ਇਹਨਾਂ ਨੇ ਥੱਲਾ ਲਾ ਜਾਣਾ ਪੰਜਾਬ ਦਾ। ਬਾਅਦ ਚ ਫਿਰ ਕਹਿੰਦੇ ਆ ਸਾਡੀ ਜਨਰੇਸ਼ਨ ਬਾਹਰ ਨੂੰ ਕਿਉਂ ਆ ਰਹੀ। ਦੇਖੋ, ਮੈਂ ਇੱਕ ਗੱਲ ਸੰਗਤ ਨਾਲ ਅੱਜ ਸਾਂਝੀ ਕਰਨਾ ਚਾਹੁੰਦਾ। ਇੱਕ ਪਾਰਟੀ ਬਣੀ ਨੂੰ ਹਾਲੇ ਹਫ਼ਤਾ ਨਹੀਂ ਹੋਇਆ, 1 ਹਫ਼ਤਾ 1.5 ਹਫ਼ਤਾ ਹੋਇਆ ਸੰਯੁਕਤ ਸਮਾਜ ਮੋਰਚੇ ਬਣੇ ਨੂੰ। ਉਹਨਾਂ ਦਾ ਨਾ ਹਾਲੇ ਕੋਈ ਪਾਰਟੀ ਰਜਿਸਟਰਡ ਆ, ਨਾ ਉਹਨਾਂ ਨੇ ਕਿਸੇ ਸੀਟ ਤੋਂ ਅਨਾਉਂਸ ਕੀਤਾ ਵੀ ਅਸੀਂ ਕਿੱਥੋਂ ਖੜਨਾ ਆ, ਕਿੰਨੇ ਖੜਨਾ ਆ, ਕੌਣ ਸਾਡਾ ਪਾਰਟੀ ਦੇ ਵਿੱਚ ਮੈਂਬਰ ਆ, ਨਾ ਉਹਨਾਂ ਦਾ ਕੋਈ ਚੋਣ ਨਿਸ਼ਾਨ ਆ। ਤੇ ਸਾਰੀ ਪਾਰਟੀ ਵਾਲਿਆਂ ਦੀ ਬੱਸ ਹੋਈ ਪਈ ਆ, ਉਹ ਤੋਂ ਥੱਲਾ ਲੱਗਾ ਪਿਆ, ਉਹਨਾਂ ਤੋਂ ਡਰੀ ਜਾ ਰਹੇ ਆ। ਦੇਖੋ, ਉਹ ਜਿਹੜੀ ਪਾਰਟੀ ਹਾਲੇ ਕੁਝ ਹੋਇਆ ਹੀ ਨਹੀਂ, ਇਹਦਾ ਮਤਲਬ ਉਹਨਾਂ 'ਚ ਕੁਛ ਨਾ ਕੁਛ ਤਾਂ ਹੈਗਾ। ਤੇ ਜਿਹੜੇ ਲੱਤਾਂ ਖਿੱਚਦੇ ਉਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਿਉਂ ਲੱਤ ਖਿੱਚ ਰਹੇ ਹਾਂ। ਜਿਹੜੇ ਜਿਨ੍ਹਾਂ ਦੇ ਕੱਖ ਵੀ ਨਹੀਂ ਹੈਗਾ, ਕੋਈ ਫੰਡ 1 ਪੈਸੇ ਦਾ ਨਹੀਂ ਹੈਗਾ ਉਹਨਾਂ ਕੋਲ ਹਾਲੇ। ਤੇ ਮੇਰੀ ਗੱਲ ਹੋਈ ਡਾਕਟਰ ਸਵੈਮਾਨ ਹੋਣਾ ਨਾਲ ਤੇ ਬਾਕੀਆਂ ਨਾਲ ਵੀ ਤੁਹਾਡੇ ਕੋਲ ਫੰਡ ਕਿੱਥੋਂ? ਕਹਿੰਦੇ ਫੰਡ ਕੀ ਕਰਨਾ ਸੀ, ਜਿੱਦਣ ਕਿਸਾਨੀ ਅੰਦੋਲਨ ਉੱਥੇ ਤੁਰੇ ਸੀਗੇ ਦਿੱਲੀ ਨੂੰ, ਸਾਡੇ ਕੋਲ ਕਿਹੜਾ ਕੋਈ ਫੰਡ ਸੀਗਾ, ਆ ਗਿਆ ਨਾ, ਆਪੇ ਹੀ ਹੋ ਗਿਆ ਸਾਰਾ ਕੁਝ। ਉਹ ਕਹਿੰਦੇ ਫੰਡ ਇਸੇ ਗੱਲ ਤੋਂ ਤਾਂ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਵੀ ਜਿਹੜਾ ਕਰੋੜਾਂ ਦਾ ਫੰਡ, ਅਰਬਾਂ ਰੁਪਈਆ ਇਲੈਕਸ਼ਨ ਤੇ ਲੱਗ ਜਾਂਦਾ, ਵੀ ਉਹ ਕਿੱਦਾਂ ਬਚਾਇਆ ਜਾ ਸਕੇ। ਉਹ ਲੱਗੇ ਹੀ ਨਾ, ਆਮ ਲੋਕੀ ਹਰ ਕੋਈ ਵਲੰਟੀਅਰ ਬਣੇ, ਹਰ ਕੋਈ ਅੱਗੇ ਹੋਵੇ ਤੇ ਉਹ ਹੈਲਪ ਕਰੇ, ਲੰਗਰ ਗੁਰਦੁਆਰਿਆਂ 'ਚੋਂ ਆਵੇ ਜਾਂ ਕੋਈ ਆਮ ਬੰਦੇ ਬਣਾਉਣ। ਕਿਉਂ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ ਆ, ਪਰ ਸਾਨੂੰ ਇੱਕ ਮੌਕਾ ਤਾਂ ਦੇਣਾ ਪੈਣਾ ਜੇ ਅਸੀਂ ਚਾਹੁੰਦੇ ਹਾਂ ਵਾਕਈ ਸੰਸੀਅਰ ਹੋ ਕੇ ਕਿ ਪੰਜਾਬ 'ਚ ਕੋਈ ਬਦਲਾਅ ਆਵੇ। ਤੇ ਫਿਰ ਭਾਈ ਸਾਨੂੰ ਖੁਦ ਨੂੰ ਸਟੈਪ ਲੈਣੇ ਪੈਣੇ, ਕਿਸੇ ਉੱਤੇ ਮੋਢੇ ਰੱਖ ਕੇ ਨਾ ਚਲਾਈਏ ਵੀ ਭਾਈ ਤੂੰ ਬਦਲਾਅ ਲੈ ਕੇ ਆ। ਹਰ ਕੋਈ ਬੰਦਾ ਗਾਂਹ ਹੋ ਕੇ ਤੁਰੇ ਤਾਂ ਬਹੁਤ ਕੁਝ ਹੋ ਸਕਦਾ ਹੈ। ਹਰ NRI ਇਹ ਪ੍ਰੋਮਿਸ ਕਰੇ ਅੱਜ ਬੈਠ ਕੇ, ਜੇ ਉਹ ਸੰਯੁਕਤ ਸਮਾਜ ਮੋਰਚੇ ਨਾਲ ਆ ਤੇ ਜੇ ਉਹ ਪੰਜਾਬ ਜਾ ਸਕਦਾ ਆ, ਤੇ ਉਹ ਜਦੋਂ ਇਲੈਕਸ਼ਨ ਹੁੰਦੀ ਆ ਜਾਵੇ ਆਪਣੇ ਪਿੰਡ 'ਚ, ਆਪਣੇ ਨਾਲ ਦੇ ਪਿੰਡਾਂ 'ਚ ਪ੍ਰਚਾਰ ਕਰੇ। ਪੈਸਾ ਕੋਈ ਨਾ ਭੇਜੇ। ਪੈਸੇ ਭੇਜਣ ਨਾਲ ਅਸੀਂ ਦੇਖ ਲਿਆ ਆਮ ਆਦਮੀ ਫਿਰ ਕਰਪਸ਼ਨ ਨਾਲ ਨੂੰ ਕੰਮ ਚੱਲ ਜਾਂਦਾ। ਜੇ ਤੁਸੀਂ ਪੈਸੇ ਭੇਜੋਗੇ ਤੁਸੀਂ ਪਾਰਟੀ ਨੂੰ ਕਰਪਟ ਕਰ ਦੂੰਗੇ। ਜਿਹੜਾ ਬੰਦਾ ਜਾ ਸਕਦਾ ਪੰਜਾਬ ਜਾਵੇ, ਟਿਕਟ ਲੈ ਕੇ ਜਾਵੇ। ਮੈਂ ਸਭ ਤੋਂ ਪਹਿਲਾਂ ਪ੍ਰੋਮਿਸ ਕਰਦਾ, ਆ ਤੁਹਾਡੇ ਸਾਹਮਣੇ ਬੈਠਾ, ਜੇ ਇਹ ਇਲੈਕਸ਼ਨ ਲੜਦੇ ਆ, ਇਹ ਖੜਦੇ ਆ, ਮੈਂ ਜਾ ਕੇ ਉੱਥੇ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ। ਪੰਜਾਬ 'ਚ ਜਾਊਂਗਾ ਮੈਂ, ਭਾਵੇਂ ਸਾਰਾ ਕੰਮ ਕਰ ਜਿੱਦਾਂ ਮਰਜ਼ੀ ਛੱਡਣਾ ਪੈ ਜਾਵੇ। ਜਾਂ ਡਾਕਟਰ ਸਵੈਮਾਨ ਜੇ 1.5 ਸਾਲ ਆਪਣੀ ਜ਼ਿੰਦਗੀ ਦੇ ਦੇ ਸਕਦਾ, ਤੇ ਅਸੀਂ 1-2 ਹਫ਼ਤੇ ਨਹੀਂ ਦੇ ਸਕਦੇ ਆਪਣੀ ਜ਼ਿੰਦਗੀ ਦੇ ਉਹਨੂੰ, ਪੰਜਾਬ ਨੂੰ, ਜੇ ਅਸੀਂ ਵਾਕਈ ਪੰਜਾਬ ਨੂੰ ਪਿਆਰ ਕਰਦੇ ਹਾਂ। ਇਹ ਤਰੀਕਾ ਬਦਲਾ ਲਿਆਉਣ ਦਾ, ਕਿਉਂਕਿ ਤੁਹਾਡੀ ਗੱਲ ਤੁਹਾਡੇ ਪਿੰਡ ਵਾਲੇ, ਤੁਹਾਡੇ ਭਰਾ ਸੁਣਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਤੁਸੀਂ ਉਹਨਾਂ ਨੂੰ ਕਿਹਾ ਆਮ ਆਦਮੀ ਨੂੰ ਪਾਰਟੀ ਨੂੰ ਵੋਟਾਂ ਪਾਓ, ਉਹਨਾਂ ਨੇ ਪਾਈਆਂ। ਤੁਸੀਂ ਪੈਸੇ ਅੰਨੇ ਦੇ ਦਿੱਤੇ, ਉਹ ਕੰਮ ਨਾ ਕਰੋ ਹੁਣ ਐਤਕੀ, ਉਹ ਆਪਾਂ ਦੇਖ ਲਿਆ ਕਰਕੇ। ਪੈਸੇ ਨਾ ਦਿਓ, ਖੁਦ ਜਾਓ ਆਪਣੇ ਪਿੰਡਾਂ ਵਾਲਿਆਂ ਨੂੰ ਕਹੋ। ਮੈਂ ਆਪਣੇ ਪਿੰਡ 'ਚ ਸਾਰਿਆਂ ਨੂੰ ਕਾਲ ਕਰਕੇ ਮੈਂ ਕਿਹਾ ਵੀ ਤੁਸੀਂ ਇਹਨਾਂ ਦਾ ਸਾਥ ਦਿਓ। ਉਹ ਨਾਲ ਦੀ ਨਾਲ ਸਾਰੇ ਪੋਟੈਟੋ ਗਰੋਵਰਸ, ਤੁਹਾਨੂੰ ਪਤਾ ਪਿਛਲੇ ਹਫ਼ਤੇ ਜਾ ਕੇ ਤੇ ਉਹਨਾਂ ਨੇ ਅਨਾਉਂਸ ਕਰਤਾ ਵੀ ਅਸੀਂ ਇਹਨਾਂ ਨਾਲ ਆ ਸੰਯੁਕਤ ਸਮਾਜ ਮੋਰਚੇ ਦੇ। ਸੋ ਇੱਦਾਂ ਆਪਣੇ ਤੌਰ 'ਤੇ ਇਨੀਸ਼ੀਏਟਿਵ ਲਓ, ਆਪਣੇ ਭਰਾਵਾਂ ਨੂੰ, ਆਪਣੇ ਕਜ਼ਨ ਨੂੰ, ਆਪਣੇ ਚਾਚਿਆਂ ਨੂੰ, ਤਾਇਆਂ ਨੂੰ, ਸਾਰੇ NRI ਕਾਲ ਕਰੋ।
ਜਿਹੜੇ ਉੱਥੇ ਬੈਠੇ ਆ ਉਹ ਘਰੋਂ ਬਾਹਰ ਨਿਕਲੋ, ਉਹ ਇਹਨਾਂ ਨੂੰ ਜਾ ਕੇ ਕਹੋ ਵੀ ਬਹੁਤ ਵਧੀਆ ਕੰਮ ਕਰ ਰਹੇ ਆ। ਕਿਉਂਕਿ ਜੇ ਤੁਹਾਨੂੰ ਲੱਗਦਾ ਵੀ ਉਹ ਮੈਨੀਫੈਸਟੋ ਸਹੀ ਆ ਜਿਹੜਾ ਜੂਝਦਾ ਪੰਜਾਬ ਦਾ ਜਾਂ ਕਿਸੇ ਹੋਰ ਸੁਹਿਰਦ ਬੰਦੇ ਦਾ ਆ, ਤੇ ਫਿਰ ਤੁਹਾਨੂੰ ਸਾਥ ਦੇਣਾ ਤਾਂ ਬਣਦਾ ਆ। ਇੱਕ ਪਾਸੇ ਤੁਸੀਂ ਕਹੀਏ ਨੇ ਸਾਰੀਆਂ ਪਾਰਟੀਆਂ ਖਰਾਬ ਆ, ਗਲਤ ਆ, ਫਿਰ ਭਾਈ ਬਦਲਾਅ ਲਈ ਘਰੋਂ ਬਾਹਰ ਨਿਕਲਣਾ ਪੈਣਾ ਆ। ਅੱਜ ਨਿਕਲੋ, ਕੱਲ ਨਿਕਲੋ, ਨਹੀਂ ਤਾਂ ਫਿਰ ਆਹੀ ਕੁਛ ਹੋਣਾ। ਫਿਰ ਤੁਸੀਂ ਕੁੱਟ ਖਾਣੀ ਆ 5 ਸਾਲ, ਫਿਰ ਬਲੇਮ ਨਾ ਕਰਿਓ। ਔਰ NRI ਵੀ ਅੱਕ ਚੁੱਕੇ ਆ। ਜਦੋਂ ਆਮ ਆਦਮੀ ਨਾਲ ਧੋਖਾ ਹੋਇਆ ਸੀ ਨਾ NRI ਨਾਲ, ਤੇ ਉਦੋਂ ਇਦਾਂ ਲੱਗਦਾ ਸੀ ਵੀ ਅੱਜ ਤੋਂ ਬਾਅਦ ਨਹੀਂ ਸਪੋਰਟ ਕਰਦੇ ਕਿਸੇ ਨੂੰ ਵੀ। ਇੱਕ ਵਾਰੀ ਫਿਰ ਜੇ NRI ਭਰਾ ਨਿਕਲੇ ਆ ਬਾਹਰ ਸਪੋਰਟ ਕਰਨ ਲਈ, ਤੇ ਐਤਕੀ ਜੇ ਤੁਸੀਂ ਧੋਖਾ ਦਿੱਤਾ ਤੇ ਅੱਗੇ ਤੋਂ ਭੁੱਲ ਜਿਓ ਵੀ NRI ਤੁਹਾਡੀ ਜ਼ਿੰਦਗੀ 'ਚ ਕਦੀ ਸਪੋਰਟ ਕਰੂਗੇ। ਕਿਉਂਕਿ ਕੁੱਟ NRI ਬਾਹਰ ਬੈਠੇ, ਸਾਨੂੰ ਕੀ ਆ, ਅਸੀਂ ਸਾਡੀ ਜ਼ਿੰਦਗੀ ਵਧੀਆ ਚੱਲਦੀ ਆ, ਅਸੀਂ ਆਪਣੇ ਹਿਸਾਬ ਨਾਲ ਇੱਥੇ ਆਪਣਾ ਮੇਅਰ ਤੱਕ ਬਣਾ ਲੈਂਦੇ ਆ, ਤੇ ਅਸੀਂ ਉੱਥੇ ਕਿਉਂ ਇੰਟਰਸਟ ਲਈ? ਕੋਈ ਜ਼ਮੀਨ ਨਹੀਂ, ਕੋਈ ਕੁਛ ਨਹੀਂ, ਮੈਂ ਆਪਣੀ ਗੱਲ ਕਰ ਰਿਹਾ, ਕੋਈ ਜ਼ਮੀਨ ਨਹੀਂ, ਕੋਈ ਘਰ ਨਹੀਂ, ਕੁਛ ਨਹੀਂ ਉੱਥੇ, ਪਰ ਫਿਰ ਵੀ ਇੰਟਰਸਟ ਆ ਪੀੜ ਆ ਅੰਦਰ ਦੀ, ਜਿੱਥੇ ਜੰਮੇ ਪਲੇ ਆ ਉਹਦੀ। ਇੱਕ ਵੀਰ ਦਾ ਕਮੈਂਟ ਆ ਰਿਹਾ, ਹਰਮਨਜੀਤ ਸਿੰਘ ਢਾਂਡੀ, ਕਹਿੰਦੇ ਤਾਜੀ ਖਬਰ ਇਹ ਹੈ ਕਿ ਰਾਜੇਵਾਲ ਸਾਹਿਬ ਆਪ ਦੇ ਚੋਣ ਦੇ ਨਿਸ਼ਾਨ ਤੇ ਲੜਨ ਨੂੰ ਤਿਆਰ ਹੈ, ਜਦ ਕਿ ਹੋਰ ਆਗੂ ਇਸ ਲਈ ਤਿਆਰ ਨਹੀਂ। ਚਲੋ ਇਹ ਤੁਹਾਡੀ ਹੋ ਸਕਦਾ ਇਨਫੋਰਮੇਸ਼ਨ ਪੱਕੀ ਹੋਵੇ, ਪਰ ਅਸੀਂ ਤਾਂ ਉਦੋਂ ਦੇਖਾਂਗੇ ਜਦੋਂ ਕੋਈ ਅਨਾਉਂਸਮੈਂਟ ਹੋਊਗੀ। ਨਾਲੇ ਅਸੀਂ ਇੱਥੇ ਬਹਿ ਕੇ ਅਸੀਂ ਰਾਜੇਵਾਲ ਸਾਹਿਬ ਦੀ ਵਕਾਲਤ ਕਰਨ ਨੂੰ ਜਾਂ ਅਸੀਂ ਹੋਰ ਲੀਡਰਾਂ ਦੀ ਵਕਾਲਤ ਕਰਨ ਨੂੰ ਨਹੀਂ ਬੈਠੇ। ਅਸੀਂ ਇੱਥੇ ਬੈਠੇ ਹਾਂ ਵੀ ਜਿਹੜੇ ਸਾਡੇ ਪੁਰਾਣੇ ਲੀਡਰ ਆ, ਸਾਡੇ ਕਈ ਵੀਰ ਤਾਂ ਇਸ ਕਰਕੇ ਖੁਸ਼ ਹੋ ਜਾਂਦੇ ਆ, NRI ਭਰਾ ਵੀ ਸਾਡੇ, ਵੀ ਫਲਾਨਾ MLA ਜਦੋਂ ਅਸੀਂ ਜਾਈਦਾ ਨਾ ਭਾਜੀ ਦਾ ਉਦੋਂ ਹੀ ਫੋਨ ਆ ਜਾਂਦਾ, ਬਸ ਫਿਰ ਨਾਲ ਬਹਿ ਕੇ ਨਾ ਲੰਚ ਕਰੀਦਾ ਆ MLA ਸਾਹਿਬ ਨਾਲ। ਉਹਨਾਂ ਦੀ ਜਿਹੜੀ ਸੋਚ ਆ ਉਹ ਲੰਚ ਤੱਕ ਹੀ ਸੀਮਿਤ ਆ, ਵੀ ਸਾਨੂੰ ਸੱਦ ਕੇ ਲੰਚ ਕਰਾ ਦਿੱਤਾ, ਸਾਡਾ ਹਾਲ ਚਾਲ ਪੁੱਛ ਰਿਹਾ ਬਾਹਰ ਕਾਲ ਕਰਕੇ। ਉਹ ਇਸੇ ਕਰਕੇ ਅਸੀਂ ਉਹਦੇ ਨਾਲ ਜੁੜੇ ਹੋਏ ਆ, ਅਸੀਂ ਵੋਟਾਂ ਪਾਉਣੀਆਂ ਆ। ਇਹ ਨਹੀਂ ਪਤਾ ਵੀ ਸਾਡੇ ਪਿੰਡ ਦੇ ਹਾਲਾਤ ਕੀ ਆ। ਪਿੰਡ ਦੇ ਵਿੱਚ ਜੇ ਤੁਸੀਂ ਆਪ ਵੀ ਚਾਹੋ ਨਾ ਪੈਸੇ ਖਰਚ ਕੇ ਅਸੀਂ ਪਿੰਡ ਦੇ ਵਿੱਚ ਆਪਣੀ ਸੜਕ ਬਣਾ ਲਈਏ ਪਿੰਡ ਦੀ, ਜਾਂ ਪਿੰਡ 'ਚ ਕੋਈ ਪਾਰਕ ਬਣਾ ਲਈਏ, ਜੇ MLA ਸਰਪੰਚ ਨਹੀਂ ਚਾਹੁੰਦੇ ਨਾ ਤੁਹਾਡੇ ਪਿੰਡ 'ਚ ਬਣਨਾ, ਤੁਸੀਂ ਬਣਾ ਨਹੀਂ ਸਕਦੇ। ਚਾਹੇ NRI 2 ਲੱਖ 4 ਲੱਖ ਡਾਲਰ ਜਿੰਨਾ ਮਰਜ਼ੀ ਖਰਚ ਲਓ, ਉਹ ਵੀ ਉਹਨੂੰ ਬਣਾਉਣ ਦਿੰਦੇ ਆ, ਉਹਨੂੰ ਪੈਸਾ ਲਾਉਣ ਦਿੰਦੇ ਆ ਜਿਹੜੀ ਉਹਨਾਂ ਦੀ ਸਹਿਮਤੀ ਨਾਲ ਚੱਲਦਾ। ਜੇ ਉਹਨੂੰ ਲੱਗਿਆ ਵੀ ਆਪੋਜੀਸ਼ਨ ਪਾਰਟੀ ਦਾ ਬੰਦਾ ਆ, NRI ਆਇਆ ਆ, ਇਹ ਕਹਿੰਦਾ ਵੀ ਮੈਂ ਪਾਰਕ ਬਣਾਉਣੀ ਆ, ਪੈਸੇ ਵੀ ਕੋਲੋਂ ਖਰਚਣੇ ਆ, ਉਹਨਾਂ ਨੇ ਪਿੰਡ ਵਿੱਚੋਂ ਹੀ ਇੱਕ ਧੜਾ ਜਾ ਕੇ ਉਹਦੇ ਖਿਲਾਫ ਖੜਾ ਕਰ ਦੇਣਾ ਆ, ਜਿਹਨੇ ਕੋਰਟ 'ਚ ਜਾ ਕੇ ਰੈਟ ਵੀ ਪਾ ਦੇਣੀ ਆ, ਜੀ ਇਹ ਗਲਤ ਕਰਨ ਲੱਗੇ, ਸਾਨੂੰ ਲੋੜ ਨਹੀਂ ਆ, ਇਹ ਗਲਤ ਪਾਰਕ ਬਣਾਉਣ ਲੱਗੇ ਆ। ਸੋ ਇਦਾਂ ਦੀਆਂ ਗੱਲਾਂ ਆ। ਅਸੀਂ ਇਸ ਚੈਨਲ ਰਾਹੀਂ ਸਿਰਫ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਾਗੋ ਪੰਜਾਬੀਓ। ਜੇ ਫਤਿਹ ਜੰਗ ਬਾਜਪਾ ਛਾਲ ਮਾਰ ਕੇ ਗਏ ਆ, ਰਾਣਾ ਸੋਢੀ ਇੱਥੋਂ ਟੱਪਾ ਜੰਪਿੰਗ ਜੈਕ ਹੋ ਕੇ ਗਏ ਆ, ਕਾਂਗਰਸ ਦੇ ਲੀਡਰ ਜਾ ਰਹੇ, ਮੈਂ ਤਾਂ ਕਹਿੰਦਾ ਉਹ ਸਾਰੇ ਕਾਂਗਰਸ, ਉਹ ਸਾਰੇ ਅਕਾਲੀ ਲੀਡਰ ਜਿਹੜੇ ਆ ਭਾਜਪਾ 'ਚ ਜਾਣੇ ਚਾਹੀਦੇ ਆ, ਜਿਨ੍ਹਾਂ ਨੇ ਪੰਜਾਬ ਦਾ ਹਾਲੇ ਤੱਕ ਕੋਈ ਸੁਧਾਰ ਨਹੀਂ ਕੀਤਾ। ਕੀ ਪ੍ਰਤਾਪ ਸਿੰਘ ਬਾਜਵਾ ਤੇ ਫਤਿਹ ਜੰਗ ਬਾਜਵੇ ਹੋਣਾ ਨੇ ਠੇਕਾ ਲਿਆ ਆ ਵੀ ਹਰ ਟਾਈਮ ਉਹਨਾਂ ਨੂੰ ਹੀ, ਉਹਨਾਂ ਦੇ ਘਰਾਂ 'ਚੋਂ ਉਹਨਾਂ ਨੂੰ ਹੀ ਟਿਕਟਾਂ 2-2 MLA ਦੀਆਂ 3-3 MLA, ਕਿਤੇ ਉਹਨਾਂ ਦੀ ਵਾਈਫ ਖੜੂਗੀ, ਕਿਤੇ ਆਪ ਖੜਨਗੇ, ਕਿਤੇ ਮੁੰਡਾ ਖੜੂਗਾ। ਮਤਲਬ ਸਾਡੀ ਵੀ ਮਾਨਸਿਕਤਾ ਜਿਹੜੀ ਆ ਬਹੁਤ ਥੱਲੇ ਡਿੱਗ ਚੁੱਕੀ ਆ, ਕਿਉਂਕਿ ਅਸੀਂ ਚਾਹੁੰਦੇ ਕਿ ਉਹ ਬੰਦੇ ਹੀ ਇਹ ਸਾਰਾ ਕੰਮ ਕਰਨ। ਹਾਂਜੀ ਭਾਜੀ, ਜੇ ਕਾਲ ਹੈ ਤਾਂ ਲਓ ਤੁਸੀਂ। ਹਾਂਜੀ 5479 ਤੁਸੀਂ ਔਨ 에ਅਰ ਹੋ। ਹਾਂਜੀ ਗੋਲਡੀ ਭਾਈ ਤੇ ਜੁਮੋ ਭਾਈ ਸਤਿ ਸ਼੍ਰੀ ਅਕਾਲ। ਹਾਂਜੀ ਉਹ ਮੈਂ ਜਿਹੜਾ ਕਮੈਂਟ ਡਾਕਟਰ ਹਰਮਨ ਬੋਲ ਰਿਹਾ ਜੀ, ਮੈਂ ਜਿਹੜਾ ਕਮੈਂਟ ਉਹ ਕਮੈਂਟ ਇਹ ਲਿਖਿਆ ਸੀ ਕਿਉਂਕਿ ਮੇਰੀ ਜਾਣੀ ਕਿ ਇਹ ਭਾਵਨਾ ਹੈ ਵੀ ਜੇ ਕਿਸਾਨ ਜਥੇਬੰਦੀਆਂ ਆਪ ਦੇ ਚੋਣ ਨਿਸ਼ਾਨ ਤੇ ਲੜਨਗੀਆਂ ਤਾਂ ਉਹਦੇ ਨਾਲ ਉਹ ਇੱਕ ਕਿਸਮ ਦੇ ਕੇਜਰੀਵਾਲ ਦੇ ਅੰਡਰ ਹੋ ਜਾਣਗੀਆਂ, ਤੇ ਆਪਾਂ ਕੇਜਰੀਵਾਲ ਦਾ ਪਿਛਲੇ ਸਮੇਂ ਤੋਂ ਜ਼ਿੰਮੇਦਾਰ ਇਹਦੀ ਕਰਨੀ ਤੇ ਇਹਦੇ ਕੰਮ ਦੇਖਿਆ ਵੀ ਇਹ ਖਤਮ ਕਰ ਦਿੰਦਾ ਮੁੜ ਕੇ। ਸੋ ਮੈਂ ਉਹ ਇਹ ਮੈਨੂੰ ਸਵੇਰੇ ਅੱਜ ਮੈਂ ਦੇਖ ਰਿਹਾ ਸੀ ਤੇ ਕਿਤੋਂ ਮੈਂ ਦੇਖਿਆ ਵੀ ਕਿਉਂਕਿ ਕਈ ਦਿਨ ਤੋਂ ਇਹਨਾਂ ਦੀ ਜਿਹੜੀ ਜਿੱਦਣ ਦੇ ਰਾਜੇਵਾਲ ਸਾਹਿਬ ਨੂੰ ਅਧਿਕਾਰ ਦਿੱਤੇ ਉਸ ਤੋਂ ਬਾਅਦ ਕੋਈ ਵੀ ਗਤੀਵਿਧੀ ਖੁੱਲ ਕੇ ਬਾਹਰ ਨਹੀਂ ਆ ਰਹੀ, ਤੇ ਅੱਜ ਕਿਸੇ ਪੱਤਰਕਾਰ ਨੇ ਦੱਸਿਆ ਵੀ ਰਾਜੇਵਾਲ ਸਾਹਿਬ ਇਸ ਗੱਲ ਤੇ ਵਜੀਦਾ ਵੀ ਆਪਾਂ ਆਪ ਦੇ ਚੋਣ ਨਿਸ਼ਾਨ ਤੇ ਲੜੀਏ, ਜਦ ਕਿ ਕਈ ਜਥੇਬੰਦੀਆਂ ਦੇ ਆਗੂ ਹੈਗੇ ਜਿਹੜੇ ਉਹ ਕਹਿੰਦੇ ਵੀ ਨਹੀਂ ਆਪਾਂ ਆਪ ਦੇ ਵਿੱਚ ਮਰਜ ਨਹੀਂ ਹੋਣਾ। ਮੈਂ ਤੁਹਾਨੂੰ ਜਿੰਨੀ ਕੁ ਆਪਾਂ ਨੂੰ ਇਨਫੋਰਮੇਸ਼ਨ ਹੈ ਨਾ ਉਹ ਮੈਂ ਤੁਹਾਨੂੰ ਦੇ ਦਿੰਦਾ, ਬਾਕੀ ਉੱਥੇ ਕੀ ਹੋ ਰਿਹਾ ਕਿਉਂਕਿ ਸਾਡੀ ਗੱਲਬਾਤ ਹੁੰਦੀ ਰਹਿੰਦੀ ਕਿਸੇ ਨਾ ਕਿਸੇ ਨਾਲ ਰੋਜ਼। ਜਦੋਂ ਸ਼ੁਰੂਆਤ ਹੋਈ ਸੀ ਨਾ ਇਹ ਪਾਰਟੀ ਦੀ,
ਉਦੋਂ ਹਾਂਜੀ ਹਾਂਜੀ ਆਮ ਆਦਮੀ ਵਾਲਿਆਂ ਨੇ ਹੀ ਅਪਰੋਚ ਕੀਤੀ ਸੀ ਵੀ ਅਸੀਂ ਤੁਹਾਡੇ ਨਾਲ ਰਲ ਕੇ ਇਲੈਕਸ਼ਨ ਲੜਨ ਨੂੰ ਤਿਆਰ ਆ, ਤੁਹਾਨੂੰ ਕੁਝ ਸੀਟਾਂ ਦੇਣ ਨੂੰ ਤਿਆਰ ਆ। ਉਹ ਜਦੋਂ ਰਲ ਕੇ ਕਿਹਾ ਸੀ ਉਦੋਂ ਹਾਲੇ ਹੋਰ ਕੋਈ ਗੱਲ ਨਹੀਂ ਸੀ ਹੋਈ, ਸਿਰਫ ਇੰਨੀ ਸੀ ਮੈਸੇਜ ਆਇਆ ਸੀ ਕਿਸੇ ਦੇ ਥਰੂ। ਜਦੋਂ ਮੀਟਿੰਗ ਹੋਈ ਤੇ ਉਹ ਚਾਹੁੰਦੇ ਆ ਵੀ ਉਹਨਾਂ ਦੇ ਚੋਣ ਨਿਸ਼ਾਨ ਤੇ ਲੜਿਆ ਜਾਵੇ। ਇਹਨਾਂ ਦੀ ਪਲੈਨਿੰਗ ਇਹ ਸੀ ਕਿ ਅਸੀਂ ਆਪਣੇ ਚੋਣ ਨਿਸ਼ਾਨ ਤੇ ਲੜ ਕੇ ਤੇ ਜੇ ਉਹ ਸਾਡੀ ਸਪੋਰਟ ਕਰਦੇ ਆ ਬਾਈ ਸਰਕਾਰ ਬਣਾਉਣ 'ਚ ਜਾਂ ਅਸੀਂ ਉਹਨਾਂ ਦੀ ਕਰਦੇ ਆ ਤੇ ਉਹ ਕੰਮ ਹੋ ਸਕਦਾ ਆ ਉਸ ਟਾਈਮ ਦੇ ਉੱਤੇ। ਦੂਸਰੀ ਜਿਹੜੀ ਵੱਡੀ ਗੱਲ ਸੀ ਵੀ ਇਹਨਾਂ ਦਾ ਕੁਝ ਮਿਨੀਮਮ ਏਜੰਡਾ ਸੀ ਵੀ ਇਸ ਏਜੰਡੇ ਉੱਤੇ ਤੁਸੀਂ ਸਹਿਮਤੀ ਤੁਹਾਡੀ ਹੋਣੀ ਬਹੁਤ ਜ਼ਰੂਰੀ ਆ, ਤੇ ਉਹਦੇ ਉੱਤੇ ਉਹਨਾਂ ਦੀ ਸਹਿਮਤੀ ਨਹੀਂ ਬਣੀ ਕੇਜਰੀਵਾਲ ਨਾਲ ਉਸ ਮਿਨੀਮਮ ਏਜੰਡੇ ਦੇ ਉੱਤੇ। ਸੋ ਕੰਮ ਉਹਨਾਂ ਕੀ ਸੀਗਾ, ਬਸ ਮੈਸੇਜ ਆਇਆ ਸੀ ਤੇ ਉੱਥੇ ਠੱਪ ਹੋ ਗਿਆ ਸੀ ਕੰਮ। ਉਸ ਤੋਂ ਬਾਅਦ ਹੁਣ ਰਾਜੇਵਾਲ ਹੁਣੀ ਲੜਨਾ ਚਾਹੁੰਦੇ ਆ ਆਮ ਆਦਮੀ ਦੇ ਥੱਲੇ ਜਾਂ ਨਹੀਂ, ਇਹ ਆਪਾਂ ਨੂੰ ਨਹੀਂ ਪਤਾ ਕਿਉਂਕਿ ਆਪਣੀ ਰਾਜੇਵਾਲ ਹੁਣਾਂ ਨਾਲ ਪਿਛਲੇ ਇੱਕ ਹਫ਼ਤੇ ਤੋਂ ਗੱਲ ਨਹੀਂ ਹੋਈ। ਪਰ ਜਿੰਨੀ ਕੁ ਬਾਕੀਆਂ ਨਾਲ ਹੁੰਦੀ ਆ, ਜਿਵੇਂ ਹੁਣ ਡਾਕਟਰ ਸਹਿਮਾਨ ਹੁਣਾਂ ਨਾਲ ਸਵੇਰੇ ਹੋਈ ਆ ਗੱਲ, ਉਹ ਤਾਂ ਮੀਟਿੰਗਾਂ ਤੇ ਮੀਟਿੰਗਾਂ ਚੱਲ ਰਹੀਆਂ ਹੁਣ, ਤਾਂ ਹੀ ਉਹ ਪ੍ਰੋਗਰਾਮ 'ਚ ਨਹੀਂ ਆ ਸਕੇ ਵੀ ਮੀਟਿੰਗ ਦੇ ਵਿੱਚ ਆ ਉਹ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਸੰਯੁਕਤ ਸਮਾਜ ਮੋਰਚੇ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ, ਉਹ ਕਾਫੀ ਇੰਪੋਰਟੈਂਟ ਬੰਦੇ ਆ ਜਿਨ੍ਹਾਂ ਨਾਲ ਉਹਨਾਂ ਦੀ ਮੀਟਿੰਗ ਚੱਲ ਰਹੀ ਆ ਇਸ ਟਾਈਮ ਦੇ ਉੱਤੇ ਵੀ। ਸੋ ਸਾਨੂੰ ਦੋ ਡਿਫਰੈਂਟ ਇਨਫੋਰਮੇਸ਼ਨ, ਕੁਛ ਜਿਹੜਾ ਮੀਡੀਆ ਆ ਪੰਜਾਬ ਦਾ ਜਾਂ ਭਾਰਤ ਦਾ, ਉਹ ਤੁਹਾਨੂੰ ਪਤਾ ਉਹਨਾਂ ਨੇ ਇੱਦਾਂ ਦੀ ਵਿੱਚ ਛੱਡਣੀ ਹੁੰਦੀ ਸ਼ੁਰਲੀ ਜਿਹਦੇ ਨਾਲ ਲੋਕੀ ਕਨਫਿਊਜ਼ ਹੋ ਜਾਣ। ਸ਼ਾਇਦ ਮਾਲੀ ਸੀਗੇ ਜਾਂ ਆਪਣੇ ਡਾਕਟਰ ਪਿਆਰੇ ਲਾਲ ਗਰਗ ਸੀ, ਉਹਨਾਂ ਨੇ ਸਾਡੇ ਪ੍ਰੋਗਰਾਮ 'ਚ ਕਿਹਾ ਸੀ, ਕਹਿੰਦੇ ਸਭ ਤੋਂ ਵਧੀਆ ਤਰੀਕਾ ਹੁੰਦਾ ਲੋਕਾਂ ਨੂੰ ਕਨਫਿਊਜ਼ ਕਰਕੇ ਰੱਖੋ, ਤੇ ਜਦੋਂ ਲੋਕੀ ਕਨਫਿਊਜ਼ ਹੋਣ ਉਹਨਾਂ ਨੂੰ ਪਤਾ ਹੀ ਨਾ ਲੱਗੇ ਭੰਬਲ ਭੂਸੇ ਦੇ ਵਿੱਚ ਵੀ ਕੌਣ ਕਿੱਧਰ ਜਾ ਰਿਹਾ ਕੌਣ ਕੀ ਕਰ ਰਿਹਾ, ਤੇ ਉਹ ਕਦੀ ਵੀ ਸਹੀ ਸੋਚ ਆਲੇ ਪਾਸੇ ਨੂੰ ਜਾਂਦੇ ਨਹੀਂ ਕਿਉਂਕਿ ਉਹਨਾਂ ਦਾ ਦਿਮਾਗ ਤਾਂ ਸਾਰੀ ਦਿਹਾੜੀ ਇਸੇ ਗੱਲ 'ਚ ਲੱਗਾ ਰਹਿੰਦਾ ਵੀ ਇਹ ਹੋ ਕੀ ਰਿਹਾ ਆ, ਕੌਣ ਕਿੱਧਰ ਜਾ ਰਿਹਾ, ਸਪੋਰਟ ਕਿਉਂ ਕਰੀਏ ਅਸੀਂ ਵੀ ਇਹ ਤਾਂ ਉੱਧਰ ਚੱਲ ਜਾਣਾ। ਅੱਜ ਅਸੀਂ ਕਹਿ ਦਈਏ ਵੀ ਸੰਯੁਕਤ ਸਮਾਜ ਮੋਰਚੇ ਦੀ ਸਪੋਰਟ ਕਰਦੇ ਆ ਜਾਂ ਰਾਜੇਵਾਲ ਦੀ ਸਪੋਰਟ ਕਰਦੇ ਆ, ਇਹ ਆਮ ਆਦਮੀ ਚੱਲ ਜਾਣਾ, ਆਮ ਆਦਮੀ ਨੂੰ ਤਾਂ ਅਸੀਂ ਹੁਣ ਤੱਕ ਭੰਡਦੇ ਰਹੇ ਹਾਂ। ਸੋ ਇਹ ਕੁਛ ਮੀਡੀਆ ਦੇ ਵੀ ਸ਼ੋਸ਼ੇ ਹੁੰਦੇ ਆ, ਜਿਹੜਾ ਮੀਡੀਆ ਦੇ ਵਿੱਚ ਆ ਗਿਆ ਸੀ ਵੀ ਰਾਜੇਵਾਲ ਹੁਣੀ ਮੁੱਖ ਮੰਤਰੀ ਦਾ ਚਿਹਰਾ ਹੋਊਗਾ, ਇੱਦਾਂ ਦੀ ਕੋਈ ਗੱਲ ਹੀ ਨਹੀਂ ਸੀ ਹੋਈ, ਉਹ ਸਾਰਾ ਹੀ ਮੀਡੀਆ ਨੇ ਕ੍ਰੀਏਟ ਕੀਤਾ ਸੀਗਾ। ਸੋ ਮੀਡੀਆ ਵਾਲੇ ਬਹੁਤ ਸਾਰੇ ਇੱਦਾਂ ਦੇ ਨੈਰੇਟਿਵ ਕ੍ਰੀਏਟ ਕਰ ਰਹੇ ਆ ਔਰ ਕਰਦੇ ਰਹਿਣਾ ਹੈ ਉਹਨਾਂ ਨੇ ਇਲੈਕਸ਼ਨ ਤੱਕ, ਜਿਹੜਾ ਲੋਕਾਂ ਨੂੰ ਭੰਬਲ ਭੂਸੇ 'ਚ ਪਾਵੇ, ਕਨਫਿਊਜ਼ ਕਰੇ। ਸੋ ਜਿੰਨਾ ਚਿਰ ਫਸਟ ਹੈਂਡ ਇਨਫੋਰਮੇਸ਼ਨ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਆਪਣਾ ਪ੍ਰੋਗਰਾਮ ਕੱਲ੍ਹ ਦਾ ਵੀ ਇਸੇ ਟੌਪਿਕ ਦੇ ਉੱਤੇ ਸੀ, ਪੰਜਾਬ ਦੀ ਰਾਜਨੀਤੀ ਤੇ, ਜਾਂ ਡਾਕਟਰ ਸਵੈਮਾਨ ਜਾਂ ਕੋਈ ਮੇਨ ਲੀਡਰ ਕੱਲ੍ਹ ਨੂੰ ਜਿਹੜਾ ਇਸ ਪਾਰਟੀ ਦੇ ਵਿੱਚ ਇਨਵੋਲਵ ਹੋਵੇ ਉਹਨੂੰ ਆਪਾਂ ਨਾਲ ਪ੍ਰੋਗਰਾਮ ਤੇ ਲੈ ਕੇ ਆਈਏ, ਕਿਉਂਕਿ ਤੁਹਾਡੇ ਵਾਂਗੂ ਸਾਨੂੰ ਵੀ ਬਹੁਤ ਸਾਰੇ ਸਵਾਲ ਆ ਜਿਹੜੇ ਆਪਾਂ ਪੁੱਛਣੇ ਚਾਹੁੰਦੇ ਹਾਂ ਉਹਨਾਂ ਨੂੰ। ਕਿੱਥੋਂ ਫੰਡ ਆਊਗੇ, ਕਿਵੇਂ ਪਾਰਟੀ ਬਣੂਗੀ, ਕੀ ਕਰੂਗੀ, ਕੀ ਮੈਨੀਫੈਸਟੋ ਆ, ਚੋਣ ਨਿਸ਼ਾਨ ਤੁਹਾਡੇ ਕੋਲ ਹਾਲੇ ਤੱਕ ਹੈ ਨਹੀਂ। ਕਿਉਂਕਿ ਨਾਲ ਇਹ ਵੀ ਸੰਗਤ ਨੂੰ ਦੱਸਦੀ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਆ ਪਾਰਟੀ ਨੂੰ ਰਜਿਸਟਰ ਕਰਨ ਵਾਸਤੇ ਤੇ ਚੋਣ ਨਿਸ਼ਾਨ ਲੈਣ ਲਈ ਕਮ ਸੇ ਕਮ 6 ਮਹੀਨੇ ਦਾ ਸਮਾਂ ਲੱਗਦਾ। ਸੋ ਉਦੋਂ ਤੱਕ ਤਾਂ ਇਲੈਕਸ਼ਨ ਲੰਘ ਜਾਣੀ ਆ ਜੇ ਇਹ ਉਧਰ ਨੂੰ ਤੁਰ ਪੈਣ ਰਜਿਸਟਰ ਕਰਾਉਣ ਵਾਲੇ ਪਾਸੇ ਨੂੰ ਜਾਂ ਕੁਝ ਹੋਰ। ਸੋ ਜਾਂ ਤੇ ਇਹ ਆਪਣੇ ਇੰਡੀਵਿਜੂਅਲ ਚੋਣ ਨਿਸ਼ਾਨ ਤੇ ਲੜੂਗੇ ਹਰ ਥਾਂ ਦੇ ਉੱਤੇ, ਜਿਹੜੀ ਕਿਉਂਕਿ ਪਾਰਟੀ ਰਜਿਸਟਰ ਨਹੀਂ ਹੈ, ਕੋਈ ਸੰਯੁਕਤ ਸਮਾਜ ਮੋਰਚਾ ਇੱਕ ਮੋਰਚਾ ਆ, ਇਹ ਕੋਈ ਪਾਰਟੀ ਰਜਿਸਟਰ ਨਹੀਂ ਹੈ। ਆਲਰੇਡੀ ਪ੍ਰੋਸੈਸ ਚੱਲ ਰਹੀ ਆ, ਬਹੁਤ ਲੰਬਾ ਪ੍ਰੋਸੈਸ ਹੈ ਜਗਮੋਹਨ ਸਿੰਘ ਜੀ, ਮੈਂ ਉਹੀ ਤੁਹਾਨੂੰ ਦੱਸਣ ਲੱਗਾ ਆ, ਇਹ ਬਹੁਤ ਲੰਬਾ ਪ੍ਰੋਸੈਸ ਆ। ਆਪਾਂ ਜੇ ਹੋਰ ਨਾ ਕੋਈ ਆਇਆ ਕੱਲ੍ਹ ਨੂੰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਲੈ ਕੇ ਆਵਾਂਗੇ, ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਜਾਂ ਫੋਨ ਤੇ ਵੀ ਭਾਵੇਂ ਆ ਜਾਣ। ਉਹਨਾਂ ਨੇ ਇੱਕ ਪਾਰਟੀ ਬਣਾਈ ਹੋਈ ਆ ਆਪਣੀ, ਉਹਨਾਂ ਕੋਲ ਬਣੀ ਹੋਈ ਆ, ਉਹਨਾਂ ਕੋਲ ਪੁੱਛ ਲਾਂਗੇ ਵੀ ਕਿੰਨਾ ਕੁ ਟਾਈਮ ਲੱਗਦਾ ਆ ਪਾਰਟੀ ਨੂੰ ਰਜਿਸਟਰਡ ਹੋਣ 'ਚ, ਚੋਣ ਨਿਸ਼ਾਨ ਲੈਣ 'ਚ। ਬਹੁਤ ਲੰਬਾ ਪ੍ਰੋਸੈਸ ਆ। ਸੋ ਇਟਸ ਆਲਮੋਸਟ ਇੰਪੋਸੀਬਲ ਕਿ ਜੇ 13 ਨੂੰ ਚੋਣ ਜਾਬਤਾ ਲੱਗਣਾ ਆ ਤੇ ਇਹਨਾਂ ਦੀ ਪਾਰਟੀ ਰਜਿਸਟਰਡ ਹੋ ਜੂਗੀ, ਮੈਨੂੰ ਨਹੀਂ ਲੱਗਦਾ। ਬਾਕੀ ਹੋ ਸਕਦਾ ਮੈਂ ਗਲਤ ਹੋਵਾਂ, ਪੰਜਾਬ ਦੇ ਵਿੱਚ ਉੱਥੇ ਭਾਰਤ 'ਚ ਕੁਝ ਵੀ ਹੋ ਸਕਦਾ ਆ ਕਿਸੇ ਵੀ ਟਾਈਮ ਦੇ ਉੱਤੇ। ਤੇ ਸੋ ਇਸ ਕਰਕੇ ਇਹ ਬਹੁਤ ਕੁਛ ਹਾਲੇ ਸਾਹਮਣੇ ਆਉਣਾ ਆ, ਕੌਣ ਕਿੱਧਰ ਨੂੰ ਜਾ ਰਿਹਾ। ਹਾਲੇ ਤੱਕ ਤਾਂ ਆਪਾਂ ਨੂੰ ਇਹੀ ਦਿਖਦਾ ਨਾ ਵੀ ਕਾਂਗਰਸ ਵਾਲੇ ਤੇ ਆਪਣੇ ਅਕਾਲੀ ਤੇ ਬਾਕੀ ਜਿਹੜੇ ਆ ਉਹ ਕਿੱਦਾਂ ਪਾਰਟੀ ਬਸਪਾ ਵਾਲੇ, ਅੱਜ ਮੈਂ ਸਵੇਰੇ ਦੇਖ ਰਿਹਾ ਸੀ ਉਹ ਸ਼ਾਇਦ ਮਜੀਠਾ ਤੋਂ ਜਿਹੜਾ ਲਾਲੀ ਮਜੀਠਾ, ਉਹ ਇਹਨਾਂ ਨਾਲ ਆਮ ਆਦਮੀ ਨਾਲ ਆ ਗਿਆ। ਇੱਦਾਂ ਦਾ ਬਹੁਤ ਕੁਛ ਹੋਣਾ ਹਾਲੇ, ਇਹਨਾਂ 'ਚ ਉੱਧਰ ਜਾਣੇ ਉੱਧਰੋਂ ਇੱਧਰ ਆਉਣੇ, ਕਿਉਂਕਿ ਰਾਜਨੀਤਿਕ ਲੀਡਰਾਂ ਦਾ ਕੰਮ ਆ ਪਾਰਟੀਆਂ ਬਦਲਣੀਆਂ। ਜਿੱਥੇ ਟਿਕਟ ਨਾ ਮਿਲੀ ਜਿੱਥੋਂ, ਉੱਥੋਂ ਉਹਨਾਂ ਨੇ ਪਾਰਟੀ ਬਦਲ ਲੈਣੀ। ਇੰਨਾ ਕੀ ਆ ਬਸ ਇਹਨਾਂ ਦਾ ਵੀ ਆਹ ਫਲਾਣਾ ਮੇਰਾ ਏਰੀਆ ਸੀ, ਮੈਨੂੰ ਟਿਕਟ ਨਹੀਂ ਦਿੱਤੀ, ਮੈਂ ਪਾਰਟੀ ਬਦਲਣ ਲੱਗਾ। ਭਾਜੀ ਦੀ ਜਿਹੜੇ ਲਾਹੌਰ ਤੇ ਉਹਨਾਂ ਦੀ ਗੱਲ ਸੁਣ ਲਈ ਤੇ ਜਾਂ ਫਿਰ ਹਾਂਜੀ। ਸੋ ਤੇ ਕਰੋ ਤੁਸੀਂ ਗੱਲ, ਮੈਂ ਇੱਕ ਕਾਲ ਹੋਰ ਆ ਰਹੀ ਉਹ ਵੀ ਵਿੱਚੇ ਲੈ ਲੈਣਾ। ਹਾਂਜੀ ਹਾਂਜੀ ਵੀਰ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ, ਬਹੁਤ ਸੋਹਣਾ ਪ੍ਰੋਗਰਾਮ। ਪਰ ਵੀਰ ਜੀ ਮੈਂ ਨਾ ਅੱਜ ਡਾਕਟਰ ਸਵੈਮਾਨ ਦੇ ਪੇਜ ਤੇ ਦੇਖਿਆ, ਉਹ ਰਹਿ ਰੱਬ ਦਾ ਨਾਂ ਜਿਹੜੀਆਂ ਲੋਕ ਉਹਨੂੰ ਗਾਲਾਂ ਕੱਢਦੇ ਆ। ਕੋਈ ਚੰਗਾ ਬੰਦਾ ਕਿੱਦਾਂ ਆ ਕੇ ਕੰਮ ਕਰੂ ਜੀ ਪੰਜਾਬ 'ਚ? ਬਿਲਕੁਲ ਜੀ,
ਮੈਂ ਨਾ ਉਹਨਾਂ ਨਾਲ ਜਦੋਂ ਗੱਲ ਹੋਈ ਸੀ ਲਾਸਟ, ਇਹੀ ਗੱਲ ਕਹੀ ਸੀ ਵੀ ਮਤ ਸੋਚੋ ਭਾਈ, ਜੇ ਤੁਸੀਂ ਇਹ ਪੰਜਾਬ ਦਾ ਭਲਾ ਸੋਚਦੇ ਆ ਤੇ ਤੁਹਾਨੂੰ ਕੋਈ ਗੱਲ 'ਚ ਹਾਰ ਪਾਊਗਾ। ਜਿਹੋ ਜਿਹੇ ਸਾਡੇ ਪੰਜਾਬੀ ਆ ਨਾ, ਉਹ ਲੱਤਾਂ ਖਿੱਚਣ ਵਾਲੇ ਜ਼ਿਆਦੇ ਆ। ਉਹਨਾਂ ਨੇ ਕਹਿਣਾ ਦੇਖੋ ਜੀ ਇਹ ਕਿੱਥੋਂ ਆ ਗਿਆ। ਮੈਂ ਵੀ ਦੇਖੀਆਂ ਕੁਛ ਪੋਸਟਾਂ, ਉਹ ਜਿਹੜੇ ਬੰਦੇ ਨੇ 1.5 ਸਾਲ ਆਪਣੀ ਜ਼ਿੰਦਗੀ ਦਾ ਡਾਕਟਰੀ ਕਿੱਤਾ ਛੱਡ ਕੇ, ਡਾਕਟਰ ਦੀ ਮਿਨੀਮਮ ਇਨਕਮ ਮੈਂ ਦੱਸਣ ਲੱਗਾ, ਮਿਨੀਮਮ ਜਿਹੜਾ ਆਮ ਡਾਕਟਰ ਆ ਨਾ, ਜਿਹੜਾ ਉੱਦਾਂ ਹੀ ਪ੍ਰੈਕਟਿਸ ਕਰਦਾ, 500,000 ਤੋਂ ਲੈ ਕੇ ਮਿਲੀਅਨ ਤੱਕ ਆ ਸਾਲ ਦੀ, ਜਿਹੜਾ ਆਮ ਡਾਕਟਰ ਆ। ਪਰ ਡਾਕਟਰ ਸਵੈਮਾਨ ਸਪੈਸ਼ਲਿਸਟ ਆ, ਕਾਰਡੀਓਲੋਜਿਸਟ ਆ। ਉਹ ਤਾਂ ਜੇ ਇੱਥੇ ਅਮਰੀਕਾ ਹੁੰਦਾ $2 ਮਿਲੀਅਨ ਤੱਕ ਕਮਾ ਸਕਦੇ। ਕਹਿੰਦੇ ਜੀ ਇਹ RSS ਨੇ, BJP ਨੇ ਹਾਇਰ ਕਰਕੇ ਇੰਡੀਆ ਤੋਂ ਮੰਗਾਇਆ ਜੀ। ਇੱਕ ਨੇ ਇਹ ਪੋਸਟ ਪਾਈ, ਉਹ ਮੈਂ ਕਿਹਾ ਭਾਈ ਉਹਨਾਂ ਦੀ ਤਾਂ ਇੰਨੀ ਔਕਾਤ ਹੀ ਨਹੀਂ ਹੈਗੀ ਜਿੰਨਾ ਉਹ ਪੈਸਾ ਛੱਡ ਕੇ ਆਇਆ, ਤੇ ਜਿੰਨਾ ਉਹਨੇ ਉੱਥੇ ਲਾਤਾ, ਉਹਦੀ ਜਥੇਬੰਦੀ ਨੇ ਜਿੰਨਾ ਪੈਸਾ ਲਾਤਾ। ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ, ਜਿਹੜੀ ਹੈਲੀਕਾਪਟਰ ਨੇ ਫੁੱਲਾਂ ਦੀ ਵਰਖਾ ਕੀਤੀ ਸੀ, ਉਹ ਡਾਕਟਰ ਸਵੈਮਾਨ ਦੀ ਜੇਬ 'ਚ ਲੱਗਾ ਹੋਇਆ ਪੈਸਾ ਸੀ। ਉਹ ਹੈਲੀਕਾਪਟਰ ਵੀ ਹਾਇਰ ਡਾਕਟਰ ਸਵੈਮਾਨ ਨੇ ਕੀਤਾ ਸੀ, ਕਿਸੇ NRI ਕਿਸੇ ਹੋਰ ਨੇ ਨਹੀਂ ਸੀ ਕੀਤਾ। ਸੋ ਭਾਈਓ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਨਹੀਂ ਪਤਾ। ਹਾਂਜੀ, ਕਰੋ ਤੁਸੀਂ ਗੱਲ। ਕੱਲ ਉਹਨਾਂ ਨੂੰ ਕੰਪਲੀਟ ਕਰ ਲੈਂਦੋ ਜੀ। ਭਾਜੀ ਬਸ ਇੰਨੀ ਗੱਲ ਜੀ, ਤਕੜਾ ਮਨ ਕਰਕੇ ਡਾਕਟਰ ਸਾਹਿਬ ਲੱਗਣ। ਬਹੁਤ ਅਨਪੜ੍ਹ ਕੁਝ ਲੋਕ ਸਿਆਣੇ ਤੇ ਹੈ, ਪਰ ਜੀ ਜਦੋਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਮਨ ਨਹੀਂ ਕਰਦਾ। ਮੈਂ ਤਾਂ ਜੀ ਪੋਸਟਾਂ ਪੜ੍ਹ ਕੇ ਤੇ ਮੈਂ ਫੋਨ ਨੰਬਰ ਲੱਭਦਾ ਰਿਹਾ ਵੀ ਡਾਕਟਰ ਸਾਹਿਬ ਟਿਕਟ ਕਟਾਓ ਤੇ ਜਾਓ ਅਮਰੀਕਾ, ਕੀ ਲੈਣਾ ਜੀ ਚਿੱਕੜ ਚ ਉਤਰ ਕੇ। ਇੰਨੀ ਬੇਇੱਜ਼ਤੀ ਜੀ ਦਾ ਨਾਂ। ਇੱਕ ਬੰਦਾ ਜੀ ਆਪਦੇ ਨਾਂ ਨਾਲ ਡਾਕਟਰ ਪਿੱਛੇ ਲਾਉਂਦਾ ਤੇ ਲਿਖ ਕੇ ਪਾ ਰਿਹਾ ਸੀ ਰਾਜੇਵਾਲ, ਇਹ ਆਮ ਆਦਮੀ ਦਾ ਬਣ ਗਿਆ ਵਾ ਤੇ ਹੁਣ ਇਹਨੇ ਸਿੱਖ ਪੰਥ ਦਾ ਘਾਣ ਕਰਨਾ। ਜਿਹੜਾ ਬੰਦਾ ਡਾਕਟਰ ਸ਼ਬਦ ਲਾ ਕੇ ਰਾਜੇਵਾਲ ਨੂੰ ਨਹੀਂ ਸਮਝ ਸਕਦਾ, ਥੱਲੜੇ ਲੋਕ ਕੀ ਸਮਝਣਗੇ। ਨਾਲੇ ਜਿਹੜੇ ਲੋਕ ਏਦਾਂ ਦੀ ਬੜੀ ਸਿੱਖਾਂ ਦਾ ਜਿਹੜਾ ਡਾਕਟਰ ਸ਼ਬਦ ਲਾ ਕੇ ਤੁਸੀਂ ਗੱਲ ਕਰ ਰਹੇ ਨਾ, ਉਹ ਹਾਂਜੀ ਉਹਨਾਂ ਦਾ ਤਾਂ ਕੀ ਕਹਿਣਾ ਆ ਵੀ ਪਹਿਲਾਂ ਦੇਖੋ ਬਾਦਲ ਸਾਹਿਬ ਹੋਣਾ ਨੇ ਸਾਡਾ ਕਿੰਨਾ ਭਲਾ ਕੀਤਾ ਆ, ਕਿੰਨੀਆਂ ਵਧੀਆ ਫੈਸਿਲਿਟੀਆਂ ਅਕਾਲੀ ਦਲ ਨੇ ਦਿੱਤੀਆਂ ਆ, ਹਨਾ, ਸਾਨੂੰ ਇੰਨਾ ਸਾਡਾ ਭਲਾ ਕੀਤਾ ਆ। ਫਿਰ ਇਦਾਂ ਹੀ ਕੈਪਟਨ ਸਾਹਿਬ ਨੇ ਦੇਖੋ ਕਿੱਦਾਂ ਘਰ ਘਰ ਨੌਕਰੀ ਦਿੱਤੀ। ਮੇਰਾ ਖਿਆਲ ਤੁਹਾਨੂੰ ਵੀ ਇਕੱਲੇ ਇਕੱਲੇ ਨੂੰ 2-2 ਮੋਬਾਈਲ ਘਰੇ ਮਿਲੇ ਆ, ਸਾਰਿਆਂ ਨੂੰ ਕਿੰਨਾ ਭਲਾ ਕੀਤਾ ਆ। ਤੇ ਉਹਨਾਂ ਨੇ ਇੰਨਾ ਭਲਾ ਕੀਤਾ ਨਾ ਲੋਕਾਂ ਦੀ ਅੱਖਾਂ ਦੇ ਵਿੱਚ। ਹੁਣ ਜਿਹੜੇ ਵਿਚਾਰੇ ਚੰਗਾ ਕੰਮ ਕਰਨਾ ਚਾਹੁੰਦੇ ਡਾਕਟਰ ਆ, ਉਹਨਾਂ ਨੂੰ ਕਿੱਥੇ ਇਹਨਾਂ ਨੇ ਪਾਣੀ ਹਾਰਿਆ, ਕਿੱਥੇ ਇਹਨਾਂ ਦੇ। ਤੁਸੀਂ ਭਲਾ ਬਹੁਤ ਹੋ ਚੁੱਕਾ ਨਾ ਇੰਨੇ ਕਮਲੇ। ਹਾਂਜੀ, ਜਿੰਨਾ ਇੱਕੋ ਮਿੰਟ ਲੈਣਾ। ਹਾਂਜੀ, ਇਹੋ ਜਿਹੇ ਲੋਕ ਹੈ ਜੀ ਪੰਜਾਬ 'ਚ, ਜਿਨ੍ਹਾਂ ਦੇ ਘਰ 'ਚ 2-2 ਪੁੱਤ ਚਿੱਟਾ ਬੈਠੇ ਪੀਂਦੇ। ਉਹ ਆਂਦੇ ਮੈਂ ਬਾਦਲ ਤੇ ਕੈਪਟਨ ਨੂੰ ਵੋਟ ਪਾਉਣੀ, ਹੋਰ ਤੁਸੀਂ ਕੀ ਕਹਿੰਦੇ। ਬਸ ਜੀ ਮੇਰੀ ਇੰਨੀ ਗੱਲ ਹੈ। ਮੈਂ ਇੱਕ ਗੱਲ ਕਰਨ ਲੱਗਾ ਜੀ, ਸੁਣ ਲਓ ਤੁਸੀਂ। ਇੱਕ ਨਾ ਰਾਜਾ ਸਿੰਘ ਜੀ, ਸਾਡੀ ਪ੍ਰੋਬਲਮ ਪੰਜਾਬੀਆਂ ਦੀ, ਖਾਸ ਕਰਕੇ ਸਿੱਖਾਂ ਦੀ ਆ। ਅਸੀਂ ਬੜੇ ਅਨਸਿਕਿਉਰ ਆ, ਸਾਡੀ ਕੌਮ ਬੜੀ ਅਨਸਿਕਿਉਰਡ ਆ। ਉਹ ਜਾਂ ਤੇ ਸਾਨੂੰ ਜਿਹੜੀ ਅੱਜ ਤੱਕ ਕੁੱਟ ਪੈਂਦੀ ਰਹੀ ਹੈ, ਜਦੋਂ ਤੋਂ ਸਿੱਖੀ ਹੋਂਦ 'ਚ ਆਈ ਹੈ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਲੈ ਕੇ ਅੱਜ ਤੱਕ ਅਸੀਂ ਮਾਰ ਖਾਂਦੇ ਰਹੇ ਹਾਂ, 'ਚ ਕੋਈ ਸ਼ੱਕ ਨਹੀਂ। ਪਰ ਨਾਲ ਦੀ ਨਾਲ ਇਹ ਕਿਉਂ ਨਹੀਂ ਸੋਚਦੇ ਵੀ ਹਰ ਮਾਰ ਦੇ ਵਿੱਚੋਂ ਅਸੀਂ ਉੱਭਰੇ ਹਾਂ। ਜੇ ਇੰਨੀ ਮਾਰ ਕਿਸੇ ਵੀ ਹੋਰ ਕੌਮ ਨੂੰ ਪਈ ਹੁੰਦੀ ਤੇ ਉਹ ਖਤਮ ਹੋ ਜਾਂਦੀ। ਜਿੰਨੀ ਕੁੱਟ ਸਾਨੂੰ ਪਈ ਆ, ਜਿੰਨਾ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਬਾਕੀ ਕੌਮਾਂ ਹੋਊਗੀਆਂ ਉਹਨੂੰ ਮਰਜ ਕਰ ਦਿੱਤਾ ਜਾਊਗਾ, ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਔਰ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਆ, ਉਹ ਡੰਡੇ ਦਾ ਹੋਵੇ, ਚਾਹੇ ਉਹ ਤਰੀਕਿਆਂ ਦਾ ਹੋਵੇ, ਚਾਹੇ ਜਿਹੜੀ RSS ਅੱਜ ਕੱਲ੍ਹ ਕਰ ਰਹੀ, ਤੁਹਾਡੇ ਅੰਦਰ ਵੜ ਕੇ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਹਰ ਤਰੀਕੇ ਨਾਲ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਗੁਰੂ ਨਾਨਕ ਦੀ ਸੋਚ ਕਦੀ ਦੱਬ ਨਹੀਂ ਸਕਦੀ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ। ਇਹ ਜਿਹੜੇ ਤੁਸੀਂ ਕਹਿੰਦੇ ਆ ਨਾ ਵੀ ਇੱਦਾਂ ਲਿਖਦੇ ਆ, ਉਹ ਬਾਹਰੋਂ ਦੇਖਣ ਨੂੰ ਸਿੱਖ ਲੱਗਦੇ ਆ। ਉਹ ਆਪਾਂ ਨੂੰ 12-15 ਸਾਲ ਹੋ ਗਏ ਇੱਧਰਲੇ ਪਾਸੇ ਨੂੰ ਤੁਰੇ, ਆਪਾਂ ਨੂੰ ਘੱਟ ਗਾਲਾਂ ਕੱਢੀਆਂ ਲੋਕਾਂ ਨੇ, ਇਹ ਕਾਮਰੇਡ, ਇਹ ਫਲਾਣੇ, ਇਹ ਟਮਕਾਣੇ। ਅਸੀਂ ਨਹੀਂ ਹਟ ਗਏ, ਸਾਨੂੰ ਕੀ ਲੋੜ ਪਈ ਆ। ਅਸੀਂ ਵੀ, ਮੈਂ ਤਾਂ ਜੱਗੀ ਕਹਿੰਦੇ ਆ ਵੀ ਆਰਾਮ ਨਾਲ ਆਪਣਾ ਕੰਮ ਕਰੋ ਭਾਈ। ਸੈਟਰਡੇ ਸੰਡੇ ਮੇਰਾ ਵੀ ਰੀਅਲ ਸਟੇਟ ਚੱਲਦਾ, ਮੈਂ ਬੰਦ ਕੀਤਾ ਪਿਆ ਵੀ ਛੱਡੋ ਆਪਾਂ ਪੰਜਾਬ ਨੂੰ, ਆਪਾਂ ਨੂੰ ਕੀ, ਇਹ ਜਦੋਂ ਉਹ ਨਹੀਂ ਸੁਧਰਨਾ ਚਾਹੁੰਦੇ ਅਸੀਂ ਕਿਉਂ ਸੁਧਰੀਏ। ਪਰ ਗੱਲ ਇਹ ਆ, ਜੇ 50% ਬੰਦੇ ਨਹੀਂ ਸੁਧਰਨਾ ਚਾਹੁੰਦੇ ਤੇ 50% ਸੁਧਰਨਾ ਚਾਹੁੰਦੇ ਵੀ ਆ, ਸੁਧਾਰਨਾ ਚਾਹੁੰਦੇ ਵੀ ਆ ਨਾ, ਆਪਾਂ ਉਹਨਾਂ ਵਾਸਤੇ ਕਿਉਂ ਨਾ ਲੜੀਏ ਜਿਹੜੇ ਵਾਕਈ ਸੁਧਰਦੇ ਆ। ਸੋ ਜਿਹੜੇ ਨੈਗੇਟਿਵ ਬੰਦੇ ਉਹਨਾਂ ਨੂੰ ਛੱਡ ਦਿਓ ਭਾਈ, ਠੀਕ ਆ, ਤੁਹਾਨੂੰ ਜੋ ਲੱਗਦਾ ਤੁਸੀਂ ਕਰੀ ਜਾਓ। ਜਿਹੜੇ ਵਾਕਈ ਤੁਹਾਡੇ ਵਰਗੇ ਚੰਗੀ ਸੋਚ ਵਾਲੇ ਪੰਜਾਬ ਨੂੰ ਗਾਂਹ ਲੈ ਕੇ ਜਾਣਾ ਚਾਹੁੰਦੇ, ਉਹਨਾਂ ਨੂੰ ਲੈ ਕੇ ਤੁਰੀਏ ਵੀ ਹਾਂ ਠੀਕ ਆ ਭਾਈ, ਅਸੀਂ ਤੁਹਾਡੇ ਨਾਲ ਖੜੇ, ਭਾਵੇਂ 2 ਬੰਦੇ ਹੀ ਕਿਉਂ ਨਾ ਹੋਣ। ਸੋ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜਿਹੜੀ ਸਿੱਖੀ ਦੀ ਸੋਚ ਤੁਸੀਂ ਜਿੰਨੀਆਂ ਮਰਜ਼ੀ ਸੰਨਾਂ ਲਾ ਲਓ, ਜਾਂ ਬਾਅਦ 'ਚ ਸ਼ਰੇਆਮ ਵੀ ਹੋ ਜਾਂਦਾ ਤਾਂ ਵੀ ਨਹੀਂ ਅਸੀਂ ਮੰਨਣ ਨੂੰ ਤਿਆਰ ਹੁੰਦੇ। ਅਸੀਂ ਕਦੋਂ ਦੇ ਕਹਿ ਰਹੇ ਵੀ ਅਮਨ ਸਰਸਾ ਜਿਹੜਾ ਆ ਉਹ BJP ਦਾ ਬੰਦਾ ਆ,
ਉਹ ਭਾਈ ਤੁਹਾਡੇ ਸਾਹਮਣੇ ਲਾਉਣ ਲਈ ਬੜਿਆ, ਕੋਈ ਮੰਨਦਾ ਸੀ? ਨਹੀਂ ਜੀ, ਨਹੀਂ ਨਹੀਂ ਨਹੀਂ, ਉਹ ਅਕਾਲੀ ਦਲ ਦਾ ਜੀ ਬੜਾ ਵਧੀਆ ਬੰਦਾ ਆ, ਇਹ ਆ ਉਹ ਆ। ਉਹ ਹੁਣ ਤਾਂ ਓਪਨ ਹੋ ਗਿਆ। ਉਹ ਜਿੱਦਣ ਬੀਜੇਪੀ 'ਚ ਰਲਿਆ, ਹੁਣ ਉਹਨੇ ਕਹਿੰਦੇ, ਮੈਂ ਸੁਣਿਆ ਅਸਤੀਫਾ ਵੀ ਵਾਪਸ ਲੈ ਰਿਹਾ। ਵੀ ਅਸਤੀਫਾ ਦਿੱਤਾ ਕਿਹਨੂੰ ਸੀ ਪਹਿਲਾਂ ਤਾਂ ਦੱਸ। ਕਹਿੰਦਾ ਜਿਹੜਾ ਅਸਤੀਫਾ ਦਿੱਤਾ ਸੀ ਨਾ ਦਿੱਲੀ ਕਮੇਟੀ ਤੋਂ, ਉਹ ਵਾਪਸ ਲੈ ਰਿਹਾ। ਇਹ ਤਾਂ ਦੱਸ ਦਿੱਤਾ ਕਿਹਨੂੰ ਹੀ? ਪ੍ਰਧਾਨ ਤਾਂ ਤੂੰ, ਪ੍ਰਧਾਨ ਤੂੰ ਭਾਜੀ ਸੁਖਬੀਰ ਬਾਦਲ ਨੂੰ ਦਿੱਤਾ ਸੀ, ਤੇ ਫਿਰ ਵਾਪਸ ਕਿੱਦਾਂ ਲੈ ਰਿਹਾ? ਇਹਦਾ ਮਤਲਬ ਸਭ ਰਲੇ ਹੋਏ ਆ, ਇਹ ਸਭ ਪਲੈਨਿੰਗ ਆ। ਇਹ ਤੁਹਾਨੂੰ ਲੱਗਦਾ ਹੋਊਗਾ ਵੀ ਅਕਾਲੀ ਦਲ ਇਹ ਤੋਂ ਵੱਖਰਾ ਆ ਬੀਜੇਪੀ ਤੋਂ? ਕੋਈ ਵੱਖਰਾ ਨਹੀਂ ਆ। ਮੈਂ ਅੱਜ ਗਰੰਟੀ ਦਿੰਦਾ, ਜੇ 30 ਸੀਟਾਂ ਤੁਸੀਂ ਬੀਜੇਪੀ ਨੂੰ ਦਵਾ ਦਿੰਦੇ ਆ, 30 ਸੀਟਾਂ ਤੁਸੀਂ ਬਾਦਲ ਨੂੰ ਦਵਾ ਦਿੰਦੇ ਆ, ਤੇ ਦੋਨਾਂ ਦੀ ਰਲ ਕੇ ਸਰਕਾਰ ਬਣੀ ਲਓ। ਗਰੰਟੀ ਲਿਖ ਕੇ ਲੈ ਲਓ ਮੇਰੇ ਕੋਲ, ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ। ਇੱਕੋ ਹੀ ਗੱਲ ਆ ਜੀ, ਉਦਾਂ ਥੋੜਾ ਜਿਹਾ ਹੌਸਲਾ ਇੱਥੋਂ ਵੀ ਹੁੰਦਾ। ਮੈਂ ਨਾ ਜੀ ਅੱਜ ਜਾਣ ਕੇ ਆਪਣੇ YouTube ਚੈਨਲ ਤੇ ਇੱਕ ਸਾਖੀ ਜਿਹੜੀ ਆ ਉਹ ਪਾਈ, ਲਿਖ ਕੇ ਬੋਲ ਕੇ ਆਡੀਓ, ਤੇ ਉਹਨੂੰ ਮੈਂ WhatsApp ਗਰੁੱਪਾਂ 'ਚ ਸ਼ੇਅਰ ਕੀਤਾ, ਤੇ ਮੈਨੂੰ 3-4 ਬੰਦਿਆਂ ਨੇ ਸਵਾਲ ਕਰ ਦਿੱਤੇ ਕਿ ਤੁਸੀਂ ਗੁਰੂ ਸਾਹਿਬ ਨੂੰ ਜਾਦੂਗਰ ਬਣਾਇਆ। ਮੈਂ ਥੋੜਾ ਚੁੱਪ ਰਿਹਾ, ਪਰ ਮੈਨੂੰ ਖੁਸ਼ੀ ਹੋਈ ਕਿ ਚਲੋ ਘੱਟੋ ਘੱਟ ਕੁਝ ਲੋਕ ਤੇ ਜਾਗਦੇ ਆ ਨਾ। ਹਾਂਜੀ, ਠੀਕ ਆ ਜੀ, ਕਰੋ ਕੈਰੀ ਔਨ। ਬਹੁਤ ਵਧੀਆ ਓਕੇ ਜੀ, ਥੈਂਕ ਯੂ। ਸੋ ਜਗਮੋਹਨ ਸਿੰਘ ਜੀ, ਪ੍ਰੋਬਲਮ ਸਾਡੀ ਪਤਾ ਕੀ ਆ? ਅਨਸਿਕਿਉਰਿਟੀ ਹੋਣ ਕਰਕੇ ਨਾ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗ ਪਏ ਆ। ਤੇ ਜਦੋਂ ਬੰਦਾ ਅਨਸਿਕਿਉਰ ਹੁੰਦਾ, ਉਹ ਕੋਈ ਵੀ ਹੋਵੇ, ਤੁਹਾਨੂੰ ਪਤਾ ਹੋਣਾ ਵੀ ਉਹ ਨੈਗੇਟਿਵਿਟੀ ਵਾਲੇ ਪਾਸੇ ਨੂੰ ਛੇਤੀ ਜਾਂਦਾ। ਇਹ ਤੁਹਾਡਾ ਦਿਮਾਗ ਉੱਧਰ ਨੂੰ ਛੇਤੀ ਲੈ ਕੇ ਜਾਂਦਾ। ਪੋਜ਼ਿਟਿਵਿਟੀ ਜਿਹੜੀ ਲਿਆਉਣੀ ਬੜੀ ਔਖੀ ਲੱਗਦੀ ਆ। ਆਪਾਂ ਇਹਨਾਂ ਕੰਟਰੀਆਂ 'ਚ ਬੈਠੇ ਜਿੱਥੇ ਪੋਜ਼ਿਟਿਵਿਟੀ ਆਪਣੇ 'ਚ ਜ਼ਿਆਦਾ ਆ। ਆਪਾਂ ਮਰਦੇ ਵੀ ਹੋਈਏ, ਕੁਛ ਹੋਵੇ, ਆਪਾਂ ਨੂੰ ਕਹਿੰਦੇ ਕੋਈ ਪਰਵਾਹ ਨਹੀਂ ਹੈਗੀ, ਚੜ੍ਹਦੀ ਕਲਾ, ਜਿਹੜੀ ਸਿੱਖੀ ਦੀ ਅਸਲੀ ਸੋਚ ਸੀਗੀ। ਪਰ ਉੱਥੇ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ। ਜੇ ਤੁਸੀਂ ਕਿਸੇ ਵੀ ਪੰਜਾਬੀ ਨਾਲ, ਸਿੱਖ ਨਾਲ, ਬਜ਼ੁਰਗ ਨਾਲ, ਕਿਸੇ ਨਾਲ ਵੀ ਗੱਲ ਕਰ ਲਓ, ਉਹਨੇ ਹਾਂ ਸਭ ਠੀਕ ਆ, ਪਰ ਆਹ ਜਿਹੜਾ ਕੰਮ ਆ ਇਹ ਉਹ ਨੈਗੇਟਿਵ ਵਾਲੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦੇ, ਪੋਜ਼ਿਟਿਵ ਵਾਲੀ ਕਦੀ ਨਹੀਂ ਕਰੂਗੇ। ਦੇਖ ਲਿਓ, ਇਹ ਮੈਂ ਆਪਣੇ ਪਰਿਵਾਰ ਤੋਂ ਲੈ ਕੇ, ਘਰ ਤੋਂ ਲੈ ਕੇ ਗੱਲ ਕਰਦਾ ਆ। ਕਦੇ ਇਹ ਗੱਲ ਨਹੀਂ, ਚੜ੍ਹਦੀ ਕਲਾ ਵਾਲੀ ਗੱਲ ਨਹੀਂ ਕਰੂਗੇ ਵੀ ਬਹੁਤ ਵਧੀਆ, ਵੀ ਜੇ ਆ ਮੋਰਚਾ ਬਣਿਆ ਕੁਛ ਕਰ ਸਕਦਾ। ਤੇ ਜਦੋਂ ਤੁਹਾਡੀ ਸ਼ੁਰੂਆਤ ਹੀ ਨੈਗੇਟਿਵਿਟੀ 'ਚੋਂ ਹੁੰਦੀ ਆ, ਤੇ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲਣਾ ਬਹੁਤ ਔਖਾ ਹੁੰਦਾ ਆ। ਜੇ ਤੁਸੀਂ ਆਪਣੇ ਅੰਦਰ ਇੱਕ ਪੋਜ਼ਿਟਿਵ ਸਪਿਰਿਟ ਲੈ ਕੇ ਚੱਲੂਗੇ, ਜਿਹੜੀ ਡਾਕਟਰ ਸਵੈਮਾਨ ਹੁਣੀ ਲੈ ਕੇ ਚੱਲੇ ਆ, ਉਹਨੂੰ ਇੰਨੀਆਂ ਲੱਤਾਂ ਖਿੱਚ ਰਹੇ, ਇੰਨਾ ਕੁਛ ਕਰ ਰਹੇ, ਕਹਿੰਦਾ ਨਾ ਮੈਂ ਤਾਂ ਕੁਛ ਨਾ ਕੁਛ ਬਦਲਾ ਲੈ ਕੇ ਜਾਊਂਗਾ, ਮੈਂ ਤਾਂ ਕੁਛ ਨਾ ਕੁਛ ਕਰਕੇ ਜਾਊਂਗਾ, ਸਵੇਰ ਤੋਂ ਸ਼ਾਮ ਤੱਕ ਮੀਟਿੰਗਾਂ, ਇਹ ਉਹ। ਫਿਰ ਕਹਿਣ ਵਾਲੇ ਕਹਿੰਦੇ ਜੀ ਇਹ RSS ਦਾ ਬੰਦਾ ਆ। ਉਹ ਸ਼ਰਮ ਕਰੋ, ਕੁਛ ਸ਼ਰਮ ਕਰੋ। ਆਪਣੀ ਜ਼ਿੰਦਗੀ ਨੂੰ ਛੱਡ ਕੇ, ਜਿਹੜਾ ਆਪਣੀ ਜ਼ਿੰਦਗੀ, ਛੋਟੀ ਬੱਚੀ ਨੂੰ ਛੱਡ ਕੇ, ਵਾਈਫ ਨੂੰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ ਉੱਥੇ ਜਾ ਕੇ ਤੁਹਾਡੇ ਵਾਸਤੇ ਲੜ ਰਿਹਾ ਆ। ਜਾਂ ਤੇ ਮੈਂ ਇੱਕ ਦਿਨ ਉਹਦੀ ਪੋਸਟ 'ਤੇ ਵੀ ਲਿਖਿਆ ਸੀ ਵੀ ਜਾਂ ਤਾਂ ਇਹ IT ਸੈੱਲ ਵਾਲੇ ਬੰਦੇ ਆ, ਤੇ ਜਾਂ ਇਹਨਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਆ। ਤੀਜਾ ਬੰਦਾ ਨਹੀਂ ਇਹ ਕੰਮ ਕਰ ਸਕਦਾ। ਇਹ ਭਾਜੀ ਪ੍ਰੋਬਲਮ ਇਹ ਆ ਇੱਥੇ, ਜਿਹੜੀ ਮੋਸਟਲੀ ਹਰ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਅਕਾਲੀ ਆ, ਚਾਹੇ ਉਹ ਭਾਜਪਾ ਆ, ਇਹਨਾਂ ਸਾਰਿਆਂ ਦਾ IT ਸੈੱਲ ਆ। ਉਹ ਦਿਨ ਰਾਤ ਨਵੀਆਂ ਪੋਸਟਾਂ ਬਣਾ ਕੇ, ਫੋਟੋ ਕਿਸੇ ਦੀ ਵੀ ਚੱਕ ਕੇ ਲਾ ਦਿਓ ਤੁਸੀਂ, ਇੰਨੀ ਅਰਬਾਂ 'ਚ ਪਾਪੂਲੇਸ਼ਨ ਆ। ਜਿਹੜੇ ਮਰਜ਼ੀ ਸਿੱਖ ਦੀ, ਜਿਹੜਾ ਕਿਤੇ ਉੜੀਸਾ 'ਚ ਰਹਿੰਦਾ, ਜਿਹਦੀ ਉੱਦਾਂ ਹੀ ਫੋਟੋ ਆ ਗਈ ਹੱਥ, ਵੈਬਸਾਈਟ ਤੋਂ ਚੱਕ ਕੇ ਲਾ ਕੇ ਸਰਦਾਰ ਬਣ ਕੇ ਜੋ ਮਰਜ਼ੀ ਲਿਖੀ ਜਾਓ। ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਕੰਮ ਕਰਦੇ ਆ, ਕਿੱਦਾਂ ਪੈਸੇ ਦੇ ਕੇ ਗਾਲਾਂ ਕਢਾਈਆਂ ਜਾਂਦੀਆਂ ਆ, ਸਾਰਾ ਕੁਛ ਆਪਾਂ ਨੂੰ ਇਹਨਾਂ ਬਾਰੇ ਪਤਾ ਆ। ਸੋ ਜੋ ਡਾਕਟਰ ਸਾਹਿਬ ਵੀ ਕੰਮ ਕਰ ਰਹੇ, ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਜਿਹੜੇ ਖੜੇ ਆ, ਜਿਹੜੇ ਕੋਸ਼ਿਸ਼ ਕਰ ਰਹੇ ਵੀ ਇੱਕ ਪਾਰਟੀ ਬਣਾਈ ਜਾਵੇ। ਹੁਣ ਮੈਂ ਗੱਲ 'ਚ ਐਡ ਕਰਦਾ ਵੀ ਆਹ ਬੈਂਸ ਭਰਾ ਵੀ ਬੜਾ ਰੌਲਾ ਪਾਉਂਦੇ ਆ ਵੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ। ਹੁਣ ਜਿੰਨੇ ਪੰਜਾਬ ਦਾ ਭਲਾ ਚਾਹੁਣ ਵਾਲੇ, ਜਿੰਨੇ ਪੰਥਕ ਕਹਿੰਦੇ ਵੀ ਅਸੀਂ ਬੜੇ ਤਕੜੇ ਪੰਥਕ ਆ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ, ਜੇ ਇਹ ਸਾਰੇ ਲੋਕ ਪੰਜਾਬ ਦਾ ਭਲਾ ਚਾਹੁੰਦੇ ਹੋਣ, ਆਪਣਾ ਭਲਾ ਨਾ ਚਾਹੁੰਦੇ ਹੋਣ ਨਾ, ਹੁਣ ਨੂੰ ਜਾ ਕੇ ਉਹਨਾਂ ਨਾਲ ਖੜ ਜਾਂਦੇ ਜਾ ਕੇ ਸਾਰਿਆਂ ਨਾਲ ਵੀ ਚਲੋ ਅਸੀਂ ਤੁਹਾਡੇ ਨਾਲ ਆ, ਆਪਾਂ ਇੱਕ ਰਵਾਇਤੀ ਪਾਰਟੀ ਬਣਾਈਏ। ਕਿਉਂਕਿ ਜਿਹੜੀ ਅਕਾਲੀ ਦਲ ਰਵਾਇਤੀ ਪਾਰਟੀ ਸੀ, ਜਿਹੜੀ ਖੂਨ ਚੋਂ ਨਿਕਲੀ ਸੀ ਸਿੱਖਾਂ ਦੇ ਪਾਰਟੀ, ਉਹ ਤਾਂ ਹੁਣ ਬਣ ਗਈ ਆ ਭਾਜਪਾ ਪਾਰਟੀ। ਕਿਉਂਕਿ ਜੇ ਭਾਜਪਾ ਕਹਿੰਦੀ ਆ ਜਾਂ RSS ਕਹਿੰਦੀ ਆ ਵੀ ਬੰਦਿਆਂ ਦੇ ਤੁਸੀਂ 2 ਗੋਲੀਆਂ ਮਾਰੋ, ਤਾਂ ਬਾਦਲ ਸਾਹਿਬ ਅਕਾਲੀ ਕਹਿੰਦੇ 2 ਗੋਲੀਆਂ ਨਾਲ ਨਹੀਂ ਜੀ, 2 ਗੋਲੀਆਂ ਨਾਲ ਸਾਡੇ ਬੰਦੇ ਨਹੀਂ ਡਰਦੇ ਪੰਜਾਬ ਵਾਲੇ, ਇਹ ਘੱਟੋ ਘੱਟ 10-12 ਬੰਦੇ ਮਾਰੋ ਫੇਰ ਇਹ ਡਰਨਗੇ। ਜਿੱਥੇ ਡੰਡਿਆਂ ਦੀ ਲੋੜ ਆ ਉੱਥੇ ਗੋਲੀ ਚਲਾਓ, ਜਿੱਥੇ ਘਸੁੰਨਾਂ ਦੀ ਲੋੜ ਆ, ਧੱਕੇ ਦੀ ਲੋੜ ਆ, ਡੰਡੇ ਮਾਰੋ। ਮਤਲਬ ਇਹ ਤਾਂ ਸਾਡਾ ਟਰੈਕ ਰੈਕਡ ਜਿਹੜਾ ਆ, ਇਹਨਾਂ ਦਾ ਅਕਾਲੀ ਦਲ ਦਾ ਟਰੈਕ ਰੈਕਡ ਬੋਲ ਰਿਹਾ ਆ। ਜੇ ਸਾਡੇ ਗੁਰੂ ਧਾਮਾਂ ਦੇ ਵਿੱਚ ਕਰਪਸ਼ਨ ਚੱਲ ਪਈ ਆ, ਕਮਰੇ ਲੈਣ ਤੇ ਕਰਪਸ਼ਨ, ਪੈਸੇ ਮੰਗਦੇ ਆ, ਗ੍ਰੰਥੀ ਲਾਉਣ ਤੇ ਪੈਸੇ ਚੱਲਦੇ ਆ,
ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਤੋਂ ਬਾਅਦ ਪੈਸੇ ਚੱਲਦੇ ਆ, ਜਿੰਨੇ ਚੰਦੋਏ ਆਉਂਦੇ ਆ, ਜਿੰਨਾ ਆਟਾ ਆਉਂਦਾ ਆ, ਉਹਨਾਂ ਦੇ ਪੈਸੇ ਕਰਪਸ਼ਨ ਚੱਲਦੀ ਆ, ਵੇਚੇ ਜਾਂਦੇ ਆ। ਜੇ ਸਭ ਤੋਂ ਵੱਡੀ ਗੱਲ ਆ 328 ਸਰੂਪ ਚੁੱਪ ਚਪੀਤੇ ਵੇਚ ਦਿੱਤੇ। ਇਹ ਨਹੀਂ ਕਹਿ ਸਕਦੇ ਗਾਇਬ ਨਹੀਂ ਹੋਏ। ਉਹਨਾਂ ਨੂੰ ਪਤਾ ਆ ਵੀ ਉਹਨਾਂ ਨੇ ਪੈਸੇ ਲੈ ਲਏ ਆ, ਵੇਚਤੇ ਆ, ਰਜਿਸਟਰ ਤੇ ਨਹੀਂ ਚਾੜੇ ਬਸ ਵੀ ਹਾਂ ਵੀ ਆਹ ਸਰੂਪ ਜਿਹੜਾ ਆ। ਜੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਵੇਚ ਕੇ ਪੈਸੇ ਖਾ ਸਕਦੇ ਆ, ਤੁਸੀਂ ਕੀ ਐਕਸਪੈਕਟ ਕਰਦੇ ਆ ਇਹਨਾਂ ਪਾਰਟੀਆਂ ਤੇ ਇਹਨਾਂ ਲੋਕਾਂ ਤੋਂ? ਇਹ ਕਹਿੰਦੇ ਜੀ ਇਹ ਸਾਡੇ ਪੰਥਕ ਆ ਜੀ, ਇਹ ਤਕੜੀ। ਮੇਰਾ ਖਿਆਲ ਸਿਮਰਜੀਤ ਸਿੰਘ ਕੌਰ ਕਹਿੰਦੀ ਸਾਡੀ ਜਿਹੜੀ ਤਕੜੀ ਆ ਬਾਬੇ ਨਾਨਕ ਦੇ ਬਰਾਬਰ ਤੋਲੂਗੀ। ਕਦੇ ਇੱਦਾਂ ਦੀ ਕੋਈ ਗੱਲ, ਕੱਲ ਪਰਸੋਂ ਇੱਕ ਗੱਲ ਚੱਲ ਰਹੀ ਸੀ, ਕੋਈ ਦੱਸ ਰਿਹਾ ਸੀ ਵੀਰ। ਸੋ ਇਹ ਚੀਜ਼ ਆ ਸਾਡੇ ਪੰਜਾਬੀ ਲੋਕ ਨੂੰ ਡਰਾਉਣ ਲਈ। ਹੁਣ ਜਿੱਦਾਂ ਬੰਬ ਬਲਾਸਟ ਕਰ ਦਿੱਤਾ, ਇਹਦਾ ਕੀ ਸੀ ਵੀ ਇੱਦਾਂ ਦੇ 2 ਬੰਬ ਬਲਾਸਟ ਕਰੋ। ਹੁਣ ਹੋਰ ਵੀ ਬਹੁਤ ਰੌਲਾ ਪੈਣਾ, ਹਿੰਦੂਆਂ ਨੂੰ ਖਤਰਾ ਆ, ਇਹ ਆ ਉਹ ਆ। ਜਿੰਨਾ ਹਿੰਦੂ ਖਤਰੇ 'ਚ ਹੋਊਗਾ ਉਨਾ ਹੀ ਉਹ ਜਿਹੜੀ ਵੋਟ ਆ ਉਹ ਭਾਜਪਾ RSS ਇਹਨਾਂ ਨੂੰ ਪਾਊਗੀ। ਇਹ ਫੰਡਾ ਜਿਹੜਾ ਕਾਂਗਰਸ ਨੇ ਵਰਤਿਆ ਸੀ, ਇਹ ਫੰਡਾ ਇਹ ਵਰਤ ਰਹੇ ਆ। ਸੋ ਅਸੀਂ ਬਾਰ-ਬਾਰ ਕਹਿੰਦੇ ਇਹਨਾਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਓ। ਜੇ ਨਹੀਂ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਸਪੋਰਟ ਕਰਨੀ, ਆਪਣੇ ਏਰੀਏ ਦੇ ਵਿੱਚ, ਆਪਣੇ ਪਿੰਡ ਵਿੱਚ ਆਪ ਕੱਲਾ ਬੰਦਾ ਪ੍ਰਚਾਰ ਕਰ ਸਕਦਾ ਵੀ ਆਪਾਂ ਆਹ MLA ਚੁਣੀਏ ਜਿਹੜਾ ਆਪਣੇ ਏਰੀਏ 'ਚ ਆਲਰੇਡੀ ਕੰਮ ਕਰ ਰਿਹਾ, ਵਧੀਆ ਕੰਮ ਕਰ ਰਿਹਾ, ਜਾਂ ਇਨਸਾਨ ਕੋਈ ਡਾਕਟਰੀ ਸਹੂਲਤਾਂ ਦੇ ਰਿਹਾ, ਕੋਈ ਸਮਾਜਿਕ ਸਹੂਲਤਾਂ ਦੇ ਰਿਹਾ ਆ, ਜਿਹੜਾ ਵੀ ਉਹ ਆਪ ਤੁਸੀਂ ਚੁਣ ਕੇ ਆਪਣੇ ਏਰੀਏ 'ਚੋਂ ਬੰਦਾ ਖੜਾ ਕਰ ਸਕਦੇ ਆ। ਇਹਨਾਂ ਤੋਂ ਤੁਹਾਨੂੰ ਕੋਈ ਆਸ ਨਹੀਂ, ਕਿਉਂਕਿ ਇਹਨਾਂ ਨੇ ਖੜੇ ਹੋ ਕੇ ਆਪਣੀਆਂ ਇਨਕਮਾਂ ਦੇ ਵਿੱਚ ਹੀ ਇਜ਼ਾਫਾ ਕਰਨਾ ਆ। ਜੇ ਕਿਸੇ ਕੋ ਵਿਚਾਰੇ ਕੋ 2 ਬੱਸਾਂ ਆ, ਉਹਦੇ ਕੋ ਜਾਂ ਤੇ ਇੱਕ ਵਾਰ MLA ਬਣ ਗਿਆ ਜਾਂ MP ਬਣ ਗਿਆ, MLA ਬਣ ਗਿਆ, ਉਹਦੇ ਕੋਲ 15-20 ਬੱਸਾਂ ਹੋ ਜਾਣੀਆਂ। ਜਿਹੜਾ ਸੁੱਚਾ ਸਿੰਘ ਲਗਾਰਗਾ ਦੁੱਧ ਵੇਚਣ ਵਾਲਾ ਸੀਗਾ, ਉਹ ਦੁੱਧ ਵੇਚਦਾ ਦੇਖ ਲਓ ਕਿੱਡਾ ਕਰੋੜਾਂ ਅਰਬਾਂ ਦਾ ਕਾਰੋਬਾਰ ਖੜਾ ਕਰ ਦਿੱਤਾ। ਸੋ ਇਹਨਾਂ ਦੀ ਤਾਂ ਹਰ ਜਗ੍ਹਾ ਕਮਿਸ਼ਨ ਹੈ। ਇਹਨਾਂ ਨੇ ਤਾਂ ਜਿਹੜੇ ਹਲਕਿਆਂ ਨੂੰ ਪੈਸੇ ਦਿੱਤੇ ਹੁੰਦੇ ਆ, ਉਹ ਤੱਕ ਨਹੀਂ ਪੈਸੇ ਸਪੈਂਡ ਕਰਦੇ, ਉਹ ਵੀ ਆਪ ਹੀ ਖਾ ਜਾਂਦੇ ਆ। ਪਲੱਸ ਜਿਹੜੀ ਮੋਟੇ ਕੰਮ ਕਰਾ ਕੇ, ਬੜੇ ਬੰਦਿਆਂ ਦੇ ਕੰਮ ਕਰਾ ਕੇ ਡੋਨੇਸ਼ਨ ਲੈਂਦੇ ਆ, ਉਹ ਲੱਗ ਗਿਆ। ਮੈਂ ਤਾਂ ਕੱਲ ਕਿਤੇ ਖੜਾ ਸੀ, ਉਹ ਦੱਸਦੇ ਸੀ ਵੀ ਕਿਸੇ MLA ਦੀ ਗੱਲ ਚੱਲਦੀ ਸੀ, ਕਹਿੰਦੇ ਉਹ MLA ਤਾਂ 300 ਰੁਪਈਆ ਵੀ ਲੈ ਲੈਂਦਾ ਆ। ਤੁਸੀਂ ਆਪਸ ਤੁਹਾਡਾ ਕੰਮ ਕਰਾਉਣ ਨੂੰ ਇੱਕ MLA 300 ਰੁਪਈਆ ਲੈ ਕੇ ਵੀ ਤੁਹਾਡਾ ਕੰਮ ਕਰਾ ਰਿਹਾ, 300 ਰਿਸ਼ਵਤ ਲੈ ਰਿਹਾ, ਤੇ ਤੁਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਇਹਨਾਂ ਬੰਦਿਆਂ ਤੋਂ? ਹਾਂਜੀ ਭਾਜੀ। ਬਿਲਕੁਲ। ਆਪਾਂ ਕੋ ਰਹਿ ਗਏ ਆ 13 ਮਿੰਟ, ਆਪਾਂ ਸ਼ਬਦ ਦੀ ਵਿਚਾਰ ਕਰ ਲਈਏ। ਬਿਲਕੁਲ ਜੀ। ਕਾਲਾਂ ਥੋੜੀ ਦੇਰ ਦੀ ਹੋਲਡ ਕਰ ਲਿਓ। ਸ੍ਰੀ ਰਾਗ ਦਾ ਸ਼ਬਦ ਆਪਾਂ ਅੱਜ ਵਿਚਾਰਾਂਗੇ। ਹਾਂਜੀ। ਸ੍ਰੀ ਰਾਗ ਦੇ ਵਿੱਚ 24 ਨੰਬਰ ਅੰਕ ਦੇ ਉੱਤੇ ਇਹ ਸ਼ਬਦ ਆ, ਪੰਨਾ ਨੰਬਰ 24 ਆ। ਸ੍ਰੀ ਰਾਗ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ। ਜਦੋਂ ਆਪਾਂ ਪਾਠ ਸ਼ੁਰੂ ਕਰਦੇ ਹਾਂ, ਸਹਿਜ ਪਾਠ ਜਾਂ ਅਖੰਡ ਪਾਠ, ਤੇ ਸ਼ੁਰੂ ਵਿੱਚ ਹੀ ਪਹਿਲੇ ਘੰਟੇ ਦੇ ਵਿੱਚ ਹੀ ਆ ਜਾਂਦਾ ਇਹ ਸ਼ਬਦ। ਸੋ ਸ਼ਬਦ ਹੈਗਾ ਜੀ, ਰਹਾਉ ਤੋਂ ਸ਼ੁਰੂ ਕਰਦੇ। ਤੇਰਾ ਏਕ ਨਾਮ ਤਾਰੇ ਸੰਸਾਰ। ਇੱਕ ਨਾਮ ਕੀ ਆ, ਇਹ ਗੱਲ ਆਪਾਂ ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਵਾਰੀ ਕਰ ਚੁੱਕੇ ਹਾਂ ਵੀ ਉਹ ਨਾਮ ਸ਼ਬਦ ਜਿੱਥੇ ਆ ਜਾਂਦਾ ਉਹਨੂੰ ਗੁਣਾਂ ਦੇ ਉੱਤੇ ਲਾ ਲਿਆ ਕਰੋ, ਤੁਹਾਡੇ ਅਰਥ ਸੌਖੇ ਹੋ ਜੂਗੇ। ਅਦਰਵਾਈਜ਼ ਨਾਮ ਦੀ ਜਦੋਂ ਜੇ ਆਪਾਂ ਉਹਨੂੰ ਨਾਮ ਸ਼ਬਦ ਨੂੰ ਡਿਫਾਈਨ ਕਰਨ ਲੱਗ ਪਈਏ ਨਾ, ਤੇ ਬਹੁਤ ਵੱਡਾ ਸ਼ਬਦ ਆ ਨਾਮ। ਇਹਨੂੰ ਮਿਸਯੂਜ਼ ਬਹੁਤ ਕੀਤਾ ਬਾਬਿਆਂ ਵੱਲੋਂ, ਰਾਧਾ ਸਵਾਮੀਆਂ ਵੱਲੋਂ, ਹੋਰਾਂ ਡੇਰੇਦਾਰਾਂ ਵੱਲੋਂ ਬੜਾ ਕੀਤਾ ਗਿਆ। ਜੇ ਅਸੀਂ ਕੰਨ ਦੇ ਵਿੱਚ ਨਾਮ ਦੇ ਦਿੰਦੇ ਆ, ਉਹ ਨਾਮ ਨਹੀਂ ਹੁੰਦਾ, ਉਹ ਤਾਂ ਕੋਈ ਸ਼ਬਦ 3 ਜਾਂ 4 ਦੇ ਦਿੰਦੇ ਆ, ਤੇ ਉਹ ਕਹਿੰਦੇ ਜੀ ਅੱਗੋਂ ਨਾ ਕਿਸੇ ਨੂੰ ਦੱਸਿਓ, ਮੂੰਹ 'ਚ ਪਤਾ ਨਹੀਂ ਥੁੱਕ ਦਿੰਦੇ ਆ, ਕੀ ਕਰਦੇ ਆ ਵੀ ਉਹ ਲੋਕੀ ਬਾਅਦ 'ਚ ਦੱਸਦੇ ਨਹੀਂ ਕਿਸੇ ਨੂੰ। ਸੋ ਤੇਰਾ ਏਕ ਨਾਮ, ਤੇਰਾ ਇੱਕ ਵਚਨ ਦੇ ਵਿੱਚ ਇੱਕ ਨਾਮ, ਤਾਰੇ ਸੰਸਾਰ, ਸਾਰੇ ਸੰਸਾਰ ਨੂੰ ਤਾਰ ਸਕਦਾ ਆ। ਉਸ ਪਰਮਾਤਮਾ ਦਾ ਨਿਯਮ, ਉਸ ਪਰਮਾਤਮਾ ਦੇ ਗੁਣ ਜੇ ਤੂੰ ਧਾਰਨ ਕਰ ਲਵੇਂ ਤੇ ਤੂੰ ਇਸ ਸੰਸਾਰ ਦੇ ਵਿਕਾਰਾਂ 'ਚੋਂ ਤਰ ਸਕਦਾ। ਸਿੰਪਲ ਸ਼ਬਦਾਂ ਦੇ ਵਿੱਚ ਇਹ ਅਰਥ ਬਣਨੇ ਆ। ਤੇਰਾ ਇੱਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਮੈਨੂੰ ਤਾਂ ਕਹਿੰਦੇ ਇਹੀ ਆਸ ਆ ਤੇ ਇਹੀ ਮੇਰਾ ਆਧਾਰ ਆ। ਜੇ ਹਰ ਸਿੱਖ ਇਸ ਗੱਲ ਨੂੰ ਪੱਲੇ ਬੰਨ੍ਹ ਦੇਵੇ ਕਿ ਮੇਰੀ ਆਸ ਤੇ ਮੇਰਾ ਆਧਾਰ ਸਿਰਫ ਪਰਮਾਤਮਾ ਦੇ ਗੁਣ ਹੋਣ, ਮੈਂ ਗੁਣਾਂ ਦਾ ਧਾਰਨੀ ਹੋ ਕੇ ਉਹਨੂੰ ਇੱਕ ਪਾਸੇ, ਉਹਨੂੰ ਮੈਂ ਆਪਣੀ ਸੋਚ ਨੂੰ ਸਹੀ ਪਾਸੇ ਲਾਵਾਂ, ਤੇ ਮੈਂ ਇਸ ਸੰਸਾਰ ਨੂੰ ਵੀ ਤਾਰ ਸਕਦਾ ਤੇ ਆਪ ਵੀ ਤਰ ਸਕਦਾ ਹੈ। ਪਰ ਨਹੀਂ, ਸਾਡੀ ਹਾਲਤ ਕੀ ਆ, ਉਹ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਦੱਸਦੇ ਆ ਵੀ ਸਾਡੀ ਬੰਦੇ ਦੀ ਇਸ ਟਾਈਮ ਹਾਲਤ ਕੀ ਆ। ਇਹ ਤਾਂ ਕਹਿੰਦੇ ਮੈਂ ਕਰਾਂ, ਤੇਰਾ ਇੱਕ ਨਾਮ ਤਾਰੇ ਸੰਸਾਰ, ਮੇਰਾ ਇਹ, ਮੈਂ ਇਹ ਆਸ ਇਹ ਆਧਾਰ ਹੋਣੀ ਇਹ ਚਾਹੀਦੀ ਆ ਜੇ ਮੈਂ ਪਾਰ ਲੰਘਣਾ ਆ ਤਾਂ। ਪਰ ਮੈਂ ਕਰ ਕੀ ਰਿਹਾ ਆ? ਕਹਿੰਦੇ ਏਕ ਸਵਾਨ ਦੋਏ ਸਵਾਨੀ ਨਾਲ। ਕਹਿੰਦੇ ਮੈਂ ਇੱਕ ਕੁੱਤਾ ਲੈ ਕੇ ਤੁਰਿਆ ਫਿਰਦਾ ਤੇ 2 ਕੁੱਤੀਆਂ ਲੈ ਕੇ ਤੁਰਿਆ ਫਿਰਦਾ ਨਾਲ।
ਕੁੱਤਾ ਹੈਗਾ ਲੋਭ ਦਾ, ਜਿਹੜਾ ਤੁਹਾਨੂੰ ਹੁਣ ਖਾਸ ਕਰਕੇ ਅਗਲੇ ਆਉਣ ਵਾਲੇ 10-15 ਦਿਨਾਂ ਵਿੱਚ ਬਹੁਤ ਦਿਖਣੇ ਆ ਵੀ ਕਿਉਂ ਪਾਰਟੀਆਂ ਬਦਲ ਰਹੇ ਆ। ਸਿਰਫ ਲੋਭ ਆ ਉਹਦੇ ਪਿੱਛੇ। ਏਕ ਸਵਾਨ ਦੋਏ ਸਵਾਨੀ, ਦੋ ਕੁੱਤੀਆਂ ਕਿਹੜੀਆਂ ਆ? ਆਸ਼ਾ ਤੇ ਤ੍ਰਿਸ਼ਨਾ ਦੀਆਂ। ਆਸ਼ਾ ਕੀ ਆ? ਮੈਂ ਸ਼ਾਇਦ ਇੱਥੇ ਜਿੱਤ ਜਾਵਾਂ, ਮੈਂ ਕੁਛ ਕਰ ਲਵਾਂ, ਫਿਰ ਮੇਰੀ ਅਗਲੀ ਪੁਸ਼ਤਾਂ ਤਰ ਜੂਗੀਆਂ, ਮੈਂ ਇੰਨੇ ਪੈਸੇ ਕਮਾ ਲੂੰਗਾ। ਜੇ ਬਾਦਲ ਇੰਨੀਆਂ ਬੱਸਾਂ ਬਣਾ ਸਕਦੇ, ਫਲਾਣਾ ਇੰਨਾ ਕੁਛ ਕਮਾ ਸਕਦਾ, ਤੇ ਮੈਂ ਕਿਉਂ ਨਹੀਂ ਕਰ ਸਕਦਾ? ਸੋ ਜਿਹੜੀ ਆਸ਼ਾ ਤ੍ਰਿਸ਼ਨਾ ਤੇ ਲੋਭ ਆ, ਜਿੰਨਾ ਚਿਰ ਮੈਂ ਇਹ ਨਹੀਂ ਛੱਡਦਾ, ਮੈਂ ਕਿਸੇ ਪਾਸੇ ਨਹੀਂ ਲੱਗ ਸਕਦਾ। ਏਕ ਸਵਾਨ ਦੋਏ ਸਵਾਨੀ ਨਾਲ ਮੈਂ ਕੁੱਤਾ ਤੇ ਕੁੱਤੀਆਂ ਲੈ ਕੇ ਹੀ ਜ਼ਿੰਦਗੀ ਬਤੀਤ ਕਰ ਰਿਹਾ। ਭਲਕੇ ਭੌਂਕੇ ਸਦਾ ਬਿਆਲ। ਸਵੇਰੇ ਉੱਠ ਕੇ ਭੌਂਕਣਾ ਸ਼ੁਰੂ ਕਰ ਦਿੰਦਾ, ਤੜਕੇ ਉੱਠਦੇ ਸਾਰ ਫੇਸਬੁੱਕ ਖੋਲੀ, ਹਾਲੇ ਬਾਥਰੂਮ 'ਚ ਹੀ ਬੈਠਾ ਹੁੰਦਾ, ਸੜੀ ਹੋਈ ਪੋਸਟ ਪਾਉਣੀ ਕੋਈ। ਕਿਉਂ? ਕਿਉਂਕਿ ਮੇਰੇ ਉੱਤੇ ਪ੍ਰੈਸ਼ਰ ਉਹਨਾਂ ਚੀਜ਼ਾਂ ਦਾ, ਕੁੱਤੇ ਤੇ ਕੁੱਤੀਆਂ ਦਾ ਪਿਆ ਹੋਇਆ ਹੈ। ਕੂੜ ਛੁਰਾ ਮੁੱਠਾ ਮੁਰਦਾਰ, ਝੂਠ ਰੂਪੀ ਛੁਰਾ ਮੈਂ ਫੜਿਆ ਹੋਇਆ ਆ। ਝੂਠ ਤੁਹਾਡੇ ਸਾਹਮਣੇ ਆ ਰਿਹਾ ਕੱਲੇ ਕੱਲੇ ਬੰਦੇ ਦਾ। ਇੱਕ ਦੂਜੇ ਨੂੰ ਕਹੀ ਜਾਂਦੇ ਕੈਪਟਨ ਸਾਹਿਬ ਨੇ ਹੱਥ 'ਚ ਗੁਟਕਾ ਫੜ ਕੇ ਝੂਠੀ ਸਹੁੰ ਖਾ ਲਈ। ਤੁਸੀਂ ਕੀ ਕਰ ਰਹੇ ਆ? ਤੁਸੀਂ ਜੋ ਕੁਝ ਕਹਿ ਰਹੇ ਤੁਸੀਂ ਕਰ ਹੀ ਨਹੀਂ ਸਕਦੇ। ਇਟਸ ਇੰਪੋਸੀਬਲ। ਉਹਨਾਂ ਕਹੋ ਜਿੰਨਾ ਕਰ ਸਕਦੇ ਆ, ਐਵੇਂ ਸਬਜ਼ ਬਾਗ ਨਾ ਦਿਖਾਓ। ਕੂੜ ਛੁੜਾ ਮੁੱਠਾ ਮੁਰਦਾਰ, ਤੇ ਜਿਹੜੀ ਮਾਇਆ ਆ ਉਹਦੇ ਵਿੱਚ ਹੀ ਠੱਗਿਆ ਜਾ ਰਿਹਾ ਆ, ਤੇ ਮੁਰਦਾ ਖਾਨਾ ਆ ਮੈਂ। ਮੁਰਦਾ ਮੇਰਾ ਖਾਣਾ ਬਣਿਆ ਹੋਇਆ ਆ। ਲੋਕਾਂ ਦਾ ਲਹੂ ਪੀਣਾ ਗਰੀਬ ਦਾ ਮੁਰਦਾ ਖਾਣ ਦੇ ਬਰਾਬਰ ਆ, ਉਹ ਮੈਂ ਪੀ ਰਿਹਾ ਆ। ਜਿਹੜੇ ਅੱਜ ਕੱਲ ਦੇ ਲੀਡਰ ਆ, ਉਹ ਸਾਰੇ ਇਹੀ ਕਰ ਰਹੇ ਆ। ਬਿਲਕੁਲ। ਲੋਕਾਂ ਦਾ ਖੂਨ ਜਾਂ ਟੈਕਸ ਦਾ ਪੈਸਾ ਇਕੱਠਾ ਕਰਕੇ, ਕਿਉਂਕਿ ਇਹ ਬਣੇ ਸੀ ਸੇਵਕ, ਲੀਡਰਾਂ ਨੇ ਕਰਨੀ ਸੀ ਸੇਵਾ, ਪਰ ਇਹ ਲੋਕਾਂ ਦਾ ਪੈਸਾ ਇਕੱਠਾ ਕਰਕੇ, ਜਿਹੜਾ ਖੂਨ ਪਸੀਨੇ ਦਾ ਉਹਨਾਂ ਦਾ ਟੈਕਸ ਇਕੱਠਾ ਹੋਇਆ, ਉਹ ਟੈਕਸ ਨਾਲ ਆਪਣਾ ਇੰਜੋਇਮੈਂਟ ਕਰਦੇ, ਉਹਨਾਂ ਟੈਕਸ ਤੋਂ, ਉਹਨਾਂ ਫੰਡਾਂ ਚੋਂ ਆਪਣੇ ਕਾਰੋਬਾਰਾਂ 'ਚ ਵਾਧੇ ਕਰਦੇ ਆ। ਇਹ ਕੂੜ ਜਿਹੜਾ ਇੱਥੇ ਇਹ ਖਾ ਰਿਹਾ ਹੈ। ਕੂੜ ਛੁਰਾ ਮੁੱਠਾ ਮਰਦਾਰ, ਧਾਨਕ ਰੂਪ ਰਹਾ ਕਰਤਾਰ। ਕਹਿੰਦੇ ਮੈਂ ਭਿਆਨਕ ਰੂਪ ਬਣਾ ਕੇ, ਧਾਨਕ ਹੁੰਦਾ ਆ ਸਾਂਸੀ ਵਾਲਾ, ਜਿਹੜੇ ਉਹ ਭੀਲ ਜਿਹਨਾਂ ਨੂੰ ਕਹਿੰਦੇ ਆ ਨਾ, ਭੀਲ ਜਿਹੜੇ ਜੰਗਲੀ ਲੋਕ ਹੁੰਦੇ ਸੀਗੇ ਭਾਰਤ ਦੇ ਵਿੱਚ, ਜਿਹੜੇ ਜੰਗਲੀ ਸੀਗੇ ਅਸਲ 'ਚ ਉਹ ਇੰਡੀਅਨ ਨੇਟਿਵ ਆ। ਇਹ ਕੋਈ ਵੱਖਰਾ ਟੌਪਿਕ ਆ, ਕਿਤੇ ਹਿਸਟਰੀ 'ਤੇ ਗੱਲ ਕਰਾਂਗੇ ਤਾਂ ਉੱਤੇ ਵੀ ਗੱਲ ਕਰਾਂਗੇ। ਭੀਲ ਕੌਣ ਸੀਗੇ, ਧਾਨਕ ਰੂਪ ਕੌਣ ਆ, ਸਾਂਸੀ ਵਾਲਾ ਰੂਪ ਕੌਣ ਆ, ਸਾਂਸੀ ਕੌਣ ਸੀਗੇ? ਉਹਨਾਂ ਨੇ ਗਲ 'ਚ ਤੀਰ ਕਮਾਨ ਪਾਇਆ ਹੁੰਦਾ ਸੀ, ਤੇ ਉਹ ਸਿੰਘ ਸੁੰਗ ਲਾ ਕੇ ਸਿਰ 'ਤੇ ਮੂੰਹ ਬੜਾ ਖਤਰਨਾਕ ਬਣਾ ਕੇ, ਜੋ ਫਿਲਮਾਂ 'ਚ ਵੀ ਦਿਖਾਉਂਦੇ ਆ ਕਈਆਂ 'ਚ, ਪੋਰਸ ਦੇ ਨਾਲ ਜੋ ਲੜਾਈ ਲੜੀ ਉਹ ਵੀ ਉਹਨਾਂ ਨੇ ਲੜੀ ਸੀਗੀ ਅੱਗੇ ਹੋ ਕੇ। ਬਹੁਤ ਸਾਰੀਆਂ ਲੜਾਈਆਂ ਉਹਨਾਂ ਨੇ ਜੰਗਲਾਂ 'ਚੋਂ ਨਿਕਲ ਕੇ ਲੜੀਆਂ ਆ, ਪਰ ਉਹ ਸਾਂਸੀ ਵਾਲਾ ਰੂਪ ਕਹਿੰਦੇ ਉੱਦਾਂ ਦਾ ਬਣਾ ਕੇ ਮੈਂ ਫਿਰ ਰਿਹਾ। ਉਹ ਜਿਹੜੀ ਕੌਡੇ ਰਾਕਸ਼ ਦੀ ਅਸੀਂ ਕਹਾਣੀ ਸੁਣਦੇ ਆ ਨਾ, ਉਹ ਰਾਕਸ਼ ਨਹੀਂ ਸੀ ਕੋਈ, ਉਹ ਆਈ ਸੀ, ਸਾਂਸੀ ਸੀਗਾ ਉਹ ਭੀਲ ਸੀਗਾ ਉਹ ਕੌਡਾ, ਜਿਹੜਾ ਬਾਅਦ 'ਚ ਗੁਰੂ ਨਾਨਕ ਪਾਤਸ਼ਾਹ ਦਾ ਸੇਵਕ ਬਣ ਗਿਆ ਸੀ। ਉਹ ਵੀ ਵੱਖਰਾ ਟੌਪਿਕ ਆ। ਸੋ ਉਹ ਰੂਪ ਬਣਾ ਕੇ ਮੈਂ ਤੁਰਿਆ ਫਿਰਦਾ ਸਾਂਸੀ ਵਾਲੇ ਰੂਪ ਦੇ ਵਿੱਚ, ਬਾਹਰੋਂ ਨਹੀਂ ਅੰਦਰੋਂ ਇੰਨਾ ਭਿਆਨਕ ਰੂਪ ਮੇਰਾ ਬਣਿਆ ਹੋਇਆ। ਕਹਿੰਦੇ ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ। ਮੈਂ ਜਿਹੜੀ ਇੱਜ਼ਤ ਕਮਾਉਣੀ ਸੀ, ਜਿਹਦੇ ਤੇ ਚੱਲਣਾ ਸੀ, ਜਿਹੜੀ ਨਸੀਹਤ, ਜਿਹੜੇ ਗੁਣਾਂ ਨੂੰ ਧਾਰਨ ਕਰਕੇ ਗਾਂਹ ਤੁਰਨਾ ਸੀਗਾ, ਉਹ ਤਾਂ ਮੈਂ ਲਈ ਹੀ ਨਹੀਂ। ਪੱਤ ਕੀ ਪੰਧ, ਉਸ ਰਸਤੇ ਤੇ ਤੁਰਿਆ ਹੀ ਨਹੀਂ। ਇੱਜ਼ਤ ਵਾਲੇ ਰਸਤੇ ਤੇ ਮੈਂ ਤੁਰਿਆ ਹੀ ਨਹੀਂ, ਉਧਰ ਨੂੰ ਤਾਂ ਮੂੰਹ ਹੀ ਨਹੀਂ ਕੀਤਾ। ਕਰਨੀ ਕੀ ਕਾਰ, ਤੇ ਨਾ ਹੀ ਮੇਰੀ ਜਿਹੜੀ ਕਰਨੀ ਆ ਇਹ ਚੰਗੀ ਆ। ਕਰਨੀ ਵੀ ਮੇਰੀ ਮਾੜੀ ਆ, ਤੇ ਮੈਂ ਰਸਤਾ ਵੀ ਉਹ ਨਹੀਂ ਫੜਿਆ ਜਿਹੜਾ ਮੈਨੂੰ ਫੜਨਾ ਚਾਹੀਦਾ ਸੀ। ਹੋ ਬਿਗੜੇ ਰੂਪ ਰਹਾ ਬਿਕਰਾਲ। ਇਸ ਕਰਕੇ ਮੈਂ ਡਰਾਉਣੇ ਬਿਗੜੇ ਰੂਪ ਵਿੱਚ ਹੀ ਤੁਰਿਆ ਫਿਰਦਾ ਆ। ਮੈਂ ਬਦਲਦਾ ਹੀ ਨਹੀਂ ਆਪਣੇ ਆਪ ਨੂੰ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਮੇਰਾ ਤਾਂ ਇਹੀ ਆਸਰਾ, ਇਹੀ ਆਧਾਰ ਸੀ। ਤੇ ਕਹਿੰਦੇ ਕਰ ਕੀ ਰਿਹਾ ਤੂੰ? ਕਹਿੰਦੇ ਮੁੱਖ ਨਿੰਦਾ ਆਖਾਂ ਦਿਨ ਰਾਤ। ਜਿਹੜੀ ਗੱਲ ਪਹਿਲਾਂ ਕਾਲਰ ਨੇ ਕਹੀ ਹੈ ਨਾ, ਵੀ ਸਵੇਰੇ ਉੱਠ ਕੇ ਹੀ ਬਸ ਕਿਹਦੀ, ਅੱਜ ਰਾਜੇਵਾਲ ਨੂੰ ਟਾਰਗੇਟ ਕਰਨਾ ਕਿ ਅੱਜ ਡਾਕਟਰ ਸਵੈਮਾਨ ਨੂੰ ਕਰਨਾ ਕਿ ਕਿਹਨੂੰ ਕਰਨਾ। ਨਿੰਦਾ ਉਹ ਹੁੰਦੀ ਹੈ ਜਿਹੜੀ ਗਲਤ ਆਪਣੇ ਕੋਲੋਂ ਬਣਾ ਕੇ ਗੱਲ ਕੀਤੀ ਜਾਵੇ। ਕਿਸੇ ਦੀ ਸੱਚਾਈ ਦੱਸਣਾ ਨਿੰਦਾ ਨਹੀਂ ਹੁੰਦੀ। ਕਈ ਕਹਿੰਦੇ ਉਹ ਬਾਬਿਆਂ ਦੀ ਨਿੰਦਾ ਕਰਦੇ ਤੁਸੀਂ, ਨਾ, ਉਹ ਸੱਚਾਈ ਆ, ਉਹ ਨਿੰਦਾ ਨਹੀਂ ਹੁੰਦੀ। ਝੂਠਾ ਪ੍ਰਚਾਰ ਕਰਨਾ ਉਹ ਨਿੰਦਾ ਹੁੰਦੀ ਆ। ਝੂਠੀ ਕਿਸੇ ਦੀ ਬੜਾਈ ਕਰਨੀ ਉਹ ਵੀ ਮਾੜੀ ਆ। ਗੁਰਬਾਣੀ ਮੁਤਾਬਕ ਦੋਨੇ ਹੀ ਮਾੜੇ ਆ। ਸੱਚ ਦੱਸੋ। ਮੁੱਖ ਨਿੰਦਾ ਅੱਖਾਂ ਦਿਨ ਰਾਤ ਮੈਂ ਇਸੇ ਕੰਮ 'ਚ ਪਿਆ ਹੋਇਆ ਆ। ਪਰ ਘਰ ਜੋ ਹੀ ਨੀਚ ਸਨਾਚ, ਮੈਂ ਕਹਿੰਦੇ ਨੀਵੇਂ ਅਸਲੇ ਵਾਲਾ ਬਣ ਗਿਆ ਆ। ਗਾਲ ਕੱਢ ਰਹੇ ਆ ਗੁਰੂ ਸਾਹਿਬ। ਪਰਾਇਆਂ ਦੇ ਘਰ ਵੱਲ ਤੱਕਦਾ ਆ, ਆਪਣਾ ਛੱਡ ਕੇ ਦੂਜੇ ਵੱਲ ਦੇਖਦਾ ਆ। ਕਾਮ ਕ੍ਰੋਧ ਤਨ ਵਸੇ ਚੰਡਾਲ। ਸਰੀਰ ਮੇਰੇ 'ਚ ਕਾਮ ਤੇ ਕ੍ਰੋਧ, ਇਹ ਦੋ ਚੰਡਾਲ ਵਸਣ ਡਏ ਆ। ਉਹ ਮਿੰਟ 'ਚ ਫੁੱਟ ਪੈਂਦੇ ਆ ਜਿੱਥੇ ਦਿਖਦਾ ਆ।
ਧਾਨਕ ਰੂਪ ਰਹਾ ਕਰਤਾਰ, ਤੇ ਮੈਂ ਉਹ ਭਿਆਨਕ ਜਿਹਾ ਰੂਪ ਬਣਾ ਕੇ ਤੁਰਿਆ ਫਿਰਦਾ ਆ। ਕਹਿੰਦੇ ਫਾਹੀ ਸੁਰਤ ਮਲੂਕੀ ਵੇਸ, ਸੁਰਤ ਜਿਹੜੀ ਆ ਮੇਰੀ ਉਹ ਫਸੀ ਹੋਈ ਆ ਵੀ ਮੈਂ ਇਹ ਸੋਚ ਰਿਹਾ ਮੈਂ ਕਿੱਦਾਂ ਫਸਾਵਾਂ ਬੰਦੇ ਨੂੰ, ਮੈਂ ਕਿੱਦਾਂ ਆਪਣੀ ਕੜਿੱਕੀ 'ਚ ਲੈ ਲਵਾਂ। ਸਕੀਮਾਂ ਜਿਹਨੂੰ ਕਹਿੰਦੇ ਨਾ ਸਾਰੀ ਦਿਹਾੜੀ ਸਕੀਮਾਂ ਲਾਉਣੀਆਂ, ਤੇ ਮਲੂਕੀ ਵੇਸ ਬੜਾ ਵਧੀਆ ਸੋਹਣਾ ਬਣਾਇਆ ਹੋਇਆ ਭਾਈ। ਇਹ ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੰਮ੍ਰਿਤਧਾਰੀ ਸਿੰਘ, ਮਲੂਕੀ ਵੇਸ। ਅੰਦਰ ਕੀ ਚੱਲਦਾ? ਫਾਹੀ ਸੁਰਤ, ਕਿਵੇਂ ਫਸਾਉਣਾ ਕਿਸੇ ਨੂੰ। ਬਿਕਰਮ ਸਿੰਘ ਮਜੀਠੀਆ, ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ? ਆਪਣਾ ਹੀ ਪੰਜਾਬ, ਆਪਣੇ ਹੀ ਮੁੰਡੇ ਕਿੰਨੇ ਤੁਹਾਡੇ ਨਸ਼ਿਆਂ ਦੇ ਖਾ ਕੇ ਮਾਰਤੇ। ਕੋਈ ਸ਼ਰਮ ਕਰੋ। ਕਿਹਨੂੰ ਮੂੰਹ ਦਿਖਾਓਗੇ? ਆਪਣੇ ਆਪ ਨੂੰ ਤੁਸੀਂ ਮੂੰਹ ਦਿਖਾ ਸਕਦੇ ਆ, ਪਰ ਇੱਦਾਂ ਹੀ ਜ਼ਮੀਰ ਇੰਨੀ ਗਿਰ ਜਾਂਦੀ ਕਿ ਇਹਨਾਂ ਨੂੰ ਫਰਕ ਨਹੀਂ ਪੈਂਦਾ ਸ਼ੀਸ਼ੇ 'ਚ ਕੌਣ ਖੜਾ, ਇਹਨਾਂ ਨੂੰ ਲੱਗਦਾ ਹੋਰ ਕੋਈ ਬੰਦਾ ਖੜਾ, ਮੈਨੂੰ ਕੋਈ ਫਰਕ ਨਹੀਂ। ਫਾਹੀ ਸੁਰਤ ਮਲੂਕੀ ਵੇਸ, ਹੋ ਠਗਵਾੜਾ ਠੱਗੀ ਦੇਸ਼। ਕਹਿੰਦੇ ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਆ ਤੇ ਸਾਰੇ ਦੁਨੀਆ ਨੂੰ ਹੀ ਠੱਗ ਰਿਹਾ, ਸਾਰੇ ਦੇਸ਼ ਨੂੰ ਹੀ ਠੱਗੀ ਜਾ ਰਿਹਾ। ਠੱਗੀ ਦੇਸ਼, ਪੂਰਾ ਦੇਸ਼ ਹੀ ਮੈਂ ਠੱਗੀ ਜਾ ਰਿਹਾ ਆ, ਪੂਰਾ ਇਲਾਕਾ ਹੀ ਠੱਗੀ ਜਾ ਰਿਹਾ, ਕਿਉਂਕਿ ਮੈਂ ਠੱਗੀ ਦਾ ਅੱਡਾ ਬਣ ਗਿਆ ਹੋਇਆ ਆ। ਖਰਾ ਸਿਆਣਾ ਬਹੁਤਾ ਭਾਰ, ਕਹਿੰਦੇ ਬਣਦਾ ਬੜਾ ਸਿਆਣਾ ਆ ਮੈਂ, ਵੀ ਮੈਨੂੰ ਤਾਂ ਸਭ ਪਤਾ ਆ, ਪਰ ਉਹ ਤੂੰ ਹੋਰ ਆਪਣੇ ਉੱਤੇ ਭਾਰ ਲੱਦੀ ਜਾ ਰਿਹਾ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਕਹਿੰਦੇ ਉਹ ਭੈੜਾ ਰੂਪ ਬਣਾ ਕੇ ਮੈਂ ਤੁਰਿਆ ਫਿਰਦਾ। ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੁਣ ਇਦੋਂ ਵੱਡੀ ਗੱਲ ਹੁਣ ਗੁਰੂ ਨਾਨਕ ਪਾਤਸ਼ਾਹ ਕੀ ਕਹਿ ਸਕਦੇ ਆ? ਕਹਿੰਦੇ ਮੈਂ ਕਦਰ ਹੀ ਨਹੀਂ ਕੀਤੀ ਵੀ ਤੂੰ ਮੈਨੂੰ ਇਨਸਾਨ ਬਣਾ ਕੇ ਭੇਜਿਆ ਸੀ, ਮੈਂ ਇਨਸਾਨ ਬਣ ਕੇ ਰਹਿਣਾ ਸੀ, ਮੈਂ ਤਾਂ ਜਾਨਵਰ ਬਣ ਕੇ ਤੁਰਿਆ ਫਿਰਦਾ। ਮੈਂ ਕੀਤਾ ਨਾ ਜਾਤਾ, ਮੈਂ ਹਰਾਮ ਖੋਰਿਆ, ਪਰਾਇਆ ਹੱਕ ਖਾਨਾ ਆ, ਮੈਂ ਹਰਾਮ ਖੋਰਿਆ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਕਹਿੰਦੇ ਕਿੱਦਾਂ ਮੂੰਹ ਦਿਖਾਊਂਗਾ ਆਪਣਾ ਮੂੰਹ ਮੈਂ, ਜਦੋਂ ਆਪਣੀ ਅੰਤਰਾਤਮਾ ਸਾਹਮਣੇ ਹੋਊਗਾ ਤੇ ਕਿੱਦਾਂ ਹਾਜ਼ਰ ਹੋਊਗਾ ਉਹਦੇ ਸਾਹਮਣੇ, ਕਿਵੇਂ ਉਹਨੂੰ ਆਪਣਾ ਮੂੰਹ ਦਿਖਾਊਂਗਾ। ਉਹਦੀ ਡਿਊਟੀ ਵਿੱਚ, ਡਿਊਟੀ ਕਿਹੜੀ ਆ? ਅੰਦਰ ਬਹੁਤ ਸਾਰੀ ਗੱਲ ਕਰ ਚੁੱਕੇ ਆ, ਹੁਣ ਉਹ ਵੀ ਮੈਂ ਦੁਬਾਰਾ ਕਰਨਾ ਚਾਹੁੰਦਾ। ਆਪਣੇ ਅੰਤਰਾਤਮਾ ਦੇ ਸਾਹਮਣੇ ਮੈਂ ਕਿਵੇਂ ਖੜੂੰਗਾ। ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ। ਗੁਰੂ ਨਾਨਕ ਦੀ ਵਡਿਆਈ ਦੇਖੋ, ਜਦੋਂ ਇੱਦਾਂ ਦੀ ਨੈਗੇਟਿਵ ਗੱਲ ਕਰਦੇ ਆ ਨਾ ਤੇ ਆਪਣੇ ਆਪ ਨੂੰ ਨੀਚ ਕਹਿੰਦੇ ਆ। ਜੇ ਨੈਗੇਟਿਵ ਗੱਲ ਕਰਨੀ ਆ ਤੇ ਆਪਣੇ ਆਪ ਨੂੰ ਨੀਚ ਕਹਿ ਕੇ ਕਹਿੰਦੇ ਮੈਂ ਮਾੜਾ ਨਾਨਕ, ਮੰਦ ਕਰਮੀ ਨਾਨਕ, ਇਹੀ ਤੈਨੂੰ ਸਮਝਾ ਰਿਹਾ। ਨੀਚ ਕਹੇ ਵਿਚਾਰ, ਇਹ ਵਿਚਾਰ ਦੇ ਰਿਹਾ ਤੈਨੂੰ ਕਿ ਧਾਨਕ ਰੂਪ ਰਹਾ ਕਰਤਾਰ, ਕਿ ਮੈਂ ਇੰਨਾ ਭੈੜਾ ਰੂਪ ਬਣਾ ਕੇ ਤੁਰਿਆ ਫਿਰਦਾ ਆ। ਸੋ ਸਾਰੇ ਸ਼ਬਦ ਦੇ ਵਿੱਚ ਬੰਦੇ ਦੀ ਅਸਲੀਅਤ ਦਿਖਾਈ ਗਈ ਆ, ਪਰ ਇਹਦੇ ਵਿੱਚ ਇੱਕੋ ਹੀ ਗੱਲ ਆ ਜਿਹੜੀ ਫੜਨ ਵਾਲੀ ਆ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਏਹਾ ਆਸ ਇਹੋ ਉਧਾਰ। ਬਾਕੀ ਸਾਰੀਆਂ ਐਗਜ਼ਾਮਪਲਾਂ। ਸੋ ਹੁਣ ਜੇ ਇਹ ਸ਼ਬਦ ਨੂੰ ਤੁਸੀਂ ਕੋਈ ਦੋ ਤੁੱਕਾਂ ਲੈ ਕੇ ਪਾ ਦੇਵੇ ਵੀ ਗੁਰੂ ਨਾਨਕ ਪਾਤਸ਼ਾਹ ਤਾਂ ਐਂ ਕਹਿ ਰਹੇ ਆ ਮੁੱਖ, ਤੇ ਉਹ ਇੱਦਾਂ ਲੱਗਣਾ ਵੀ ਇਹ ਤਾਂ ਸਾਰੀ ਨੈਗੇਟਿਵ ਗੱਲ ਹੀ ਹੈ। ਫਾਹੀ ਸੁਰਤ ਮਲੂਕੀ ਵੇਸ, ਹੋ ਠਗਵਾੜਾ ਠੱਗੀ ਦੇਸ਼। ਹੁਣ ਕਹਿਣਾ ਹੈ ਅੱਛਾ ਗੁਰੂ ਨਾਨਕ ਪਾਤਸ਼ਾਹ ਇੱਦਾਂ ਕਹਿ ਰਹੇ। ਸੋ ਪੂਰਾ ਸ਼ਬਦ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਕਦੀ ਇੱਕ ਤੁੱਕ ਦੇ ਉੱਤੇ ਸਿਧਾਂਤ ਨਹੀਂ ਘੜਿਆ ਜਾਂਦਾ ਹੁੰਦਾ। ਸਿਧਾਂਤ ਰਹਾਉ ਵਾਲੀ ਪੰਕਤੀ 'ਚ ਹੁੰਦਾ ਆ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਏਹਾ ਆਸ ਇਹੋ ਉਧਾਰ। ਸੋ ਆਓ ਵੀਰੋ ਭੈਣੋ, ਸਾਂਸੀਆਂ ਵਾਲਾ ਰੂਪ ਛੱਡੀਏ। ਕਿਉਂ ਆਪਣੇ ਆਪ ਤੋਂ ਸ਼ਰਮਿੰਦਾ ਹੋਣਾ ਕੱਲ੍ਹ ਨੂੰ? ਕਦੀ ਤਾਂ ਆਪਣੀ ਅੰਤਰਾਤਮਾ ਦੇ ਅੰਦਰ ਝਾਕੀਏ। ਜੇ ਗੁਰੂ ਕਹਿ ਰਿਹਾ ਬੰਦੇ ਖੋਜ ਦਿਲ ਹਰ ਰੋਜ਼, ਜੇ ਹਰ ਰੋਜ਼ ਨਹੀਂ ਖੋਜ ਸਕਦੇ ਤਾਂ ਕਮ ਸੇ ਕਮ ਹਫ਼ਤੇ 'ਚ ਇੱਕ ਦਿਨ ਤਾਂ ਖੋਜ ਲਿਆ ਕਰੋ ਨਾ, ਵੀ ਮੈਂ ਹਫ਼ਤੇ ਦੇ ਵਿੱਚ ਕੀ ਪੋਜ਼ੀਟਿਵ ਕੀਤਾ ਤੇ ਕੀ ਨੈਗੇਟਿਵ ਕੀਤਾ। ਕੀ ਮੈਂ ਇਸ ਬੰਦੇ ਬਾਰੇ ਲਿਖਣ ਲੱਗਾ ਮੈਂ 100% ਸ਼ੋਰ ਆ, ਜਾਂ ਮੈਂ ਇੱਕ ਕਿਸੇ ਹੋਰ ਦੀ ਪੋਸਟ ਦੇਖ ਕੇ, ਕਿਸੇ ਹੋਰ ਦੀ ਗੱਲ ਸੁਣ ਕੇ ਵੀ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ, ਕਿਤੇ ਇਹ ਨਾ ਹੋ ਜਾਵੇ ਵੀ ਇਹਨੇ ਕੁਝ ਲਿਖਿਆ ਹੀ ਨਹੀਂ, ਅੱਛਾ ਇਸ ਕਰਕੇ ਲਿਖਤਾ। ਸੋ ਜੇ ਤੁਹਾਡੇ ਕੋਲ ਕੋਈ ਸਬੂਤ ਆ, ਕੋਈ ਪ੍ਰੂਫ ਆ, ਤੁਹਾਨੂੰ ਲੱਗਦਾ ਵੀ ਇਹ ਬੰਦੇ ਨੇ ਕੋਈ ਗਲਤ ਕੰਮ, ਸਾਹਮਣੇ ਰੱਖੋ ਲੋਕਾਂ ਦੇ। ਐਵੇਂ ਹਵਾ 'ਚ ਡਾਂਗਾ ਚਲਾਉਣੀਆਂ, ਐਵੇਂ ਅਗਲੇ ਨੂੰ ਬਦਨਾਮ ਕਰੀ ਜਾਣਾ। ਉਹ ਅਗਲੇ ਨੂੰ ਨਹੀਂ ਬਦਨਾਮ ਕਰ ਰਹੇ, ਤੁਸੀਂ ਖੁਦ ਬਦਨਾਮ ਹੋ ਰਹੇ ਹੋ। ਸਾਂਸੀਆਂ ਵਾਲਾ ਰੂਪ ਬਣਾਉਣਾ ਛੱਡੋ, ਗੁਰਮਤਿ ਦੇ ਧਾਰਨੀ ਹੋਵੋ, ਗੁਣਾਂ ਨੂੰ ਧਾਰਨ ਕਰੋ ਤੇ ਸਾਰਾ ਕੁਝ ਠੀਕ ਲੱਗੂਗਾ ਤੁਹਾਨੂੰ, ਉਹ ਠੀਕ ਹੋ ਜਾਊਗਾ। ਜੇ ਤੁਸੀਂ ਖੁਦ ਠੀਕ ਹੈ ਨਾ ਤਾਂ ਤੁਹਾਡੇ ਵਾਸਤੇ ਸਾਰੀ ਦੁਨੀਆ ਠੀਕ ਹੈ। ਜੇ ਤੁਸੀਂ ਖੁਦ ਮਾੜੇ ਆ ਤਾਂ ਫਿਰ ਤੁਹਾਡੇ ਨਾਲ ਮਾੜਾ ਹੀ ਹੋਣਾ ਤੇ ਮਾੜਾ ਹੀ ਰਹਿਣਾ। ਨੈਗੇਟਿਵਿਟੀ ਛੱਡੋ, ਪੋਜ਼ਿਟਿਵਿਟੀ ਲਓ। ਹਾਂਜੀ ਜਗਮੋਹਨ ਸਿੰਘ ਜੀ, ਰੈਪ ਅਪ ਕਰ ਦਿਓ। ਹਾਂਜੀ, ਆਖਰੀ ਦੇ ਵਿੱਚ ਜਿੰਨੇ ਵੀ ਵੀਰ ਸਾਨੂੰ ਦੇਖ ਰਹੇ ਆ, ਚਾਹੇ ਉਹ ਕੁਲਵਿੰਦਰ ਸਿੰਘ ਹੇਰੇ ਆ, ਤਰਨਤਾਰਨ ਆ, ਅਮਿਤ ਸਿੰਘ ਆ, ਪਰਮਜੀਤ ਸਿੰਘ ਵਾਦ, ਨਿਸ਼ਾਨ ਸਿੰਘ ਢਿੱਲੋਂ, ਜੀਤ ਸਿੰਘ ਟੁੱਟ, ਪ੍ਰੀਤ ਮਹਿੰਦਰ ਸਿੰਘ,
ਕਸ਼ਮੀਰ ਸਿੰਘ ਭਿੰਡਰ, ਬਿਕਰ ਸਿੰਘ ਧੁਰੀ, ਨਿਸ਼ਾਨ ਸਿੰਘ ਢਿੱਲੋਂ, ਜਿੰਨੇ ਵੀ ਭਰਾ ਭੈਣ ਸਾਨੂੰ ਲਾਈਵ ਦੇਖਦੇ ਆ, ਸ਼ੇਅਰ ਕਰਦੇ, ਉਹਨਾਂ ਸਾਰਿਆਂ ਦਾ ਧੰਨਵਾਦ। ਜਸਵੰਤ ਸਿੰਘ ਹੁਣੀ। ਸੋ ਇਹ ਸਾਰੇ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ। ਤੁਹਾਡੀਆਂ ਜਿਹੜੇ ਸੁਝਾਅ ਆ, ਜਿਹੜੇ ਤੁਹਾਡੀਆਂ ਸਾਨੂੰ ਕੋਈ ਰਾਏ ਹੋਊਗੀ, ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋਗੇ ਕਿਤੇ ਵੀ ਹਾਂ ਵੀਰੋ ਤੁਸੀਂ ਇਸ ਗੱਲ ਤੇ ਗਲਤ ਆ, ਜੇ ਅਸੀਂ ਗਲਤ ਹੋਵਾਂਗੇ ਤਾਂ ਅਸੀਂ ਆਪਣੀ ਗਲਤੀ ਜ਼ਰੂਰ ਮੰਨਾਂਗੇ। ਪਰ ਗੁਰੂ ਦੇ ਸਿਧਾਂਤ ਤੇ ਜਿੰਨਾ ਕੁ ਅਸੀਂ ਸਿੱਖਿਆ ਹੁਣ ਤੱਕ ਗਾਂਹ ਵੀ ਸਿੱਖਦੇ ਰਹਿਣਾ ਆ, ਕੋਸ਼ਿਸ਼ ਕਰਦੇ ਆ ਵੀ ਉਹ ਗੁਰੂ ਦੇ ਸਿਧਾਂਤ ਤੇ ਰਹਿ ਕੇ ਗੱਲ ਕੀਤੀ ਜਾਵੇ। ਚਾਹੇ ਕੋਈ ਵੀ ਲੀਡਰ ਚੁਣੋ, ਕੋਈ ਵੀ ਨੇਤਾ ਚੁਣੋ, ਕੋਈ ਵੀ ਸਰਪੰਚ ਚੁਣੋ, ਕੋਈ ਵੀ ਆਪਣੇ ਪਰਿਵਾਰ ਦਾ ਮੋਢੀ ਚੁਣੋ, ਚੌਧਰੀ ਚੁਣੋ, ਪਰ ਸੋਚ ਸਮਝ ਕੇ ਚੁਣੋ, ਡਿਸਕਸ ਜ਼ਰੂਰ ਕਰੋ। ਜੇ ਕੋਈ MLA ਦਾ ਪ੍ਰੋਗਰਾਮ ਤੁਹਾਡਾ ਕੋਈ ਭਾਈਬੰਦ ਵੀ ਰੱਖਦਾ ਆ, ਹੁਣ ਤੁਹਾਨੂੰ ਪਤਾ ਵੀ ਫਲਾਨਾ ਭਰਾ ਆ, ਉਹ ਤੇ ਸਾਨੂੰ ਗਰਜ ਪੈਂਦੀ ਰਹਿੰਦੀ ਆ, ਉਹਨੇ ਪ੍ਰੋਗਰਾਮ ਰੱਖਿਆ ਆ, ਪਰ ਉੱਥੇ ਆਪਣੇ ਸਵਾਲ ਰੱਖਣ ਦਾ ਅਧਿਕਾਰ ਜ਼ਰੂਰ ਰੱਖੋ ਵੀ MLA ਸਾਹਿਬ ਆਉਣਗੇ, ਜੇ ਸਰਪੰਚ ਸਾਹਿਬ ਸੱਦ ਰਿਹਾ ਉਹਨੂੰ, ਅਸੀਂ ਆਹ ਸਵਾਲ ਜ਼ਰੂਰ MLA ਸਾਹਿਬ ਨੂੰ ਪੁੱਛਾਂਗੇ। ਸੋ ਜਿਹੜੇ ਸਰਪੰਚ ਭਰਾ ਸਾਡੇ ਜਾਂ ਜਿਹੜੇ ਜਥੇਦਾਰ ਆਪਣੇ ਆਪ ਨੂੰ ਸਮਝਦੇ ਆ, ਉਹ ਸਾਦੇ ਆ, ਉਹ ਵੀ ਇਹ ਕਹਿ ਕੇ ਲੈ ਕੇ ਆਉਣ ਵੀ ਭਾਈ ਸਾਹਿਬ ਤੁਹਾਡੀ ਸਹੀ ਹੋ, ਬਿਲਕੁਲ ਅਸੀਂ ਤੁਹਾਡੇ ਸਪੋਰਟਰ ਆ, ਪਰ ਅਸੀਂ ਲੋਕਾਂ ਨੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਆ। ਤੇ ਜਵਾਬ ਦੇਣ ਦੀ ਲੋੜ ਉਹਨੂੰ ਨਹੀਂ ਪੈਂਦੀ, ਕਿਉਂਕਿ ਉਸ ਬੰਦੇ ਦੀ ਕਾਰਗੁਜ਼ਾਰੀ ਉਸ ਏਰੀਏ ਦੇ ਵਿੱਚ, ਜੇ MLA ਕੰਮ ਕਰਦਾ ਆ, ਕਾਰਗੁਜ਼ਾਰੀ ਕਰਦਾ ਆ ਕੁਛ, ਤੇ ਉਹ ਦਿਸ ਪੈਂਦੀ ਆ। ਜਿਹੜੇ MLA ਆਪਣੇ ਵਾਸਤੇ, MP ਆਪਣੇ ਵਾਸਤੇ ਕਾਰਗੁਜ਼ਾਰੀ ਕਰਦੇ ਆ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਨੂੰ ਗਾਂਹ ਵਧਾਉਣ ਲਈ, ਆਪਣੇ ਬਿਜ਼ਨਸ ਨੂੰ ਗਾਂਹ ਵਧਾਉਣ ਲਈ, ਉਹਨਾਂ ਦਾ ਤਾਂ ਰੱਬ ਰੱਖਾ ਆ। ਹੁਣ ਪਿੱਛੇ ਰਹਿ ਨਵਜੋਤ ਸਿੰਘ ਸਿੱਧੂ ਨੇ ਇੱਕ ਕਿਹਾ ਵੀ ਦਬਕਾ ਮਾਰ ਕੇ ਵੀ ਫਲਾਨਾ ਪੈਂਟ ਢਿੱਲੀ ਕਰ ਦਿੰਦਾ ਆ ਵਿੱਚੇ ਥਾਣੇਦਾਰ ਦੀ, ਸਾਡਾ ਬੰਦਾ, ਬੜਾ ਲੋਕਾਂ ਨੇ ਉਹਨੂੰ ਗੱਲ ਨੂੰ ਚੱਕਿਆ। ਠੀਕ ਹੈ, ਚੱਕਣਾ ਵੀ ਚਾਹੀਦਾ। ਨਵਜੋਤ ਸਿੰਘ ਸਿੱਧੂ ਨੂੰ ਇੱਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਪੁਲਿਸ ਖਿਲਾਫ, ਪਰ ਉਹਨਾਂ ਪੁਲਿਸ ਹੌਲਦਾਰ, ਸਿਪਾਹੀ, ਇੰਸਪੈਕਟਰ, SSP, IG ਜਿਹੜੇ ਰੋਜ਼ ਪੈਸੇ ਖਾਂਦੇ ਆ, ਲੋਕਾਂ ਦਾ ਖੂਨ ਪੀਂਦੇ ਆ, ਰੋਜ਼ ਹਰ ਰੋਜ਼ ਲੋਕਾਂ ਤੋਂ ਕੁਛ ਨਾ ਕੁਛ ਜਿਹੜਾ ਆ ਠੱਗਦੇ ਆ, ਉਹਨਾਂ ਬਾਰੇ ਜਿਹੜੇ ਅਫਸਰ ਹੁਣ ਸਿੱਧੂ ਬਾਰੇ ਬਿਆਨ ਦੇ ਰਹੇ, ਉਹਨਾਂ ਦਾ ਕੀ ਵਿਚਾਰ ਹੈ? ਕਦੀ ਤੁਸੀਂ ਕਿਸੇ ਪੁਲਿਸ ਅਫਸਰ ਦਾ ਇੱਥੇ ਬਿਆਨ ਸੁਣਿਆ ਵੀ ਸਾਡੇ ਫਲਾਨੇ ਇੰਨੇ SHO, ਕੋਈ SP ਦਾ ਕੋਈ ਲਾਈਵ ਬਿਆਨ ਆਇਆ ਹੋਵੇ ਵੀ ਅੱਜ ਅਸੀਂ ਇੰਨੇ SHO, ਇੰਨੇ ਥਾਣੇਦਾਰ, ਇੰਨੇ ਮੁਨਸ਼ੀ ਫੜਿਆ ਜਿਹੜੇ ਰੋਜ਼ ਪੈਸੇ ਲੈਂਦੇ ਸੀ ਲੋਕਾਂ ਤੋਂ? ਨਾ, ਕਦੀ ਵੀ ਤੁਹਾਨੂੰ ਇਹ ਮੈਸੇਜ ਨਹੀਂ ਆਊਗਾ, ਕਿਉਂਕਿ DC ਤੋਂ ਲੈ ਕੇ ਥੱਲੇ ਮੁਨਸ਼ੀ ਤੱਕ, ਸਿਪਾਹੀ ਤੱਕ, ਉੱਪਰ ਤੋਂ ਥੱਲੇ ਤੱਕ ਰਿਸ਼ਵਤ ਚੱਲਦੀ ਆ, ਸਾਰਾ ਪੈਸਾ ਇਕੱਠਾ ਹੁੰਦਾ। ਇਹ ਕੰਮ ਪਟਵਾਰਖਾਨੇ 'ਚ ਹੁੰਦਾ ਆ, ਥੱਲਿਓਂ ਲੈ ਕੇ ਤਹਿਸੀਲਦਾਰ ਤੱਕ ਹਫ਼ਤਾ ਪਹੁੰਚਦਾ ਆ, ਹਫ਼ਤੇ ਵੱਜੇ ਆ। ਸੋ ਇਹ ਸਿਸਟਮ ਦੇ ਵਿੱਚੋਂ ਸੁਧਾਰ ਜਿਹੜਾ ਕਰਨਾ, ਜੇ ਸਵੈਮਾਨ ਵਰਗੇ ਵੀਰ ਜਾਂ ਕਿਸਾਨ ਜਥੇਬੰਦੀਆਂ ਆਉਣਗੀਆਂ, ਇਹ ਤਾਂ ਜ਼ਰੂਰ ਸੁਧਾਰ ਹੋਊਗਾ ਵੀ ਜਿਹੜਾ ਪੈਸਾ ਧੇਲਾ ਆ ਉਹ ਵਰਤਣਾ ਬੰਦ ਹੋਊਗਾ, ਰਿਸ਼ਵਤ ਬੰਦ ਹੋਊਗੀ। ਇਹਨਾਂ ਦੀ ਕੋਸ਼ਿਸ਼ ਇਹ ਰਹੂਗੀ, ਕਿਉਂਕਿ ਜਿਹੜੀ ਫੰਡਾਂ ਦੀ ਵੀ ਲੋੜ ਨਹੀਂ ਇਹਨਾਂ ਨੂੰ ਪੈਣੀ। ਚੰਗੇ ਬੰਦੇ ਨੂੰ ਪਿੰਡ ਚਲਾਉਣ ਲਈ ਸਿਰਫ ਪੈਟਰੋਲ ਤੋਂ ਬਿਨਾਂ, ਬੋਲਣ ਤੋਂ ਬਿਨਾਂ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜੇ ਕਿਸਾਨ ਲੀਡਰ ਆਪਣੇ ਬੰਦੇ ਹਲਕਿਆਂ 'ਚੋਂ ਖੜੇ ਕਰਨਗੇ, ਉਹਨਾਂ ਨੂੰ ਵੱਧ ਤੋਂ ਵੱਧ ਪੈਟਰੋਲ ਦੀ ਜਿਹੜੀ ਆ ਜਾਂ ਡੀਜ਼ਲ ਦੀ ਵਰਤੋਂ ਲਈ ਪੈਸੇ ਚਾਹੀਦੇ ਹੋਣੇ ਆ। ਪਰ ਵੋਟ ਲੈਣ ਲਈ ਜੇ ਤੁਸੀਂ ਸ਼ਰਾਬ ਦੀ ਬੋਤਲ ਨਹੀਂ ਦੇਣੀ, ਕੁਛ ਨਹੀਂ ਦੇਣੀ, ਮੈਨੂੰ ਲੱਗਦਾ ਨਹੀਂ ਇਲੈਕਸ਼ਨ ਤੇ ਕੋਈ ਖਰਚਾ ਹੋਊਗਾ, ਸਿਵਾਏ ਕੋਈ ਪੋਸਟਰ ਲਾਉਣ ਤੋਂ ਕਾਗਜ਼ੀ, ਜਾਂ ਡੀਜ਼ਲ ਜਾ ਕੇ ਜਿੱਥੇ ਬੋਲਣਾ ਉੱਥੇ ਜਾ ਕੇ ਡੀਜ਼ਲ ਦੀ। ਕਿਉਂਕਿ ਜੇ ਇਹਨਾਂ ਨੇ ਚਾਹ ਪਕੌੜਿਆਂ ਕਰਕੇ ਆਉਣਾ, ਉਹਨਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ। ਜਿਹਨਾਂ ਨੇ ਵੋਟ ਪਾਉਣੀ ਆ, ਉਹਨਾਂ ਨੇ ਤੁਹਾਡੀ ਗੱਲ ਸੁਣ ਕੇ ਹੀ, ਉਹਨੇ ਘਰੋਂ ਰੋਟੀ ਖਾ ਕੇ ਆਉਣੀ, ਗੱਲ ਸੁਣ ਕੇ ਘਰ ਨੂੰ ਜਾ ਕੇ ਰੋਟੀ ਖਾ ਲੈਣੀ ਆ। ਸੋ ਇਹ ਜਿਹੜਾ ਸਿਸਟਮ ਵੀ ਸ਼ੁਰੂ ਕੀਤਾ ਗਿਆ ਰੈਲੀਆਂ ਦਾ, ਉੱਥੇ ਚਾਹ ਪਕੌੜੇ, ਜਾਣ ਲੱਗਿਆਂ ਨੂੰ ਇੱਕ ਸ਼ਰਾਬ ਦੀ ਬੋਤਲ। ਆਪਾਂ ਆਮ ਦੇਖਿਆ ਅਕਾਲੀਆਂ ਦੀਆਂ ਜਾਂ ਕਾਂਗਰਸ ਦੀਆਂ ਬੱਸਾਂ ਜਦੋਂ ਜਾਂਦੀਆਂ, ਬਾਅਦ 'ਚ ਵੀਡੀਓ ਵਾਇਰਲ ਹੁੰਦੀਆਂ ਵੀ ਉੱਥੇ ਡੱਬੇ ਦਾਰੂ ਦੇ ਪਏ ਹੁੰਦੇ ਆ, ਭੁਜੀਆ ਪਿਆ ਹੁੰਦਾ, ਨਮਕੀਨ ਪਿਆ ਹੁੰਦਾ, ਵਿੱਚੇ ਛੱਡ ਜਾਂਦੇ ਆ ਡੱਬੇ ਖਾਲੀ ਪੇਟੀਆਂ ਦੇ, ਤੇ ਦਾਰੂ ਦੀਆਂ ਬੋਤਲਾਂ ਘਰਾਂ ਨੂੰ ਲੈ ਜਾਂਦੇ ਆ। ਸੋ ਉਤੋਂ ਚੇਂਜ ਨਹੀਂ ਆਉਣੀ। ਚੇਂਜ ਆਉਣ ਵਾਸਤੇ ਸਾਨੂੰ ਬਹੁਤ ਕੁਛ ਹੋਰ ਕਰਨਾ ਚਾਹੀਦਾ। ਆਖਰੀ ਵਿੱਚ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ। ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਵੀ ਜੇ ਮੀਟਿੰਗ 'ਚ ਨਾ ਹੋਏ ਤੇ ਡਾਕਟਰ ਸਵੈਮਾਨ ਨੂੰ ਲੈ ਕੇ ਆਈਏ ਪ੍ਰੋਗਰਾਮ 'ਚ। ਪਰ ਜਿਵੇਂ ਮੈਂ ਪਹਿਲਾਂ ਕਿਹਾ ਆ ਕਿ ਟਾਈਮ ਉਹਨਾਂ ਕੋਲ ਥੋੜ੍ਹਾ ਆ, ਤੇ ਮੀਟਿੰਗਾਂ ਦਾ ਸਿਲਸਿਲਾ ਤਾਂ ਚੱਲਦਾ ਹੀ ਰਹਿਣਾ ਆ ਉਹਨਾਂ ਦਾ।
ਸੋ ਜਿਹੜਾ ਜ਼ਿਆਦਾ ਜ਼ਰੂਰੀ ਆ ਆਪਾਂ ਆਪਣੇ ਤੌਰ 'ਤੇ ਗੱਲ ਕਰੀ ਜਾਣੀ ਆ, ਕਿਉਂਕਿ ਆਪਾਂ ਮੀਟਿੰਗ ਤੋਂ ਬਾਅਦ ਉਹਨਾਂ ਨਾਲ ਗੱਲ ਕਰ ਲੈਣੀ ਆ, ਇਨਫੋਰਮੇਸ਼ਨ ਲੈ ਲਾਂਗੇ ਉਹਨਾਂ ਕੋਲ, ਜੇ ਕੱਲ੍ਹ ਨੂੰ ਆ ਸਕਦੇ ਹੋਏ ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ। ਹੋਰ ਕੋਈ ਨਹੀਂ ਤਾਂ ਲੀਡਰ ਹੋਇਆ ਆਪਾਂ ਉਹਨੂੰ ਲੈ ਆਵਾਂਗੇ ਜਿਹਨੂੰ ਫਸਟ ਹੈਂਡ ਇਨਫੋਰਮੇਸ਼ਨ ਹੋਵੇ। ਸਮੀਕਰਨ ਹਰ ਸੈਕਿੰਡ 'ਤੇ ਬਦਲਦੇ ਜਾ ਰਹੇ ਆ, ਹਰ ਦਿਨ ਕੋਈ ਨਾ ਕੋਈ ਨਵੀਂ ਖਬਰ ਆ ਰਹੀ ਆ। ਸੋ ਕੋਈ ਵੀ ਗੱਲ ਹਾਲੇ ਗਰੰਟੀ ਨਾਲ ਨਹੀਂ ਕਹੀ ਜਾ ਸਕਦੀ ਉੱਥੇ ਰਾਜਨੀਤੀ 'ਚ ਕਿਵੇਂ ਦੀ ਰਾਜਨੀਤੀ ਹੋਊਗੀ, ਕੀ ਹੋਊਗਾ। ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਆ, ਜੇ ਅਸੀਂ ਜੁਮਲਿਆਂ ਦੀ ਰਾਜਨੀਤੀ 'ਚੋਂ, ਵਾਅਦਿਆਂ ਦੀ ਰਾਜਨੀਤੀ 'ਚੋਂ, ਪਖੰਡਾਂ ਦੀ ਰਾਜਨੀਤੀ 'ਚੋਂ ਨਿਕਲਣਾ ਆ ਤੇ ਅਸੀਂ ਇਹਨਾਂ ਰਵਾਇਤੀ ਪਾਰਟੀਆਂ 'ਚੋਂ ਬਾਹਰ ਨਿਕਲਣਾ ਆ, ਤੇ ਇਸ ਪਾਰਟੀ ਨੂੰ ਸੰਯੁਕਤ ਸਮਾਜ ਮੋਰਚਾ ਜਾਂ ਕੋਈ ਵੀ ਹੋਰ ਜਿਹੜਾ ਪੰਜਾਬ ਦੇ ਤੁਹਾਨੂੰ ਲੱਗਦਾ ਭਲੇ ਦੀ ਗੱਲ ਕਰਦਾ ਬੰਦਾ, ਭਾਵੇਂ ਉਹ ਇੰਡੀਵਿਜੂਅਲ ਤੌਰ 'ਤੇ ਖੜਾ ਆ, ਆਪਣੀ ਇੱਕ ਸੀਟ ਕੱਢਣੀ ਚਾਹੁੰਦਾ ਆ, ਇੰਡੀਵਿਜੂਅਲ ਤੌਰ 'ਤੇ ਖੜਾ, ਉਹਦੀ ਸਪੋਰਟ ਡਟ ਕੇ ਕਰੋ। ਦੋ ਹੀ ਤਰੀਕੇ ਹੁੰਦੇ ਜਿੱਤਣ ਦੇ, ਜਾਂ ਪੈਸਾ ਅੰਨਾ ਪਾਣੀ ਵਾਂਗੂ ਬਹਾ ਕੇ ਵੋਟਾਂ ਖਰੀਦੀਆਂ ਜਾਣ, ਤੇ ਜਾਂ ਇੱਕ ਲੋਕ ਲਹਿਰ ਖੜੀ ਕੀਤੀ ਜਾਵੇ। ਹੁਣ ਜਿਹੜੀ ਲੋਕ ਲਹਿਰ ਖੜੀ ਹੋਈ ਆ, ਜੇ ਇਹ ਲੋਕ ਲਹਿਰ ਗਾਂਹ ਤੁਰ ਪੈਂਦੀ ਆ ਤੇ ਮੈਂ ਗਰੰਟੀ ਦਿੰਦਾ ਭਾਈ ਕਿ ਸਰਕਾਰ ਤੁਹਾਡੀ ਮਨਪਸੰਦ ਦੀ ਬਣ ਸਕਦੀ ਹੈ। ਡਰੋ ਨਾ, ਇਹ ਡਰ ਦਿਲ 'ਚੋਂ ਕੱਢ ਦਿਓ ਵੀ ਹਾਰ ਜੂਗੇ। ਜੇ ਤੁਸੀਂ ਲੋਕ ਲਹਿਰ ਬਣਾ ਲੈਂਦੇ ਹੋ ਤੇ ਭਾਈ ਤੁਸੀਂ ਕਿਸੇ ਵੀ ਪਾਰਟੀ ਨੂੰ ਹਰਾ ਸਕਦੇ ਹੋ। ਸੋ ਕੱਲ੍ਹ ਨੂੰ ਫਿਰ ਇਹੀ ਟੌਪਿਕ ਗਾਂਹ ਤੋਰਾਂਗੇ, ਇਸੇ ਟੌਪਿਕ 'ਤੇ ਹੀ ਗੱਲਬਾਤ ਕਰਾਂਗੇ ਰਲ ਮਿਲ ਕੇ। ਜੇ ਕੋਈ ਨਾ ਉੱਧਰੋਂ ਆ ਸਕਿਆ, ਜੇ ਉਹ ਬਿਜ਼ੀ ਹੋਏ ਮੀਟਿੰਗ ਦੇ ਵਿੱਚ, ਕਿਉਂਕਿ ਮੀਟਿੰਗ ਅਸੀਂ ਬੰਦ ਨਹੀਂ ਉਹਨਾਂ ਹੀ ਕਰਨੀ ਚਾਹੁੰਦੇ ਅਤੇ ਨਾ ਹੀ ਅਸੀਂ ਆਪਣਾ ਪ੍ਰੋਗਰਾਮ ਦਾ ਟਾਈਮ ਬੰਦ ਕਰ ਸਕਦੇ ਹਾਂ। ਉਹ ਕਹਿੰਦੇ ਸੀ ਸਵੇਰੇ ਜਦੋਂ ਮੇਰੀ ਗੱਲ ਹੋਈ, ਕਹਿੰਦੇ ਆਪਾਂ ਰਿਕਾਰਡ ਕਰਕੇ ਬਾਅਦ 'ਚ ਕਰ ਲਈਏ। ਮੈਂ ਕਿਹਾ ਨਹੀਂ, ਸਾਡਾ ਲਾਈਵ ਹੀ ਹੁੰਦਾ ਆ, ਰਿਕਾਰਡ ਵਾਲਾ ਕੰਮ ਆਪਾਂ ਕਰਦੇ ਹੀ ਨਹੀਂ ਹੈਗੇ, ਅਤੇ ਆਪਾਂ ਫੇਰ ਆ ਜਾਵਾਂਗੇ, ਕੋਈ ਗੱਲ ਨਹੀਂ। ਆਪਾਂ ਨੂੰ ਕਿਹੜਾ ਕਿਸੇ ਚੈਨਲ ਤੋਂ ਪਰਮਿਸ਼ਨ ਲੈਣੀ ਪੈਣੀ, ਆਪਣਾ ਤਾਂ ਆਪਦੇ ਚੈਨਲ ਆ ਸਾਰੇ। ਸੋ ਕੱਲ੍ਹ ਨੂੰ ਫੇਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।